ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦਿਲਬਾਗ ਸਿੰਘ ਤੇ ਮਨਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਬ੍ਰੇਕਫਾਸਟ ਸ਼ੋ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਵੈਲਕਮ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਹਾਂ yes a very good morning and of course welcome to the breakfast show. Now Uncle G, I have to ask you something. What are these flowers doing sitting here because they look wonderful? ਫਲਾਵਰ ਬਹੁਤ ਸੋਹਣੇ ਆ ਬਹੁਤ ਵਧੀਆ ਹੈ ਵੈਸੇ ਹੀ ਜਿਹੜੇ ਫਲਾਵਰ ਆ ਇਹਨਾਂ ਨੂੰ ਦੇਖ ਕੇ ਬੰਦਾ ਦਾ ਚਿਹਰਾ ਖਿੜ ਜਾਂਦਾ ਆ ਹਾਂਜੀ ਸਾਰੇ ਤਲਵਿੰਦਰ ਸਿੰਘ ਲਾਲੀ ਹੈ ਜੀ ਉਹਨਾਂ ਦਾ ਜਨਮ ਦਿਨ ਪਿੱਛੇ ਆਪਾਂ ਮਨਾਇਆ ਸੀ ਫਰਾਈਡੇ ਨੂੰ ਅਸੀਂ ਅਨਾਉਂਸਮੈਂਟ ਕੀਤੀ ਸੀ ਟੈਕਨੀਕਲ ਪਰਸਨ ਜਿਹੜੇ ਸਾਡੇ ਹੈਗੇ ਇੱਥੇ ਗੈਲਰੀ 'ਚ ਤੇ ਉਹਨਾਂ ਨੂੰ ਅਸੀਂ ਕਿਹਾ ਵੀ ਹਾਂਜੀ ਕਿੱਦਾਂ ਜਨਮ ਦਿਨ ਦੀਆਂ ਵਧਾਈਆਂ ਕਹਿੰਦੇ ਜੀ ਠੀਕ ਆ ਵਧਾਈਆਂ ਤੇ ਆ ਫੁੱਲ ਲੈ ਆਂਦੇ ਮੈਂ ਇਹ ਫੁੱਲ ਲੈ ਆਂਦੇ ਕੇਕ ਕਿੱਥੇ ਆ ਕੁਝ ਹੋਰ ਪੀਜ਼ਾ ਕੋਈ ਹੋਰ ਚੀਜ਼ਾਂ ਉਹ ਕਹਿੰਦਾ ਕੀ ਕਰਾਂ ਕਹਿੰਦਾ ਕੇਕ ਵੀ ਮਹਿੰਗਾ ਸੀ ਪੀਜ਼ਾ ਵੀ ਮਹਿੰਗਾ ਸੀ ਕਹਿੰਦਾ ਫਲਾਵਰ ਮੈਨੂੰ ਕਹਿੰਦਾ ਇਹ ਕਿਸੇ ਨੇ ਗਿਫਟ ਦਿੱਤੇ ਸੀ ਤੇ ਕਹਿੰਦਾ 3-4 ਮੈਨੂੰ ਫਲਾਵਰ ਆਏ ਸੀ ਮੈਂ ਚੱਲ ਇੱਕ ਬ੍ਰੇਕਫਾਸਟ ਸ਼ੋ ਤੇ ਦੇ ਦੂੰਗਾ ਤੇ ਫ੍ਰੀ ਦੇ ਵਿੱਚ ਉਹਨੇ ਆਪਾਂ ਨੂੰ ਫਲਾਵਰ ਪਰ ਫਿਰ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਫਲਾਵਰ ਬਹੁਤ ਵਧੀਆ ਆ ਅਸੀਂ ਇਹਦੇ ਨਾਲ ਹੀ ਗੁਜ਼ਾਰਾ ਕਰ ਲਾਂਗੇ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਦੁਬਾਰਾ ਬਹੁਤ ਬਹੁਤ ਵਧਾਈਆਂ ਜੀ Yes, so a huge big happy birthday to Lali ji and we will request him to get us some pizza and cake because we are quite hungry in the studio right now. But anyway, moving on, it is now time to bring our guest into the studio. Because today's guest I'm very excited about indeed. ਜੀ ਇਹਦੇ ਨਾਲ ਮੈਂ ਹੋਰ ਦੱਸਦਾ ਜਿਵੇਂ ਵੀਕਐਂਡ ਦੀ ਗੱਲ ਕਰਦੇ ਹਾਂ ਤੇ ਵੀਕਐਂਡ ਦੇ ਉੱਤੇ ਇੱਕ ਤਾਂ ਮੈਂ ਜਿਵੇਂ ਆਪਾਂ ਪੁੱਛਦੇ ਹਾਂ ਵੀਕਐਂਡ ਤੇ ਮੈਂ ਵੀਕਐਂਡ ਤੇ ਵੀ ਸਿੱਖ ਚੈਨਲ ਤੇ ਸੀ ਕਿਉਂਕਿ ਇੱਥੇ ਤੁਹਾਡਾ ਪਿੰਡ ਪ੍ਰੋਗਰਾਮ ਸੀ ਤੁਹਾਡਾ ਪਿੰਡ ਪ੍ਰੋਗਰਾਮ ਜਿਹੜਾ ਬਹੁਤ ਹੀ ਵਧੀਆ ਰਿਹਾ ਬਹੁਤ ਹੀ ਖਾਨ ਖਾਨਾ ਪਿੰਡ ਦੇ ਸਾਰੇ ਇੱਥੇ ਪਿੰਡ ਵਾਲੇ ਆਏ ਤੇ ਉਹਨਾਂ ਨਾਲ ਬੈਠ ਕੇ ਜਦੋਂ ਗੱਲਾਂ ਬਾਤਾਂ ਕੀਤੀਆਂ ਬੜਾ ਹੀ ਇੰਜੋਏ ਕੀਤਾ ਸੀ ਤੁਸੀਂ ਵੀ ਘਰ ਬੈਠ ਕੇ ਦੇਖਿਆ ਸੀ ਕਿ ਨਹੀਂ Unfortunately, I couldn't watch the Hada Pind. I really wanted to watch it. But Saturday, I had another attempt at doing my skydive for the charity SOPW. And we've been twice now all the way to Suffolk, which is a 3.5-hour way. And we've been all the way there. And unfortunately, due to weather conditions, we couldn't do the skydive twice now. So we went third time lucky. And we actually got to jump out of the plane this time. And we actually got to do that skydive. And it was absolutely brilliant. It was so amazing. It was possibly... ਬਹੁਤ ਵਧੀਆ ਜੀ ਇਹ ਚਾਂਸ ਮਿਲ ਗਿਆ ਇਹ ਤੇ 2 ਵਾਰੀ ਪਹਿਲਾਂ ਗਈ ਲੇਕਿਨ ਇਹਨੂੰ ਚਾਂਸ ਨਹੀਂ ਮਿਲਿਆ ਤੀਸਰੀ ਵਾਰੀ ਇਹਨੂੰ ਚਾਂਸ ਮਿਲ ਗਿਆ ਇਹਨੂੰ ਹਵਾ 'ਚ ਮਾਰੀ ਜਹਾਜ਼ ਤੋਂ ਛਾਲ और आज सही सलामत सारे कोल बैठी है बिल्कुल जी I'm alive and well I did it I feel so proud of myself and it was the single most amazing moment of my entire life ਤੇ ਸੈਟਰਡੇ ਨੂੰ ਜਿਹੜਾ ਸੀ ਆਪਾਂ ਜਿਹੜਾ ਤੁਹਾਡਾ ਪਿੰਡ ਪ੍ਰੋਗਰਾਮ ਕੀਤਾ ਸੰਡੇ ਨੂੰ ਕੱਲ ਨੂੰ ਮੈਂ ਫਿਰ ਆਪਣਾ ਜਿਹੜਾ ਸੀ ਸ਼ਾਪਿੰਗ ਕਰਨ ਵਾਸਤੇ ਚਲੇ ਗਿਆ ਫੈਮਿਲੀ ਦੇ ਨਾਲ ਤੇ ਮੈਂ ਇੱਥੇ ਵੈਸਟ ਬ੍ਰੋਮ ਵਿੱਚ ਸ਼ਾਪਿੰਗ ਸੈਂਟਰ ਗਿਆ ਤਾਂ ਉੱਥੇ ਮੈਨੂੰ ਸਿੰਘ ਮਿਲੇ 3 ਜਿਹੜੇ ਸਿੰਘ ਮਿਲੇ ਸੀ ਇੱਕ ਦਇਆ ਸਿੰਘ ਤੇ ਉਹਦੇ ਨਾਲ 2 ਉਹਨਾਂ ਦੇ ਸਾਥੀ ਹੋਰ ਸੀ ਤੇ ਉਹ ਦੂਰੋਂ ਹੀ ਮੈਨੂੰ ਦੇਖ ਕੇ ਤੇ ਜਿਹੜਾ ਸੀ ਮੇਰੇ ਕੋਲ ਆਏ ਉਹਨਾਂ ਦੀ ਆਪਾਂ ਪਿਕਚਰ ਦੇਖ ਸਕਦੇ ਹਾਂ ਤੁਸੀਂ ਜਿਹੜੀ ਸਕਰੀਨ ਤੇ ਪਿਕਚਰ ਆ ਇਹ ਦਇਆ ਸਿੰਘ ਤੇ ਉਹਨਾਂ ਦੇ ਨਾਲ 2 ਹੋਰ ਸਾਥੀ ਉਹਨਾਂ ਦੇ ਤੇ ਉਹਨਾਂ ਨੇ ਮੈਨੂੰ ਦੂਰੋਂ ਹੀ ਪਛਾਣ ਕੇ ਤੇ ਆ ਕੇ ਮੇਰੇ ਕੋਲ ਕਹਿੰਦਾ ਬ੍ਰੇਕਫਾਸਟ ਸ਼ੋ ਅੰਕਲ ਮੈਂ ਹਾਂ ਬ੍ਰੇਕਫਾਸਟ ਸ਼ੋ ਅੰਕਲ ਹੀ ਆ ਮੈਂ ਤੇ ਉਹਨਾਂ ਨੇ ਕਿਹਾ ਵੀ ਬੜਾ ਚੰਗਾ ਲੱਗਦਾ ਸੀ ਸ਼ੋ ਵੇਖਦੇ ਆ ਤੇ ਨਾਲੇ ਦਇਆ ਸਿੰਘ ਨੇ ਦੱਸਿਆ ਵੀ ਪਹਿਲਾਂ ਉਹਨਾਂ ਨੇ ਨਾ ਕੇਸ ਰੱਖੇ ਨਹੀਂ ਸੀ ਕੇਸ ਕਟਾਉਂਦੇ ਸੀ ਲੇਕਿਨ ਜਦੋਂ ਦਾ ਉਹਨਾਂ ਨੇ ਸਿੱਖ ਚੈਨਲ ਦੇਖਣਾ ਸ਼ੁਰੂ ਕੀਤਾ ਸਿੱਖ ਚੈਨਲ ਤੋਂ ਜੋ ਸਿੱਖੀ ਬਾਰੇ ਪ੍ਰਚਾਰ ਪ੍ਰਸਾਰ ਹੁੰਦਾ ਰਿਹਾ ਉਹਦੇ ਨਾਲ ਮੈਨੂੰ ਪ੍ਰੇਰਨਾ ਮਿਲੀ ਤੇ ਉਹਨਾਂ ਨੇ ਸਿੱਖੀ ਸਰੂਪ ਵਿੱਚ ਆਏ ਉਹਨਾਂ ਨੇ ਕੇਸ ਰੱਖੇ ਤੇ ਉਹਨਾਂ ਨੇ ਨਾਲੇ 20 ਪਾਉਂਡ ਜਿਹੜੇ ਆ ਸਿੱਖ ਚੈਨਲ ਵਾਸਤੇ ਡੋਨੇਸ਼ਨ ਭੇਜਿਆ ਤੇ ਮੈਂ ਦਇਆ ਸਿੰਘ ਤੇ ਉਹਨਾਂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਸਿੱਖ ਚੈਨਲ ਦੇਖਿਆ ਵੀ ਤੇ ਉਹਨਾਂ ਨੂੰ ਪ੍ਰਚਾਰ ਪ੍ਰਸਾਰ ਦਾ ਅਸਰ ਹੋਇਆ ਉਹ ਸਿੱਖੀ ਸਰੂਪ ਚ ਆਏ ਨਾਲੇ 20 ਪਾਉਂਡ ਉਹਨਾਂ ਨੇ ਸਿੱਖ ਚੈਨਲ ਵਾਸਤੇ ਵੀ ਭੇਜਿਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਬਿਲਕੁਲ ਜੀ yes we would like to thank Daya Singh Daya Singh very much for his donation and of course for coming into Sikhi and his inspirational story. It's lovely when you hear these stories, especially how Sikh channel has actually influenced people to go onto the right path. It's a fantastic story. If you have any similar stories, then do of course get in touch with the show. We would like to hear from you. And of course send in your pictures. It's always lovely to see your fresh lovely faces, your smiley faces. Make sure you smile in your pictures because it is always nice to hear see a smile rather, not hear. But now I see our guest has arrived in the breakfast show studio and he's sporting a England badge which I can see, which is fantastic, very exciting stuff. So we will present you with the guest in a few seconds. Dee. जी
ਜਿਨ੍ਹਾਂ ਦੇ ਹੀ ਵੇਟ ਕਰਦੇ ਆ ਸਾਡੇ ਕੋਲ ਪਹੁੰਚ ਚੁੱਕੇ ਆ ਜੀ, ਇਹਨਾਂ ਦੇ ਤੁਹਾਨੂੰ ਅਸੀਂ ਰੂਬਰੂ ਕਰਾਵਾਂਗੇ। ਅੱਜ ਦੇ ਜਿਹੜੇ ਸਾਡੇ ਗੈਸਟ ਹੈ, ਜੇ ਮੈਂ ਨਾ ਭੁੱਲ ਦਵਾਂ ਤੇ ਕਬੱਡੀ ਤੋਂ ਮੇਰੇ ਵੀਰ ਅਸ਼ੋਕ ਜੀ ਹੈ, ਉਹਨਾਂ ਨਾਲ ਵੀ ਮੁਲਾਕਾਤ ਕਰਾਉਂਦੇ ਆ। ਲੇਕਿਨ ਇਸ ਦੇ ਨਾਲ ਅਸੀਂ ਹੈਲਥ ਟਿਪ ਦੇ ਬਾਰੇ ਵੀ ਦੱਸਦੇ ਜਾਵਾਂਗੇ ਤੇ ਅਸੀਂ ਵੈਲਕਮ ਜੀ ਆਇਆਂ ਨੂੰ ਕਹਿੰਦੇ ਜੀ। ਅਸ਼ੋਕ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾ ਮੈਂ ਠੀਕ ਹੀ ਲੈ ਰਿਹਾ ਨਾ? ਪਿਆਰ ਨਾਲ ਜੋ ਮਰਜ਼ੀ ਠੀਕ ਹੈ ਜੀ, ਹੋਰ ਸੁਣਾਓ, ਸਭ ਠੀਕ ਠਾਕ ਹੈ ਜੀ? ਜੀ ਕੁਛ ਨਾ ਠੀਕ ਹੈ ਜੀ, ਤੁਹਾਡੇ ਨਾਲ ਅਸੀਂ ਗੱਲਬਾਤ ਇਸੇ ਤਰ੍ਹਾਂ ਕਰਾਂਗੇ। ਤੁਹਾਡੇ ਤੋਂ ਕਾਫੀ ਜਾਣਕਾਰੀ ਲੈਣੀ ਹੈ, ਕਬੱਡੀ ਬਾਰੇ ਵੀ ਲੈਣੀ ਹੈ, ਤੁਹਾਡੇ ਬਾਰੇ ਵੀ ਲੈਣੀ ਹੈ, ਲੇਕਿਨ ਥੋੜਾ ਜਿਹਾ ਅਸੀਂ ਹੈਲਥ ਟਿਪ ਬਾਰੇ ਦੱਸ ਦਈਏ। ਤੇ ਅੱਜ ਦੀ ਜਿਹੜੀ ਸਾਡੀ ਹੈਲਥ ਟਿਪ ਆ, ਇਹ ਮੇਰੇ ਕੋਲ ਇੱਧਰ ਪਈ ਹੈ। ਇਹ ਹੈਗੀ ਹੈ ਜੀ ਹਲਦੀ। ਹਲਦੀ ਆਪਾਂ ਆਮ ਹੀ ਘਰਾਂ ਦੇ ਵਿੱਚ ਜਦੋਂ ਆਪਣਾ ਜਿਹੜਾ ਹੁੰਦਾ ਜਿਹਦੇ 'ਚ ਆਪਾਂ ਮਸਾਲੇ ਰੱਖੇ ਹੁੰਦੇ ਆ, ਹਲਦੀ ਜ਼ਰੂਰ ਹੁੰਦੀ ਹੈ, ਕਿਉਂਕਿ ਹਰ ਇੱਕ ਦਾਲ ਸਬਜ਼ੀ ਦੇ ਵਿੱਚ, ਹਰ ਇੱਕ ਕਰੀਜ਼ ਦੇ ਵਿੱਚ ਜਿਹੜਾ ਨਾ ਆਪਾਂ ਇਹ ਹਲਦੀ ਜ਼ਰੂਰ ਪਾਉਂਦੇ ਹਾਂ। ਹਲਦੀ ਦੇ ਬਹੁਤ ਸਾਰੇ ਗੁਣ ਆ, ਬੜੇ ਇਹਦੇ 'ਚ ਬੈਨੀਫਿਟ ਆ। ਇਹ ਐਂਟੀਆਕਸੀਡੈਂਟ ਹੁੰਦੀ ਹੈ, ਸਾਡੇ ਇਮਿਊਨ ਸਿਸਟਮ ਨੂੰ ਬੂਸਟ ਕਰਦੀ ਹੈ, ਸਾਡੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਤੋਂ ਬਚਾਉਂਦੀ ਹੈ, ਕੈਂਸਰ ਵਰਗੇ ਰੋਗ ਤੋਂ ਵੀ ਸਾਨੂੰ ਇਹ ਬਚਾਉਂਦੀ ਹੈ। ਤੇ ਇਸ ਦੇ ਨਾਲ ਜਿਹੜਾ ਸਾਡੇ ਬੋਡੀ ਵਿੱਚ ਕੋਲੈਸਟਰੋਲ ਦਾ ਲੈਵਲ ਹੈ, ਕੋਲੈਸਟਰੋਲ ਨੂੰ ਵੀ ਇਹ ਮੇਨਟੇਨ ਰੱਖਦੀ ਹੈ, ਬਰਾਬਰ ਰੱਖਦੀ ਹੈ। ਔਰ ਜਿਹਨਾਂ ਦਾ ਸ਼ੂਗਰ ਲੈਵਲ ਜਿਹੜਾ ਸਹੀ ਨਹੀਂ ਰਹਿੰਦਾ, ਜਿਹਨਾਂ ਨੂੰ ਡਾਇਬੀਟਿਕ ਹੋ ਜਾਂਦੀ ਹੈ, ਉਹਨਾਂ ਵਾਸਤੇ ਵੀ ਇਹ ਬਹੁਤ ਜ਼ਿਆਦਾ ਵਧੀਆ ਆ। ਹੋਰ ਵੀ ਇਹਦੇ ਬਹੁਤ ਸਾਰੇ ਗੁਣ ਆ ਇਹਦੇ ਵਿੱਚ। ਇਹ ਐਂਟੀ ਬੈਕਟੀਰੀਅਲ ਹੁੰਦੀ ਹੈ, ਐਂਟੀਸੈਪਟਿਕ ਹੁੰਦੀ। ਜਿਵੇਂ ਗੱਲ ਕਰਦੇ ਹਾਂ ਕਿ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਆਮ ਤੌਰ ਤੇ ਜਿਵੇਂ ਅੱਜ ਕੱਲ੍ਹ ਤਾਂ ਜਿਹੜੇ ਹੈਗਾ ਟਿਊਬ ਵਗੈਰਾ ਹੁੰਦੀਆਂ, ਮਲਮ ਹੁੰਦੀਆਂ, ਉਦੋਂ ਜ਼ਿਆਦਾਤਰ ਜੇ ਕਿਸੇ ਦੇ ਕੱਟ ਲੱਗ ਜਾਣਾ ਤਾਂ ਵੀ ਉਹਨਾਂ ਨੇ ਹਲਦੀ ਘਿਓ ਦੇ ਵਿੱਚ ਫੰਬਾ ਲਾ ਕੇ ਤੇ ਉਹਨੂੰ ਬੰਨ੍ਹ ਦੇਣਾ। ਤੇ ਇਸੇ ਤਰ੍ਹਾਂ ਜੇ ਕਿਸੇ ਨੂੰ ਕੋਈ ਸੱਟ ਲੱਗ ਜਾਣੀ ਜਿਹੜੀ, ਤਾਂ ਉਹ ਜਿਹੜੀ ਗੁੰਮ ਸੱਟ ਜਿਹਨੂੰ ਕਹਿੰਦੇ ਆ, ਤੇ ਸਵਾਈਲਿੰਗ ਵਗੈਰਾ ਹੋ ਜਾਣੀ, ਉਹਦੇ 'ਚ ਵੀ ਉਹਨਾਂ ਨਾਲ ਦੁੱਧ ਵਿੱਚ ਘਿਓ ਵਿੱਚ ਮਿਕਸ ਕਰਕੇ ਤੇ ਉਹ ਪਿਲਾ ਦੇਣੀ, ਤੇ ਉਹਦੇ ਨਾਲ ਠੀਕ ਹੋ ਜਾਣਾ। ਤੇ ਮੈਂ ਖਾਸ ਤੌਰ ਤੇ ਮੈਂ ਨਾ ਅੱਜ ਕਾਹਤੋਂ ਲੈ ਕੇ ਆਇਆ ਹੈਲਥ ਟਿਪ ਬਾਰੇ ਦੱਸੂਗਾ। ਪਿਛਲੇ ਵੀਕ ਮੇਰੀ ਥੋੜੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਪਤਾ ਹੀ ਹੈ ਨਾ, ਇਨਫੈਕਸ਼ਨ ਹੋ ਗਈ ਸੀ। Yes, we all know because you passed it on to me as well. ਉਹ ਪਾਸ ਨਹੀਂ ਕੀਤੀ ਮੈਂ, ਤਾਂ ਆਪ ਹੀ ਪਿੰਨੀਆਂ ਜ਼ਿਆਦਾ ਖਾ ਗਈ ਸੀ। ਤਾਂ ਸਾਡੀ ਭੈਣ ਜੀ ਹਰਮਿੰਦਰ ਕੌਰ ਜੀ ਬੱਲ, ਜੋ ਲੀਡਸ ਤੋਂ ਹੈ, ਤਜਿੰਦਰ ਸਿੰਘ ਬੱਲ ਦੀ ਸਿੰਘਣੀ ਭੈਣ ਹਰਮਿੰਦਰ ਕੌਰ ਬੱਲ ਨੇ ਮੈਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਭਾਜੀ ਤੁਹਾਡੀ ਸਿਹਤ ਥੋੜੀ ਠੀਕ ਨਹੀਂ ਸੀ ਤੇ ਮੈਂ ਤੁਹਾਡੇ ਵਾਸਤੇ ਹੈਲਥ ਟਿਪ ਬਣਾ ਕੇ ਲੈ ਆਉਣੀ ਆ। ਮੈਂ ਭੈਣ ਜੀ ਕੋਈ ਨਹੀਂ, ਬਣਾ ਮੈਂ ਆਪੇ ਲਊਂਗਾ, ਮੈਨੂੰ ਦੱਸੋ। ਉਹਨਾਂ ਨੇ ਦੱਸਿਆ ਵੀ ਥੋੜਾ ਜਿਹਾ ਘਿਓ ਲੈ ਕੇ ਉਹਦੇ ਵਿੱਚ ਹਲਦੀ ਜਿਹੜੀ ਹੈ ਪਾ ਕੇ, ਜਿੰਨਾ ਘਿਓ ਲੈਣਾ ਉਹ ਤੋਂ 4 ਗੁਣਾ ਜ਼ਿਆਦਾ ਹਲਦੀ ਪਾਣੀ ਹੈ, ਤਾਂ 30 ਸਕਿੰਟ 40 ਸਕਿੰਟ ਵਾਸਤੇ ਹਲਕੀ ਜਿਹੀ ਅੱਗ ਦੇ ਉੱਤੇ ਮੜਾ ਜਿਹਾ ਭੁੰਨ ਕੇ ਤੇ ਉਹਦੇ 'ਚ ਦੁੱਧ ਪਾ ਕੇ ਬੋਇਲ ਕਰਕੇ ਤੇ ਉਹ ਪੀ ਲੈਣਾ ਆ, ਪੀ ਕੇ ਸੌ ਜਾਣਾ ਆ। ਤੇ ਮੈਂ 3 ਵਾਰੀ ਜਿਹੜਾ ਸੀ ਇਹ ਕੀਤਾ, ਉਹਦੇ ਨਾਲ ਮੈਨੂੰ ਬਹੁਤ ਸਾਰਾ ਰਿਲੀਫ ਮਿਲਿਆ। ਮੇਰੀ ਇਨਫੈਕਸ਼ਨ ਜਿਹੜੀ ਹੈ ਗਲੇ ਦੀ ਉਹ ਠੀਕ ਹੋ ਗਈ। ਤੇ ਭੈਣ ਜੀ ਦਾ ਵੀ ਧੰਨਵਾਦ ਕਰਦੇ ਹਾਂ। ਤੇ ਜਿਹਨੂੰ ਹੋਰ ਕਿਸੇ ਨੂੰ ਕੋਈ ਇੱਦਾਂ ਦੀ ਪ੍ਰੋਬਲਮ ਹੋਵੇ ਤੇ ਉਹ ਜ਼ਰੂਰ ਜਿਹੜਾ ਹੈਗਾ ਇਹ ਤਰੀਕਾ ਅਪਣਾਉਣ, ਤੇ ਤੁਹਾਡਾ ਵੀ ਗਲਾ ਵੀ ਠੀਕ ਹੋਊਗਾ, ਫਲੂ ਠੀਕ ਹੋਊਗਾ। ਤੇ ਤੁਸੀਂ ਇਹਦੇ ਬਾਰੇ ਦੱਸੋ। ਐਂਡ ਵਿੱਚ ਮੈਂ ਥੋੜਾ ਜਿਹਾ ਇਹਦੇ ਬਾਰੇ ਹੋਰ ਦੱਸੂਗਾ, ਖਾਸ ਤੌਰ ਤੇ ਸਕਿਨ ਵਾਸਤੇ ਫਿਰ ਦੱਸਣਾ ਮੈਂ। Bilkul ji, yes. Okie dokie. So we have haldi in the studio, and haldi in English is actually called turmeric. And I would like to point out that Uncle Ji is actually sporting a very, very nice turmeric-coloured dastard this morning. Can we please have the camera on Uncle Ji? Oh, wow. There we go. There you can see his beautifully coloured turmeric haldi dastard this morning. Anyway, the benefits of haldi, of course. They have a lot of benefits in this spice, indeed. And it can actually improve your digestive system. It may help to improve your digestive system. It may help to prevent certain viral things like coughs, colds, and it may help to relieve those symptoms rather as well. It actually can help to boost the immune system, and it's really good for that. It's brilliant for the skin, as Uncle Ji has mentioned as well. I know that a lot of BPR actually use it on their skin as well in face masks. Brilliant for healing wounds as well. Back in hundreds of years ago, it was actually used to heal wounds quickly. And of course, it used to fight things like infections and bacteria as well. So good for that, good for weight management as well. And I know that our guest is trying to say something right now. Go ahead. I just want to say, I think we forget every weddings when you have a watna. Yes. Rice, yeah. Watna de vich ਇਹ ਪਾਈ ਜਾਂਦੀ ਹੈ ਕਿਉਂਕਿ old back means 100 years, 50 years ago, ਜਦੋਂ ਕੋਈ ਵੀ ਕਰੀਮ ਨਹੀਂ ਅਵੇਲੇਬਲ ਹੁੰਦੀ ਸੀਗੀ, ਉਦੋਂ ਚੰਦਨ ਤੇ ਹਲਦੀ ਦਾ ਲੇਪ ਕਰਦੇ ਸੀਗੇ ਕਿ ਤਾਂ ਕਿ ਗਲੋ ਆ ਜਾਏ ਚਿਹਰੇ ਤੇ। ਮੈਨੂੰ ਪਹਿਲਾਂ ਇਹ ਦੱਸੋ, ਤੁਹਾਡੇ ਵਿਆਹ ਨੂੰ ਤੁਹਾਡੇ ਵੀ ਗਲੋ ਕੀਤਾ ਸੀ ਕਿ ਨਹੀਂ ਤੁਹਾਨੂੰ? ਮੇਰਾ ਖਿਆਲ ਕੋਈ ਵੀ ਐਸਾ ਧਰਤੀ ਤੇ ਦੂਜਿਆਂ ਦੀ ਛੱਡੋ, ਤੁਸੀਂ ਆਪ ਹੀ ਗੱਲ ਕਰੋ। ਯਸ, ਮੇਰੇ ਵੀ ਕੀਤਾ ਸੀ ਕਿ ਮੈਂ ਮੇਰੀ ਪ੍ਰੋਡਕਸ਼ਨ ਕੰਪਨੀ ਵਿੱਚ ਵੀਡੀਓ ਵੀ ਬਣਾਉਣਾ, ਪਰ ਮੈਂ ਬੜਿਆਂ ਨੂੰ ਪੁੱਛਿਆ ਵੀ ਇਹ ਤੁਸੀਂ ਕਿਉਂ ਲਾਉਂਦੇ ਹੋ? ਕਹਿੰਦੇ ਟ੍ਰੈਡੀਸ਼ਨ ਹੈ।
ਤੇ ਮੈਂ ਕਿਹਾ ਕੈਰੀ ਔਨ ਕਿਉਂ ਕਰ ਰਹੇ ਹਜੇ ਤੱਕ? ਕਹਿੰਦੇ ਜੀ ਟ੍ਰੈਡੀਸ਼ਨ ਹੈ। ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਕਿਉਂ ਲਾਉਂਦੇ ਆ ਵਟਣਾ। ਵਟਣਾ ਇਸ ਕਰਕੇ ਲਾਇਆ ਜਾਂਦਾ ਸੀ ਕਿ ਪੁਰਾਣੇ ਜ਼ਮਾਨੇ 'ਚ ਕੋਈ ਕਰੀਮ ਨਹੀਂ ਹੁੰਦੀ ਸੀਗੀ ਤੇ ਜਿਹੜਾ ਵਿਆਹ ਹੁੰਦਾ ਸੀ ਉਹਨੂੰ ਥੋੜਾ ਚਮਕਦਾ ਦੇਖਣਾ ਚਾਹੁੰਦੇ ਸੀ ਤੇ ਉਸ ਵੇਲੇ ਦੱਸੇ ਹਲਦੀ ਵਟਣਾ ਚੰਦਨ 3 ਵਾਰੀ ਲਾਇਆ ਜਾਂਦਾ ਸੀ ਸਾਰੀ ਬੋਡੀ ਤੇ, ਕਿ 3 ਦਿਨਾਂ 'ਚ ਉਹਦੀ ਬੋਡੀ ਜਿਹੜੀ ਨਿਖਾਰ ਆ ਜਾਂਦਾ ਸੀ ਤੇ ਪਤਾ ਲੱਗਦਾ ਸੀ ਕੁੜੀ ਵਿਆਹ ਵਾਲੀ ਹੈ, ਮੁੰਡਾ ਵਿਆਹ ਵਾਲਾ। ਉਹ ਡਿਸਕ ਜਾਂਦੇ ਸੀ ਤੇ ਇਹ ਟ੍ਰੈਡੀਸ਼ਨ ਅਜੇ ਤੱਕ ਕੈਰੀ ਕਰਦੇ, ਕਿਸੇ ਨੂੰ ਪਤਾ ਨਹੀਂ ਕਿਉਂ ਲਾਉਂਦੇ ਆ। ਬਿਲਕੁਲ। ਮੈਂ ਕਹਿੰਦਾ ਇਹਨੇ ਕੱਲੀ ਕੁੜੀਆਂ ਦੀ ਗੱਲ ਕੀਤੀ, ਮੈਂ ਗੱਲ ਕਰਨੀ ਸੀ ਕਹਿੰਦੇ ਬੀਬੀਆਂ ਲਾਉਂਦੀਆਂ, ਬੀਬੇ ਵੀ ਲਾਉਂਦੇ ਆ। ਬੀਬੇ ਵੀ ਲਾਉਂਦੇ, ਯੈਸ ਆਫ ਕੋਰਸ। ਔਰ ਵੈਸੇ ਵੀ ਨਾ ਇਹ ਐਂਟੀਸੈਪਟਿਕ ਹੁੰਦਾ, ਕਿਸੇ ਤਰ੍ਹਾਂ ਦੇ ਜਰਮ ਹੁੰਦੇ ਆ ਕੋਈ ਹੋਰ, ਉਹਨਾਂ ਨੂੰ ਵੀ ਦੂਰ ਕਰਦੇ ਜਦੋਂ ਲਾਉਂਦੇ ਸੀ ਤੇ ਨਾਲ ਉਹ ਫੇਸ ਦੇ ਉੱਤੇ ਵਾਕਈ ਬੜੀ ਗਲੋ ਆਉਂਦੀ। ਅੰਕਲ ਜੀ ਟੈਲ ਅਸ ਅਬਾਊਟ ਯੂਰ ਵੈਡਿੰਗ ਦੈਨ। ਮੈਨੂੰ ਪੁੱਛਣਾ ਕੋਈ, ਮੈਂ ਕਰਨਾ ਜੀ, ਮੈਂ ਕਿਹਾ ਉਦੋਂ ਇੰਨਾ ਗਲੋ ਨਹੀਂ ਸੀ ਗਲੋ ਕਰਦਾ। ਇੰਡੀਆ ਦੇ ਵਿੱਚ ਨਾ ਥੋੜਾ ਧੁੱਪ ਜ਼ਿਆਦਾ ਹੁੰਦੀ ਹੈ, ਧੁੱਪ ਨਾਲ ਥੋੜਾ ਬਲੈਕ ਪੈ ਜਾਂਦਾ ਹੈ, ਕਾਲਾ ਹੋ ਜਾਂਦਾ। ਪਰ ਉਹਨਾਂ ਨੇ ਜਿਹੜਾ ਸੀ ਰਗੜ ਕੇ ਨਾ ਚੰਗਾ ਹਲਦੀ ਚੰਦਨ, ਮੈਂ ਕਹਿੰਦਾ ਪੁੱਛੋ ਕੋਈ ਨਾ, ਸਾਰਾ ਸਰੀਰ ਚਮਕਾਤਾ, ਹੱਥ ਪੈਰ ਸਭ। ਤੇ ਇੱਥੇ ਦੇ ਚ ਹੋਰ ਫਰਕ ਹੈ, ਇੱਥੇ ਤੇ ਸਿਰਫ ਮਾਈਆਂ ਲਾਉਂਦੇ ਆ ਨਾ, ਇੰਡੀਆ ਦੇ ਵਿੱਚ ਲਾ ਕੇ ਨਾ ਵਟਣਾ ਫਿਰ ਨਵਾਉਂਦੇ ਵੀ ਆ ਉੱਥੇ ਬਿਠਾ ਕੇ, ਸਾਰੀ ਬਾਡੀ ਤੇ ਲੇਪ ਕਰਦੇ। ਇੱਥੇ ਮੈਂ ਦੇਖਿਆ ਮੇਰਾ ਕੋਈ ਕੁੜੀ ਜਿਹੜੀ ਲਵਾਉਂਦੀ ਉਹ ਮਾੜਾ ਮਾੜਾ ਇੱਥੇ ਐ ਕਰ ਦਿੰਦੇ, ਬਸ ਥੋੜਾ ਐ ਕਰ। ਈਵਨ ਕਿ ਤੇਲ, ਸਰੋਂ ਦਾ ਤੇਲ ਤੇ ਇਹਦਾ ਮਿਕਸਚਰ ਸੀ। ਸਰੋਂ ਦਾ ਤੇਲ ਇਸ ਕਰਕੇ ਲਾਉਂਦੇ ਸੀ ਕਿ ਵਾਲਾਂ ਦੇ ਵਿੱਚ ਸ਼ਾਈਨਿੰਗ ਆ ਜਾਂਦੀ ਸੀ, ਇਹਦੇ ਨਾਲ ਫੇਸ ਤੇ ਗਲੋ ਆ ਜਾਂਦਾ ਸੀ। ਤੇ ਇਹ ਮੇਕਅਪ ਹੁੰਦਾ ਸੀ ਐਕਚੁਅਲੀ ਵਿਆਹ ਵਾਲੇ ਬੰਦੇ। ਜਿਹਦਾ ਮੜਾ ਰੰਗ ਵੀ ਕਾਲਾ ਹੋ ਜਾਣਾ, ਉਹ ਵੀ ਰੰਗ ਮੜਾ ਪੀਲਾ ਜਿਹਾ ਪੀਲਾ। ਦੱਸ ਇਟਸ ਨਾਈਸ। ਕੁੜੀ ਭਾਵੇਂ ਕਾਲੀ ਹੋਏ ਤੇ ਕਹਿੰਦੇ ਕੁੜੀ ਬਹੁਤੀ ਜੀ ਸੋਹਣੀ ਆਈ ਹੈ, ਸ਼ਾਈਨਿੰਗ ਸ਼ਾਈਨਿੰਗ। ਇਹ ਨਹੀਂ ਪਤਾ ਉਹਦਾ ਹਲਦੀ ਦਾ ਰੰਗ ਚੜਾਇਆ ਹੈ। ਬਿਲਕੁਲ ਜੀ, ਯੈਸ। ਸੋ देयर ਵੀ ਹੈਵ ਇਟ, ਅ ਟਿਪ ਫਰਮ ਆਰ ਗੈਸਟ ਦਿਸ ਮਾਰਨਿੰਗ। ਥੈਂਕ ਯੂ। ਬਿਲਕੁਲ, ਮੈਂ ਇਹੀ ਦੱਸਣਾ ਸੀ, ਭਾਈ ਸਾਹਿਬ ਨੇ ਮੇਰੇ ਤੋਂ ਪਹਿਲਾਂ ਦੱਸਤਾ, ਇਹ ਨੰਬਰ ਲੈ ਗਿਆ। ਬਹੁਤ ਵਧੀਆ ਹੈ ਨਾ। ਸੌਰੀ ਜੀ, ਨਹੀਂ ਬਹੁਤ ਵਧੀਆ ਹੈ। ਸਪੋਰਟਸ ਪਰਸਨ ਜਦੋਂ ਵੀ ਸੱਟਾਂ ਬਾਹਰ ਦੀਆਂ ਜਿਹੜੀਆਂ ਤੇ ਸੌਦਾ ਹੀਲ ਹੋ ਜਾਂਦੇ, ਜਿੱਦਾਂ ਤੁਸੀਂ ਕਿਹਾ ਵਾ। ਤੇ ਸਾਡੇ ਤਕਰੀਬਨ ਮੋਸਟ ਪਲੇਅਰ ਰਾਤ ਨੂੰ ਚਿਮਚਾ ਲੈ ਕੇ ਗਲਾਸ ਚ ਪਾ ਕੇ ਘੋਲ ਕੇ ਪੀ ਲੈਂਦੇ ਸੀ, ਤਾਂ ਕਿ ਜਿਹੜੇ ਅੰਦਰ ਦੇ ਬਰੂਜ਼ ਹੈਗੇ ਆ, ਇੰਟਰਨਲ ਬਰੂਜ਼, ਉਹ ਇਹ ਠੀਕ ਕਰਦੇ। ਤੇ ਬਾਕੀ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ, ਜਿਵੇਂ ਕਬੱਡੀ ਦੀ ਗੱਲ ਕਰਦੇ ਆ ਆਪਾਂ, ਤੇ ਕਬੱਡੀ ਨੂੰ ਤੁਸੀਂ ਪ੍ਰਮੋਟ ਕਰਦੇ ਜੀ ਸਾਰਾ ਕੁਝ। ਤੁਸੀਂ ਆਪ ਵੀ ਕਬੱਡੀ ਖੇਡਦੇ ਰਹੇ ਜੀ? ਯੈਸ, ਮੈਂ ਨੈਸ਼ਨਲ ਪਲੇਅਰ ਸੀ ਜੀ ਇੰਡੀਆ ਚ। ਨੈਸ਼ਨਲ ਪਲੇਅਰ ਸੀ? ਉਹ ਲੱਗਦੇ ਤੇ ਨਹੀਂ ਆਏ ਬੜੇ, ਤੁਸੀਂ ਤਾਂ ਸਕਿਨੀ ਜੇ ਲੱਗਦੇ ਜੇ ਹੈ, ਤੇ ਵੇਖਣ ਚ ਤਾਂ ਲੱਗਦੇ ਨਹੀਂ ਪਲੇਅਰ। ਅੱਛਾ ਜੀ, ਥੋੜਾ ਆਪਣੇ ਬੈਕਗ੍ਰਾਉਂਡ ਬਾਰੇ ਦੱਸੋ ਜੀ ਤੁਸੀਂ। ਇਦਾਂ ਹੈਗਾ ਕਿ ਟੈਕਨੀਕ ਤੇ ਸਟਰੈਂਥ, ਟੂ ਡਿਫਰੈਂਟ ਕੈਟਾਗਰੀਜ਼ ਹੈਗੀਆਂ। ਟੈਕਨੀਕ ਜਿਹੜੀ ਹੈਗੀ ਹੈ ਉਹ ਐਵਰੀਥਿੰਗ ਵਿਨ ਕਰ ਸਕਦੀ ਹੈ। ਜਿੱਥੋਂ ਤੱਕ ਮੈਨੂੰ ਪਤਾ ਹੁੰਦਾ ਤੁਸੀਂ ਉਸ ਟਾਈਮ ਮਤਲਬ ਐਜ਼ ਏ ਰੇਡਰ ਹੋਣੇ ਆ, ਰੇਡ ਪਾਉਂਦੇ ਹੋਣੇ ਆ। ਤੇ ਜਿਹੜੀ ਸਟਰੈਂਥ ਹੈਗੀ ਹੈ, ਸਟਰੈਂਥ ਆਲਵੇਜ਼ ਡਿਫੀਟ ਹੋ ਜਾਂਦੀ ਹੈ ਟੈਕਨੀਕ ਵੱਲੋਂ। ਫਾਰ ਐਗਜ਼ਾਮਪਲ ਐਲੀਫੈਂਟ ਕਿੰਨਾ ਪਾਵਰਫੁਲ ਹੈ, ਪਰ ਮੇਰੇ ਵਰਗਾ ਆਦਮੀ ਉਹਨੂੰ ਟੈਕਨੀਕ ਨਾਲ ਰੱਸੀ ਪਾਈ ਫਿਰਦਾ ਤੇ ਘੁਮਾਈ ਫਿਰਦਾ ਛੱਡ ਕੇ। ਕੀ ਬਾਤ ਹੈ। That's brilliant. So any game is technique. Any game is technique. So it's brain over ball. There is strength, but technique is more than strength. ਵਾਓ, ਬਹੁਤ ਵਧੀਆ ਜੀ। ਤੇ ਤੁਸੀਂ ਰੇਡਰ ਸੀ ਕਿ ਜਾਂ ਤੁਸੀਂ ਸਟਾਪਰ ਵੀ ਸੀ? ਇਦਾਂ ਜੀ, ਪਹਿਲਾਂ ਤਾਂ ਮੈਂ ਸਿੱਖ ਚੈਨਲ ਦੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਦੇ ਕਰਕੇ ਇਹ ਅੱਜ ਬੂਟਾ ਗਾਂ ਜਾ ਰਿਹਾ। ਤੇ ਪਿਛਲੀ ਵੀਕ ਸਾਊਥ ਚ ਇੱਕ ਹੋਰ ਸਟੂਡੀਓ ਖੁੱਲਿਆ ਤੇ ਸਾਰੇ ਇਹਨਾਂ ਦੀ ਕਰ ਕਿਰਪਾ ਨਾਲ ਹੈ ਤੇ ਹੋਰ ਮਾਇਆ ਜਿਹੜੀ ਹੈ ਦੇਣ, ਤਾਂ ਕਿ ਇਹ ਚੱਲਦਾ ਰਹੇ, ਵਾਧਾ ਹੁੰਦਾ ਰਹੇ। ਤੇ ਤੁਹਾਡੇ ਵਰਗੇ ਜਿਹੜੇ ਸੇਵਾ ਕਰਦੇ ਨੇ ਫ੍ਰੀਲਾਂਸਰ, ਠੀਕ ਹੈ ਨਾ, ਤੇ ਹੋਰ ਵੀ ਸਾਨੂੰ ਚਾਹੀਦੇ ਨੇ ਜਿਹੜੇ ਤੁਹਾਨੂੰ ਵੀ ਉਤਸ਼ਾਹ ਕਰਨ, ਹੋਰ ਲੋਕੀ ਦੇਖਣ। ਤੇ ਅੱਜ ਮੈਂ ਧੰਨਵਾਦ ਕਰਦਾ ਸਾਰੀ ਟੀਮ ਦਾ ਔਰ ਤੁਹਾਡਾ, ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ, ਜਿਨ੍ਹਾਂ ਦੇ ਘਰ ਕਮਲਾਂ ਮੈਂ ਇੱਥੇ ਆਇਆ ਹੈਗਾ। ਠੀਕ ਹੈ। ਤੇ ਹੁਣ ਤੁਸੀਂ ਜਿਹੜਾ ਸਵਾਲ ਪੁੱਛਿਆ ਕਬੱਡੀ ਬਾਰੇ, ਜਿੱਦਾਂ ਅਸੀਂ ਗੱਲ ਕਰਦੇ ਸਾਡੇ ਪੰਜਾਬ ਦੀ, ਸਾਡੀ ਮਾਂ ਬੋਲੀ ਦੀ। ਸੋ ਮਾਂ ਬੋਲੀ ਦੇ ਨਾਲ ਨਾਲ ਸਾਡੀ ਇੱਕ ਪਿਤਾ ਪੁਰਖੀ ਗੇਮ ਵੀ ਹੈ ਕਬੱਡੀ। ਹਾਂਜੀ, ਹਰ ਕੋਈ ਬੰਦਾ ਇਹਨੂੰ ਕਹਿੰਦਾ। ਤੇ ਇਹਦੇ ਚ 2 ਕਬੱਡੀਆਂ ਹੈਗੀਆਂ, ਇੱਕ ਸਰਕਲ ਕਬੱਡੀ ਹੈਗੀ ਹੈ, ਇੱਕ ਰੈਕਟੈਂਗੂਲਰ ਕਬੱਡੀ ਹੈਗੀ ਹੈ। ਆਮ ਕਰਕੇ ਸਭ ਨੂੰ ਸਰਕਲ ਕਬੱਡੀ ਦਾ ਪਤਾ, ਰੈਕਟੈਂਗੂਲਰ ਕਬੱਡੀ ਦਾ ਪਤਾ ਨਹੀਂ ਹੈਗਾ। ਰੈਕਟੈਂਗੂਲਰ ਕਬੱਡੀ ਜਿਹਨੂੰ ਕੋਈ ਨੈਸ਼ਨਲ ਕਬੱਡੀ ਵੀ ਕਹਿੰਦੇ ਆ, ਡੱਬੇ ਵਾਲੀ ਕਬੱਡੀ ਕਹਿੰਦੇ ਆ, ਪਰ ਰੈਕਟੈਂਗੂਲਰ ਕਬੱਡੀ ਇਜ਼ ਪਲੇਜ਼ ਓਵਰ ਇੰਟਰਨੈਸ਼ਨਲ। So I used to play rectangular kabaddi. I was a player rectangular kabaddi, not the circle kabaddi. I played for ਉਹੀ ਜਿਹਦੇ ਚ ਇੱਕ ਜਣਾ ਜਾਂਦਾ ਤੇ ਸਾਰੇ ਖੜੇ ਹੁੰਦੇ ਆ। 7 players both sides. 7 ਪਲੇਅਰ ਫੜ ਸਕਦੇ ਆ ਨਾ। Raiders ਉਹਦੇ ਚ ਬੜੀ ਟੈਕਨੀਕ ਮੈਂ ਵੀ ਖੇਡਦਾ ਰਿਹਾ, ਮੈਂ ਵੀ ਗੋਡੇ ਗਿੱਟੇ ਛਡਾਏ ਆ, ਏਦਾਂ ਦੀ ਗੱਲ ਨਹੀਂ। ਇੰਡੀਆ ਦੇ ਵਿੱਚ, ਏਸ਼ੀਆ ਦੇ ਵਿੱਚ ਜਿਹੜੀ ਐਜ਼ ਅ ਸਕੂਲ, ਕਾਲਜ, ਯੂਨੀਵਰਸਿਟੀ ਤੇ ਏਸ਼ੀਅਨ ਗੇਮਾਂ ਚ
rectangular kabaddi khedi jandi hai. Oh, I see. So that's more popular than the circle one. Yeah. So but then we all know the circle one. Yeah, the circle kabaddi just play in Punjab and then the neighbor half Haryana. And the rest of 24 states, they don't play that. Oh, I see. So they play rectangular kabaddi. Sure. Okay. So when we came over this side, means abroad, ਇੱਥੇ settle ਹੋ ਗਏ. So everybody starts playing circle kabaddi. Because everybody knows circle kabaddi. ਕਿ ਅਸੀਂ ਜ਼ਿਆਦਾ ਪੰਜਾਬੀ ਪੰਜਾਬ ਤੋਂ ਆਏ ਆ. ਪਰ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਗੇਮ ਨੂੰ ਅਸੀਂ officially ਕਿਤੇ ਲੈ ਕੇ ਜਾਈਏ, ਉਹ ਕਿਤੇ ਲਿਆਈਏ. ਸੋ ਮੇਰੇ ਮਨ ਦੀ ਇੱਛਾ ਸੀ ਜਦੋਂ ਮੈਂ ਇੱਥੇ ਆਇਆ ਸੀ, I want to do something different ਔਰ ਇਹਨੂੰ ਵੀ ਕਿਤੇ ਨਾ ਕਿਤੇ ਲੈ ਕੇ ਜਾਣਾ. Bilkul ji. And Baisapji, how did you actually first get into kabaddi? I mean, was it just purely through your school, or when did you start from a young age? No, I started in India. I used to play basketball, but something happened in basketball, and then next court they was playing kabaddi. Maybe school time te. School time te. School time and then ਉਸ time ਤੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਬੋਲਾ ਭਾਜੀ, ਫਿੱਡੂ, ਸ਼ਵਦੇਵ, ਇਹ ਸਾਰੇ ਉਸ ਟਾਈਮ ਤੇ ਖੇਡਦੇ ਹੁੰਦੇ ਸੀ. ਮੈਂ ਜੂਨੀਅਰ ਹੁੰਦਾ ਸੀ ਤੇ ਸੇਮ ਕੋਚ ਜਿਹਨੇ ਇਹਨਾਂ ਨੂੰ ਟ੍ਰੇਨ ਕੀਤਾ, ਹਾਂ ਸਰਕਲ ਕਬੱਡੀ ਸਿਖਾਉਂਦੇ, ਨਾਲ ਹੀ ਸਰਕਲ ਨਾਲ ਟ੍ਰਾਇੰਗਲ ਹੁੰਦੇ ਸੀ. ਤੇ ਜਿਹੜੇ ਅਸੀਂ ਸਰਕਲ ਵੀ ਖੇਡਦੇ, ਰੈਕਟੈਂਗਲ ਵੀ, ਪਰ ਮੈਂ ਜ਼ਿਆਦਾ ਟ੍ਰਾਇੰਗਲ ਨੂੰ ਹੀ ਮੋਸਟ ਕਰਦਾ ਸੀ. ਤੇ ਸਾਡੇ ਕੋਚ ਇੱਕੋ ਹੀ ਨੇ ਜਿਨ੍ਹਾਂ ਦਾ ਨਾਮ ਸਰਬਨ ਸਿੰਘ ਬਲ, ਹੁਣੇ ਆ ਕੇ ਗਏ ਨੇ. ਸੋ ਉਹਨਾਂ ਨੇ ਸਾਰੇ ਤਕਰੀਬਨ ਪ੍ਰੋਡਿਊਸ ਕੀਤੇ ਨੇ, ਗਿਆਨੀ ਮੋਠਾਂ ਵਾਲਾ, ਹੋਰ ਕਿੰਨੇ. ਕਬੱਡੀ 'ਚ ਕੋਈ ਵੀ ਹੋਣਾ ਜਿਹੜਾ ਉਹਨੂੰ ਨਹੀਂ ਜਾਣਦਾ ਹੋਣਾ. ਤੇ ਮੈਂ ਵੈਸੇ ਹਿੱਟ ਕਰਦਾ ਹੁੰਦਾ ਸੀ, ਮੈਂ ਕਿਹਾ ਕੀ ਲਿਬੜੇ ਰਹਿੰਦੇ ਆ, ਇਹ ਪਿੰਡ ਦੀ ਗੇਮ ਹੈ, ਸ਼ਹਿਰ ਦੀ ਗੇਮ ਨੇ, ਸ਼ਹਿਰ ਹੀ ਕਬੱਡੀ ਨਹੀਂ ਖੇਡਦੇ. ਸੋ ਐਨੀਵੇ ਉਹਨਾਂ ਦੀ ਇਨਸਪਾਇਰੇਸ਼ਨ ਨਾਲ ਮੈਂ ਕਬੱਡੀ 'ਚ ਚਲਾ ਗਿਆ. ਉੱਥੋਂ ਫਿਰ ਅਸੀਂ ਮਨ ਦੀ ਲਗਨ ਸੀ ਕਿ ਮੈਂ ਨੈਸ਼ਨਲ ਪਲੇਅਰ ਬਣਨਾ. ਸੋ ਆਈ ਫਸਟ ਪਲੇਡ ਰੂਰਲ ਨੈਸ਼ਨਲ, ਉੱਥੇ ਰੂਰਲ ਨੈਸ਼ਨਲ ਗੇਮ ਹੁੰਦੀ ਹੈ. ਫਿਰ ਮੈਂ ਸਕੂਲ ਨੈਸ਼ਨਲ ਖੇਡੀ, ਫਿਰ ਮੈਂ ਯੂਨੀਵਰਸਿਟੀ 'ਚ ਖੇਡੀ. ਸੋ ਬਸ ਉਸ ਤੋਂ ਬਾਅਦ ਵਿਆਹ ਹੋ ਗਿਆ, ਇੱਥੇ ਆ ਗਏ. ਵਾਹ ਜੀ, ਵਿਆਹ ਤੋਂ ਬਾਅਦ ਫਿਰ ਸਭ ਕੁਝ ਬੰਦ? ਨਹੀਂ, ਇੱਥੇ ਆ ਕੇ ਇਹ ਚੀਜ਼ ਮੇਰੇ ਮਨ 'ਚ ਸੀ ਕਿ ਜਿਹੜੀ ਚੀਜ਼ ਮੈਂ ਉੱਥੋਂ ਲੈ ਕੇ ਆਇਆ ਇਹਨੂੰ ਅੱਗੇ ਲੈ ਕੇ ਜਾਣਾ ਹੈ. ਪਰ ਇੱਥੇ ਕੋਈ ਸੋਰਸ ਨਹੀਂ ਸੀ ਹੈਗਾ. ਸਮਰ 'ਚ ਖੇਡਦੇ ਆ ਜਾਂ ਸਰਕਲ ਕਬੱਡੀ ਅਜੇ ਵੀ ਖੇਡਦੇ ਆ ਤੇ ਛੱਡੀ ਜਾਂਦੀ ਸੀ, ਪਰ ਮੇਰੇ ਮਨ ਸੀ ਕਿ ਇਹਨੂੰ ਗਾਂ ਲੈ ਕੇ ਜਾਣਾ. ਦੈਨ ਮੈਂ ਕੀ ਕੀਤਾ ਕਿ ਵੀ suppose she didn't know that kabaddi, what's a kabaddi, she don't want to play kabaddi, but you want to watch. So how are you going to watch if you don't know? You need to know the rule and regulation. Then you can take up, oh no, that's wrong, that's right. So then I made one documentary, what's the kabaddi, where is the kabaddi coming from, kabaddi ਕੀ ਹੈ, ਕਿੱਥੋਂ ਆਈ, ਕਿੱਦਾਂ ਖੇਡੀ ਦੀ ਹੈ, ਕੀ ਬੈਨੀਫਿਟ ਹੈ ਇਹਦੇ. So I made myself a documentary ਆਪਣੇ ਪੈਸੇ. ਮੈਂ ਇਹ ਬਣਾਈ ਸੀਗੀ 96 ਦੇ ਵਿੱਚ. ਅੱਛਾ ਜੀ. ਫਿਰ ਉਹ ਜਿਹੜੀ ਸੀਗੀ ਡਾਕੂਮੈਂਟਰੀ, ਮੈਂ ਇੱਕ ਆਰਮੀ ਫੰਕਸ਼ਨ ਤੇ ਇਨਵਾਈਟ ਕੀਤਾ ਗਿਆ ਸੀ ਤੇ ਮੇਰੇ ਤੇ ਬੈਜ ਲੱਗਾ ਸੀ ਸ਼ੋਕਦਾਸ ਕਬੱਡੀ. ਤੇ ਮੈਨੂੰ ਬਰਗੇਡੀ ਸਾਹਿਬ ਕਹਿੰਦੇ ਵੀ ਵਾਟਸ ਅ ਕਬੱਡੀ. ਸੋ ਮੈਂ ਥੋੜਾ ਐਕਸਪਲੇਨ ਕੀਤਾ. ਫਿਰ ਮੈਂ ਕਿਹਾ ਵੀ ਸਿਮਿਲਰ ਲਾਈਕ ਯੂਰ ਸੋਲਜਰ, ਮਾਈ ਸੋਲਜਰ, ਸੋ ਮਾਈ ਸੋਲਜਰਸ ਪਲੇ ਕਬੱਡੀ. ਇਸ ਹਾਊ ਕਮ, ਸੋ ਸਰ ਕੈਨ ਯੂ ਡੈਮੋਸਟ੍ਰੇਟ. ਸੋ ਮੈਂ ਉੱਥੇ 5 ਮਿੰਟ ਡੈਮੋਸਟ੍ਰੇਟ ਕੀਤੀ. ਸੋ ਦੇ ਸੈਡ ਵਾਟਸ ਡਿਫਰੈਂਟ ਦੈਨ. I said, my soldier got 3 eyes. He says, can't believe it. ਤੇਰੇ 3 ਅੱਖਾਂ ਕਿੱਦਾਂ ਹੋ ਸਕਦੀਆਂ? ਸੋ ਮੈਂ ਉਹਨੂੰ ਕਰਕੇ ਦੱਸਿਆ ਕਿ ਇੱਕ ਪਲੇਅਰ ਦੀਆਂ 3 ਅੱਖਾਂ ਕਿੱਦਾਂ ਹੁੰਦੀਆਂ, 2 ਇੱਥੇ, ਤੀਸਰੀ ਅੱਖ ਪਿੱਛੇ ਕਿੱਦਾਂ ਹੈਗੀ ਆ. ਸੋ ਹੀ ਵਾਸ ਸੋ ਇੰਪ੍ਰੈਸ. ਫਿਰ ਉਹ ਕਹਿੰਦਾ ਕਿ ਵੀ ਮੈਨੂੰ ਤੂੰ ਕੋਈ ਮਟੀਰੀਅਲ ਦੇ. ਮੈਂ ਉਹਨਾਂ ਨੂੰ DVD ਦਿੱਤੀ. 2 ਮਹੀਨੇ ਬਾਅਦ ਲੈਟਰ ਆਇਆ, ਕੈਨ ਯੂ ਕਮ ਐਂਡ ਟ੍ਰੇਨ ਆਵਰ ਸੋਲਜਰ, ਬਟ ਵੀ ਕਾਂਟ ਗਿਵ ਯੂ ਐਨੀਥਿੰਗ. ਬਟ ਫਿਰ ਉੱਥੋਂ ਮੈਂ ਇਹ ਸ਼ੁਰੂ ਕੀਤੀ. ਫਿਰ ਉਹਨਾਂ ਨੂੰ ਮੈਂ ਦੱਸਿਆ ਕਿ ਇਹ ਕਬੱਡੀ ਹੈ 1936 ਦੇ ਵਿੱਚ ਬਰਲਿਨ ਓਲੰਪਿਕ ਦੇ ਵਿੱਚ ਹਿਟਲਰ ਨੇ ਖੜਾਈ. 1936 Berlin, Germany. That's a piece of because history. Yes, Hitler know that was a kabaddi. Because this kabaddi came from Mahabharata, Lord Krishna time. So Mahabharata ਜਿਹੜੀ big fight ਹੋਈ ਸੀ, ਉਹਦੇ ਵਿੱਚ ਇਹਦਾ ਇਸਤੇਮਾਲ ਕੀਤਾ ਗਿਆ ਸੀ ਇਹਦਾ ਕਿ defeat ਕਰਨ ਵਾਸਤੇ. And of course, it's a game, like you said, that requires a lot of brain power, tactics. Yes. You need that. I mean, Uncle Ji said you're very skinny, but you actually need that in your mind, don't you? It's skill. Yeah. It's skill because 7 against 1. 14 eyes against 2 eyes. So you have to disturb them. You have to find between 30 seconds, between in your one breath.
So in that kabaddi, you have to chant kabaddi, Yes. kabaddi, kabaddi, kabaddi. Yeah. So you doing kabaddi, kabaddi, you not taking a breath, holding a breath is a hard task. Must be very nerve-wracking. Yeah, ਥੋੜਾ ਹੁਣ ਤਾਂ ਫਰਕ ਪੈ ਗਿਆ ਜਿਹੜਾ ਹੁਣ ਤਾਂ ਸਾਹ ਵੀ ਨਹੀਂ ਲੈਂਦੇ ਬਸ ਨਾ ਸਰਕਲ ਕਬੱਡੀ ਚ ਸਰਕਲ ਕਬੱਡੀ ਚ ਉਹਨਾਂ ਆਪਣੇ ਰੂਲ ਚੇਂਜ ਕਰਦੇ ਪਤਾ ਮੈਨੂੰ ਸਾਹ ਵੀ ਫਿਰ ਬਹੁਤ ਕਵਿਕ ਹੁੰਦਾ ਹੈ ਜਿਵੇਂ ਉਹ 7 ਜਣੇ ਖੜੇ ਆ ਇੱਕ ਕੋਰਨਰ ਤੇ ਜਾਣਾ ਹੈ ਉਹਨੇ ਕੋਸ਼ਿਸ਼ ਕਰੇ ਲੱਤ ਫੜਨ ਦੀ ਉਹਨੇ ਦੂਜੇ ਨੂੰ ਪਵਾ ਕੇ ਫੜਨਾ ਉਹਨੇ ਉੱਥੋਂ ਵੀ ਦੇਖਣਾ ਆ ਉਹ ਉੱਤੇ ਵਾਲੇ ਵੀ ਦੇਖਣਾ ਕਿ ਉੱਪਰ ਵਾਲਾ ਨਾ ਆ ਜਾਵੇ ਬਹੁਤ ਹਾਰਡ ਹੈ watch back as well while you run you watch back as well and then kick. Yeah, that's very difficult. And what about females playing the sport as well? Yeah, they do. Popular, they do. ਤੁਸੀਂ ਬਣਾਈ ਟੀਮ ਕੋਈ ਕੁੜੀਆਂ ਦੀ ਵੀ ਕੋਈ? Yes, ਇੱਥੇ ਕੀ ਹੋਇਆ ਫਿਰ ਆਰਮੀ ਕਬੱਡੀ ਖੇਡਣ ਲੱਗ ਪਈ ਮੈਂ ਟ੍ਰੇਨ ਕਰਨ ਲੱਗ ਪਿਆ ਉਹਨਾਂ ਨੂੰ ਸੋ ਇਸ ਵੇਲੇ 9 ਰੈਜੀਮੈਂਟ ਆਰਮੀਜ਼ ਖੇਡਦੀਆਂ ਵਾਹ ਕੁਝ ਸਾਲ ਪਹਿਲਾਂ 4 ਸਾਲ ਪਹਿਲਾਂ ਕਿਸੇ ਨੇ ਮੈਨੂੰ ਕਿਹਾ ਕਿ ਸਰਕਲ ਕਬੱਡੀ ਖਿਡਾਓ ਮੈਂ ਕਿਹਾ ਵੀ ਮੈਂ ਤੇ ਇੰਨਾ ਨਹੀਂ ਖੇਡਿਆ ਮੈਂ ਇੰਨਾ ਐਕਸਪਰਟ ਨਹੀਂ ਪਰ ਐਨੀਵੇ ਮੈਂ ਕੁੜੀਆਂ ਲੱਭੀਆਂ ਅਸੀਂ ਸਰਕਲ ਕਬੱਡੀ ਖਿਡਾਈ ਅਸੀਂ ਅਮਰੀਕਾ ਗਏ ਅਸੀਂ ਵਿਨ ਕੀਤਾ ਉੱਥੋਂ ਪਾਪੂਲਰ ਹੋਈ ਵੀ ਵੈਂਟ ਟੂ ਕੈਨੇਡਾ ਉੱਥੇ ਵਿਨ ਕੀਤਾ ਸੋ ਉੱਥੋਂ ਇੰਨੀ ਪਾਪੂਲਰ ਹੋਈ ਹੁਣ ਸਰਕਲ ਕਬੱਡੀ ਦੀ ਜਿਹੜੀ ਇੰਗਲਿਸ਼ ਟੀਮ ਹੈਗੀ ਹੈ ਮੈਂ ਉਹਨੂੰ ਟ੍ਰੇਨ ਕਰਦਾ 2 ਵਰਲਡ ਕੱਪ 'ਚ ਅਸੀਂ ਹਿੱਸਾ ਲੈ ਚੁੱਕੇ ਹਾਂ ਫਸਟ ਟਾਈਮ ਤੇ ਅਸੀਂ ਸੈਕੰਡ ਆਏ ਸੀ ਰਨਰ ਅਪ ਲਾਸਟ ਈਅਰ 3rd ਆਏ ਸੀ ਸੋ ਸਰਕਲ ਕਬੱਡੀ ਇਸ ਵੇਲੇ ਜਿਹੜੀ ਪਿਓਰ ਵਾਈਟ ਗਰਲਸ ਖੇਡਦੀਆਂ ਨੇ ਪਹਿਲੀ ਹਿਸਟਰੀ ਚ ਟੀਮ ਹੈਗੀ ਹੈ wow that is an achievement. I mean, how hard was it to actually raise awareness of kabaddi in this country? It's very hard because as I said ਇਹ ਸਾਡੀ ਕਮਿਊਨਿਟੀ ਚ ਥੋੜਾ ਜਿਹਾ ਹੈਗਾ ਮੈਂ ਦਾ ਤੇ ਕੋਈ ਸਪੋਰਟ ਨਹੀਂ ਕਰਦਾ ਜਦੋਂ ਦਾ ਮੈਂ ਵੀ ਸ਼ੁਰੂ ਕੀਤਾ ਤੇ ਮੈਨੂੰ ਐਕਚੁਅਲੀ ਕਬੱਡੀ ਲੈਵਲ ਵੱਲੋਂ ਕੋਈ ਸਪੋਰਟ ਨਹੀਂ ਕਦੀ ਆਈ ਐਕਸੈਪਟ ਆਪਣੇ ਸ਼ਿੰਦੀ ਵੀ ਹੈਗੇ ਨੇ ਗ੍ਰੇਵਜ਼ੈਂਡ ਤੋਂ ਉਹ ਮੇਰੀ ਸਪੋਰਟ ਕਰਦੇ ਨੇ ਖੈਰਾ ਸਾਹਿਬ ਹੈਗੇ ਨੇ ਉਹ ਸਪੋਰਟ ਕਰਦੇ ਨੇ ਸੁਖਦੇਵ ਕੇਟਰਿੰਗ ਇਹ ਬੰਦੇ ਕੀ ਫਾਈਨੈਂਸ਼ੀਅਲੀ ਹੁਣ ਸਪੋਰਟ ਕਰਨ ਲੱਗੇ ਨੇ ਹੁਣ ਸਾਲ ਤੋਂ ਬਹੁਤ ਤੋਂ ਪਹਿਲਾਂ ਕਦੀ ਕਿਸੇ ਨੇ ਨਹੀਂ ਕਿਹਾ ਸਪੋਰਟ ਵਿਦਆਊਟ ਲੈਗ ਪੁਲਿੰਗਸ ਕਿ ਵੀ ਇਹ ਕਿਉਂ ਹੋ ਰਿਹਾ ਲੱਤਾਂ ਖਿੱਚ ਲੈਂਦੇ ਫਿਰ ਮੈਂ ਇੰਗਲਿਸ਼ ਮੀਡੀਆ ਦੇ ਨਾਲ ਰੱਖਿਆ ਕਿ ਵੀ ਸਾਨੂੰ ਤਾਂ ਸਾਰਿਆਂ ਨੂੰ ਪਤਾ ਹੈਗਾ ਠੀਕ ਹੈ ਜਿਹੜਾ ਪੰਜਾਬੀ ਪੜ੍ਹਦਾ ਉਹ ਹੀ ਪੇਪਰ ਪੰਜਾਬੀ ਦਾ ਫੜੇਗਾ ਤੇ ਦੇਖੇਗਾ ਕਬੱਡੀ ਕੀ ਹੋਈ ਰਿਹਾ ਪਰ ਜਿਹੜੇ ਯੰਗਸਟਰ ਹੈਗਾ ਉਹਨਾਂ ਨੂੰ ਕਿੱਦਾਂ ਪਤਾ ਲੱਗੇਗਾ ਜੀ ਇਹੋ ਹੀ ਕਾਰਨ ਹੈਗਾ ਕਿ ਤੇ ਯੰਗਸਟਰ ਕਬੱਡੀ ਨਹੀਂ ਖੇਡਦੇ ਉਹ ਸੋਚਦੇ ਆ ਕਿ ਇਟਸ ਅ ਵੈਰੀ ਬੈਕਵਰਡ ਗੇਮ ਨਾ ਇਟਸ ਵੈਰੀ ਫਿਜ਼ੀਕਲ ਗੇਮ ਜੀ ਜਿਹੜੀ ਫਿਊਚਰ ਦੀ ਗੇਮ ਹੈ ਇਹ ਫਿਊਚਰ ਦੀ ਗੇਮ ਹੈਗੀ ਆ ਉਹਨਾਂ ਨੂੰ ਤਾਂ ਨਹੀਂ ਪਤਾ ਲੱਗਦਾ ਕਿਉਂਕਿ ਉਹਨਾਂ ਕਦੀ ਇੰਗਲਿਸ਼ ਮਟੀਰੀਅਲ ਉਹਨਾਂ ਕੋਲ ਹੈ ਹੀ ਨਹੀਂ ਇਹ ਹਾਲਾਂਕਿ ਰਗਬੀ ਖੇਡਦੇ ਆ ਡੈਡੀ ਜਾਂਦੇ ਆ ਰਗਬੀ ਤਾਂ ਕਬੱਡੀ ਸੇਮ ਐਗਜ਼ੈਕਟਲੀ ਇੱਕ ਕਬੱਡੀ ਰਗਬੀ ਰੈਸਲਿੰਗ ਤੇ ਮਾਰਸ਼ਲ ਆਰਟ ਦਾ ਤਿੰਨਾਂ ਦਾ ਅਮਰੀਕਨ ਫੁੱਟਬਾਲ ਵੀ ਸੇਮ ਹੈ ਜੀ ਇਟਸ ਅ ਕੰਬੀਨੇਸ਼ਨ ਇਨ ਵਨ ਕਿਉਂਕਿ ਸਾਡੇ ਯੰਗਸਟਰ ਕੋਲ ਮਟੀਰੀਅਲ ਨਹੀਂ ਹੈਗਾ ਪੜ੍ਹਨ ਵਾਸਤੇ ਸਾਡੇ ਡੈਡੀ ਜਾਂਦੇ ਆ ਦੇਖ ਕੇ ਆ ਜਾਂਦੇ ਆ ਫਰੈਂਡਾਂ ਨਾਲ ਜਾਂਦੇ ਆ ਖਾਦਾ ਪੀਤਾ ਦਾਰੂ ਪੀਤੀ ਮਜ਼ਾ ਲੈ ਆ ਗਏ ਪਰ ਨਹੀਂ ਇਸ ਪਾਸੇ ਰਹੋ ਤੁਸੀਂ ਉਹਨਾਂ ਨੂੰ ਦੱਸੋ ਇਸ ਕਰਕੇ ਮੈਂ ਇੰਗਲਿਸ਼ 'ਚ ਜ਼ਿਆਦਾ ਬਲੀਵ ਕਰਦਾ ਮੀਡੀਆ 'ਚ ਇਹ ਰੀਸੈਂਟਲੀ ਪਹਿਲੀ ਵਾਰੀ ਜੀ ਕਬੱਡੀ 'ਚ ਫਸਟ ਟਾਈਮ ਕਬੱਡੀ ਨੂੰ ਸਪੋਰਟਸ ਦੇ ਵਿੱਚ ਰੈਕੋਗਨਾਈਜ਼ ਕੀਤਾ ਗਿਆ 2 ਵੀਕ ਪਹਿਲਾਂ ਸਪੋਰਟਸ ਅਵਾਰਡ ਸੀ ਬਰਮਿੰਘਮ ਦੇ ਸਪੋਰਟਸ ਅਵਾਰਡ ਕ੍ਰਿਕਟ ਫੁੱਟਬਾਲ ਤੇ ਇੱਥੇ ਮੈਨੂੰ ਪਹਿਲੀ ਵਾਰੀ ਉਹਨਾਂ ਨੇ ਮੈਨੇਜਰ ਕੋਚ ਆਫ ਦੀ ਈਅਰ ਸ਼ੋਰਟ ਲਿਸਟ ਕੀਤਾ ਗਿਆ ਆਮ ਦੀ ਸਿੰਗਲ ਹੈਂਡਡ ਜੋ ਵੀ ਹੈ ਆਈ ਡੂ ਮਾਈਸੈਲਫ ਵਧਾਈਆਂ ਬਹੁਤ ਵਧੀਆ ਤੁਹਾਡੀ ਜਿਹੜੀ ਮਿਹਨਤ ਰੰਗ ਲੈ ਕੇ ਆਈ ਹੈ then ਫਿਰ I didn't actually pick first prize but second one I was a second in final. Congratulations, that's amazing. ਇਹ ਮੈਨੂੰ ਮਾਣ ਹੈਗਾ ਕਿ ਫਸਟ ਟਾਈਮ ਕਬੱਡੀ ਜਿਹੜੀ ਹੈਗੀ ਹੈ ਮਤੇ ਪਹਿਲੀ ਵਾਰੀ ਰੈਕੋਗਨਾਈਜ਼ ਕੀਤੀ ਗਈ ਹੈ ਕਿਤੇ ਇੰਟਰਨੈਸ਼ਨਲ ਇਵੈਂਟਸ ਤੇ ਬਹੁਤ ਵਧੀਆ ਜੀ ਤੁਹਾਡੀ ਮਿਹਨਤ ਜਿਹੜੀ ਰੰਗ ਲੈ ਕੇ ਆਈ ਹੈ ਕਿ ਤੁਸੀਂ ਕਬੱਡੀ ਨੂੰ ਇੱਥੋਂ ਤੱਕ ਲੈ ਕੇ ਆਏ ਜੀ ਅੱਜ ਕਿ ਜਿਹੜੇ ਬ੍ਰਿਟਿਸ਼ ਲੋਕ ਆ ਉਹ ਵੀ ਇਹ ਕਬੱਡੀ ਨੂੰ ਖਾਸ ਕਰਕੇ ਬॉयਜ਼ ਗਰਲਸ ਸਾਰੇ ਖੇਡਦੇ definitely girls as well. I mean, what do you think is the future of kabaddi now? ਟੀਚਰਸ ਖੇਡਦੀਆਂ ਹਾਂਜੀ ਪੁਲਿਸ ਖੇਡਦੀਆਂ ਔਰ ਹੋਰ ਮੈਂ ਤੁਹਾਨੂੰ ਦੱਸ ਦਵਾਂ ਫਸਟ ਟਾਈਮ ਕਬੱਡੀ ਜਿਹੜੀ ਹੈ ਇੱਥੇ ਸੀ ਕੈਟਾਗਰੀ ਦੇ ਵਿੱਚ ਸਪੋਰਟਸ ਦੇ ਵਿੱਚ ਰਜਿਸਟਰ ਕਰਾਈ ਜਿਹੜੀ ਕਿ ਇਸ ਨੈਵਰ ਹੈਪਨ ਬਿਫੋਰ and now we are the governing body here. So it's a registered every country you need a governing body like a football hockey cricket so it's governing body and the first time ਅਸੀਂ ਓਲਡਮ ਦੇ ਵਿੱਚ ਸਕੂਲ ਦੇ ਵਿੱਚ ਇਹਦੇ GCSE ਤੇ ਸ਼ਾਮਲ ਕੀਤੀ ਹੈ first time ever in history GCSE ਵਿੱਚ exam ਹੋਇਆ ਇਹਦਾ first time brilliant absolutely amazing. I mean such an achievement and like I said about the future what do you think's next? Do you think we can take kabaddi into the Olympics maybe? It's I can't take it and nobody can take it. We can take it. We means
Olympic, they set rules. Rule means we need at least 50 countries. Officially. ਸਰਕਲ ਕਬੱਡੀ ਜਿੱਦਾਂ ਬਾਹਰ ਸਾਰੇ ਖੇਡਦੇ ਆ, ਪੈਸੇ ਲਾਉਂਦੇ ਆ ਸਾਰੇ, ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਜਿਹੜਾ ਆਪਣੀ ਜੇਬ 'ਚੋਂ ਪੈਸੇ ਲਾਉਂਦੇ ਆ, ਮੇਲੇ ਕਰਾਉਂਦੇ ਆ, ਪਰ ਅਗਰ ਉਹਨੂੰ ਥੋੜੀ ਜਿਹੀ ਸ਼ੇਪ ਦੇ ਦੇਣ ਕਿ ਲੀਗਲ ਵੇ ਨਾਲ, ਤੇ ਅਸੀਂ ਗਾਂ ਜਾ ਸਕਦੇ ਹਾਂ ਕਿ ਸਾਨੂੰ 50 ਕੰਟਰੀ ਚਾਹੀਦੀ ਹੈ, ਜਿਹਦਾ ਅਮਰੀਕਾ ਵੀ ਖੇਡਦਾ, ਕੈਨੇਡਾ ਵੀ ਖੇਡਦਾ, ਸਾਰੇ ਕੰਟਰੀ ਖੇਡਦੀਆਂ। ਅਗਰ ਉਹ ਜਿਹੜੀ IKF ਨਾਲ ਸਿਰਫ ਮੈਂਬਰਸ਼ਿਪ ਲੈਣੀ ਹੈ, ਫਿਰ ਅਸੀਂ ਉਹਨਾਂ ਨੂੰ ਲੈਟਰ ਦਿੰਦੇ ਹਾਂ, ਉਹ ਉੱਥੇ ਦੀ ਜਿਹੜੀ ਸਪੋਰਟਸ ਬਾਡੀ ਹੈ ਉਹਨਾਂ ਦੇ ਨਾਲ ਆਪਣੇ ਆਪ ਨੂੰ ਰਜਿਸਟਰ ਕਰਦੇ ਆ, ਉਹਨਾਂ ਦੀ ਪਾਲਿਸੀਜ਼ ਹੁੰਦੀ ਹੈ, ਫਿਰ ਤੁਸੀਂ ਉੱਥੋਂ ਦੀ ਗਵਰਨਿੰਗ ਬਾਡੀ ਬਣ ਜਾਂਦੇ ਹੋ। ਸੋ ਓਲੰਪਿਕ ਜਾਣ ਵਾਸਤੇ ਵੀ ਨੀਡ 50 ਕੰਟਰੀਜ਼। ਅਜੇ 41 ਕੰਟਰੀ ਕਬੱਡੀ ਖੇਡਦੀਆਂ, ਜਿੱਦਣ 50 ਉਦੋਂ ਜਾ ਸਕਦੇ ਆ। ਸਾਰੇ ਜਣੇ ਟੀਵੀ ਤੇ ਆ ਕੇ ਕਹਿੰਦੇ ਅਸੀਂ ਲੈ ਕੇ ਜਾ ਰਹੇ ਹਾਂ, ਅਸੀਂ ਕਰ ਰਹੇ ਹਾਂ। ਯੂ ਕਾਨ ਈਵਨ ਕਿ ਪ੍ਰੈਜ਼ੀਡੈਂਟ ਵੀ ਨਹੀਂ ਕਹਿ ਸਕਦਾ ਕਬੱਡੀ ਨੂੰ ਇੱਥੇ ਪਾ ਦੋ। ਨੋ, is Olympic body. Olympic body is the governing body. Sure. So we just need 9 more countries. Yes. And ਪਰ ਸਾਡਾ ਇਹ ਉਹ ਕਹਿੰਦਾ ਨਹੀਂ ਨਹੀਂ ਜੋ ਮੈਂ ਕਰ ਰਿਹਾ ਮੈਂ ਹੀ ਕਰਨਾ, ਮੈਂ ਕਿਸੇ ਦੇ ਥੱਲੇ ਨਹੀਂ ਜਾਣ ਦਾ ਮਤਲਬ ਹੁੰਦਾ ਕਿ ਤੁਸੀਂ ਇੱਕ ਜਿਹਨੂੰ ਜ਼ਿੰਮੇਵਾਰੀ ਦਿੱਤੀ ਕਿ ਤੁਹਾਨੂੰ ਉਹਦੇ ਨਾਲ ਰਲਣਾ ਪੈਣਾ। ਹਾਂਜੀ, ਠੀਕ ਹੈ। ਜਿੱਦਾਂ ਹੁਣ ਚਲੋ ਅਸੀਂ ਕਰੀ ਜਾ ਰਹੇ, ਅਸੀਂ ਅੱਜ ਤੱਕ ਨਹੀਂ, ਮੈਂ ਬੜੀ ਵਾਰੀ ਵੈਸੇ ਡਿਸਹਾਰਟਡ ਵੀ ਹੋਇਆ ਕਿ ਨਹੀਂ ਕਰਨਾ, ਕਿ ਕੋਈ ਸਾਥ ਨਹੀਂ ਦਿੰਦਾ, ਪਰ ਮੈਂ ਜ਼ਰੂਰ ਕਹਿਣਾ ਚਾਹਾਂਗਾ ਇਹ ਨਹੀਂ ਕਿ ਮੇਰੀ ਵਾਈਫ but she is general secretary as well, ਅਸੀਂ ਦੋਨੇ ਹੀ ਮਿਲ ਕੇ she boosting me ਕਿ ਨਹੀਂ ਤੁਸੀਂ ਕਰਨਾ ਨਹੀਂ ਤਾਂ ਹੁਣ ਮੈਂ ਕਦੋਂ ਦਾ ਛੱਡ ਬੈਠਾ ਹੁੰਦਾ। ਇਹ ਬੰਦਾ ਹੋ ਜਾਂਦਾ ਵੀ ਇੰਨਾ ਵੱਡਾ ਕੰਮ ਇਕੱਲੇ ਨੇ ਕਰਨਾ, ਮੈਂ ਕਹਿੰਦਾ ਅਸੀਂ ਪੈਸੇ ਲਾਈ ਜਾਂਦੇ, ਅਸੀਂ ਕਰੀ ਜਾਂਦੇ, ਨਾਲੇ ਲੱਤਾਂ ਵੀ ਖਿੱਚੀ ਜਾਂਦੀਆਂ ਲੋਕਾਂ ਨੇ। that's it। ਫਿਰ ਜਦੋਂ ਲੋਕਾਂ ਦੀਆਂ ਗੱਲਾਂ ਸੁਣਨ ਮਿਲਦੀਆਂ, ਲੋਕੀ ਪੇਪਰਾਂ 'ਚ ਕੱਢਦੇ ਆ ਪੁੱਠਾ, ਫਿਰ ਪਰ ਉਹ ਮੈਨੂੰ ਕਹਿੰਦਾ ਹੀ ਨਹੀਂ ਅਸੀਂ ਜਾਣਾ, ਅਸੀਂ ਲੈ ਕੇ ਜਾਣਾ, ਜਿਹੜਾ ਤੁਸੀਂ ਡ੍ਰੀਮ ਦੇਖਿਆ ਤੁਸੀਂ ਪੂਰਾ ਕਰਨਾ। ਸੋ ਅਸੀਂ ਇੱਕ ਦੂਜੇ ਦੇ ਮਤਲਬ ਕਿ ਹੈਲਪ ਕਰਦੇ ਹਾਂ। ਵੈਸੇ ਵੀ ਕਹਿੰਦੇ ਹਰ ਇੱਕ ਕਾਮਯਾਬ ਇਨਸਾਨ ਦੇ ਪਿੱਛੇ ਉਹਦੇ ਜਿਹੜੇ ਨਾ ਜਿਹੜਾ ਲਾਈਫ ਪਾਰਟਨਰ ਹੈ ਉਹਦਾ ਬੜਾ ਵੱਡਾ ਹੱਥ ਹੁੰਦਾ ਹੈ। ਮੈਂ ਕਹਿੰਦਾ ਬਾਕੀਆਂ ਦੇ ਕਿਉਂ ਨਹੀਂ, ਬਾਕੀ ਵੀ ਪਲੀਜ਼ ਆਪਣੇ ਘਰਦਿਆਂ ਨੂੰ ਨਾਲ ਲੈਣ। ਹੁਣ ਇੱਥੇ ਲੋਕੀ ਜਾਂਦੇ ਕਬੱਡੀ ਖੇਡਣ, ਮੈਂ ਕਹਿੰਦਾ ਤੁਸੀਂ ਕਿਉਂ ਨਹੀਂ ਲੈ ਕੇ ਆਉਂਦੇ? ਮੈਂ ਜਾਂਦਾ, ਮੇਰੇ ਵਾਈਫ ਮੇਰੇ ਨਾਲ ਹੁੰਦੇ। ਓਕੇ, ਕਿਉਂਕਿ ਐਗਜ਼ਾਮਪਲ ਸੈੱਟ ਕਰਨੀ ਤੇ ਲੋਕਾਂ ਨੂੰ ਕਹਿਣਾ ਇਜ਼ ਟੋਟਲੀ ਡਿਫਰੈਂਟ। ਜਿਹੜੀ ਗੱਲ ਤੁਸੀਂ ਆਪ ਨਹੀਂ ਕਰਦੇ ਲੋਕਾਂ ਨੂੰ ਕਹਿੰਦੇ ਇਟਸ ਨਾਟ ਟੀਚਿੰਗ। ਤੇ ਹੋਰ ਤੁਸੀਂ ਜਿਹੜੇ ਇੱਥੋਂ ਦੇ ਬੱਚੇ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿੱਦਾਂ ਉਹਨਾਂ ਨੂੰ ਤੁਸੀਂ ਕਰੋਗੇ ਉਹਨਾਂ ਨੂੰ ਵੀ ਉਹ ਵੀ ਕਬੱਡੀ ਜੁਆਇਨ ਕਰਨ, ਕਬੱਡੀ ਦੀ ਟ੍ਰੇਨਿੰਗ ਲੈਣ? ਮੈਂ ਦੇਖਿਆ ਇੱਥੇ ਕਾਫੀ ਬੱਚੇ ਹੈ ਜਿਹੜਾ ਕਬੱਡੀ 'ਚ ਇੰਟਰਸਟ ਰੱਖਦੇ ਹੈ, ਲੇਕਿਨ ਉਹਨਾਂ ਨੂੰ ਕੋਚਿੰਗ ਕੋਈ ਨਹੀਂ ਹੈ। ਮੈਂ ਬਿਲਕੁਲ ਇਹ ਕਹਿਣਾ ਚਾਹਾਂਗਾ, ਇਹਦੇ 'ਚ ਕੋਈ ਦੁਰਾਈ ਨਹੀਂ ਕਿ ਬਹੁਤ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਹੜੇ ਕਬੱਡੀ ਨੂੰ ਪ੍ਰਮੋਟ ਕਰਦੇ ਆ। ਸਾਰੇ ਮੇਰੇ ਇੱਥੋਂ ਦੇ ਬਿਜ਼ਨਸਮੈਨ ਵੀਰ ਜਿਹੜੇ ਆ ਇੱਥੋਂ ਦੇ ਪ੍ਰਮੋਸ਼ਨ ਕਰਨ ਵਾਲੇ ਕਬੱਡੀ ਨੂੰ ਬਹੁਤ ਪ੍ਰਮੋਟ ਕਰਦੇ ਆ, ਪਰ ਕਬੱਡੀ ਨੂੰ ਪ੍ਰਮੋਟ ਕਰਦੇ ਆ ਜ਼ਿਆਦਾਤਰ ਇੰਡੀਆ ਤੋਂ ਟੀਮਾਂ ਸੱਦ ਕੇ ਹੀ ਖਿਡਾਈਆਂ ਜਾਂਦੀਆਂ, ਲੇਕਿਨ ਇੱਥੋਂ ਦੇ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਿੰਨਾ ਦੇਣਾ ਚਾਹੀਦਾ ਆ। ਕਾਫੀ ਮੈਂ ਦੇਖਿਆ ਇੱਥੇ ਛੋਟੇ ਬੱਚਿਆਂ ਦੀ ਟੀਮਾਂ ਇੱਥੇ ਖੇਡਦੀਆਂ, ਉਹ ਆਪਣੇ ਤਰੀਕੇ ਨਾਲ ਹੀ ਉਹਨਾਂ ਨੇ ਆਪਣਾ ਟ੍ਰੇਨਿੰਗ ਲਈ ਹੁੰਦੀ ਹੈ, ਆਪ ਹੀ ਖੇਡ ਲੈਂਦੇ, ਪਰ ਉਹਨਾਂ ਨੂੰ ਪ੍ਰੋਪਰ ਟ੍ਰੇਨ ਕਰਨ ਵਾਸਤੇ ਕੋਈ ਇੰਨਾ ਜ਼ਿਆਦਾ ਉਪਰਾਲੇ ਨਹੀਂ। ਪਤਾ ਕੀ ਹੈ, ਦੇਖੋ ਉੱਥੇ ਉਹ 24/7 ਮੈਂ ਕਹਿ ਸਕਦਾ ਜਿਹੜੇ ਪਲੇਅਰ ਉੱਥੋਂ ਆਉਂਦੇ ਉਹ ਖੇਡਦੇ ਆ, ਇੱਥੇ ਆ ਕੇ ਪੈਸੇ ਕਮਾ ਕੇ ਚਲੇ ਜਾਂਦੇ ਆ। ਅਸੀਂ ਉਹਨਾਂ ਨੂੰ ਪੈਸੇ ਦਿੰਦੇ ਆ, ਇਹ ਉਹਨਾਂ ਨੂੰ ਪੈਸੇ ਦਿੰਦੇ ਆ। ਇੱਕ ਕੱਪ ਚੁੱਕਣਾ ਹੁੰਦਾ ਜਿਹੜਾ ਕਿ ਕੱਪ ਫੈਡਰੇਸ਼ਨ ਨੇ ਬਣਾਇਆ, ਹਾਂਜੀ, ਜਿੱਤੋ ਕੁਛ ਕਿਸੇ ਗਵਰਨਮੈਂਟ ਕੋਲੋਂ ਜਿੱਤੋ ਜਿਹਦਾ ਮਾਣ ਹੋਵੇ, ਠੀਕ ਹੈ ਨਾ, ਉਹ ਪਤਾ ਵੀ ਲੱਗੇ ਕਿੰਨੇ ਪੈਸੇ ਲਾਉਂਦੇ ਆ। ਇੱਥੇ ਜਦ ਤੱਕ ਅਸੀਂ ਅਕੈਡਮੀ ਨਹੀਂ ਖੋਲਾਂਗੇ, ਗ੍ਰਾਸ ਰੂਟ ਨੂੰ ਟ੍ਰੇਨ ਨਹੀਂ ਕਰਾਂਗੇ, ਉਹ ਇਹਨਾਂ ਦਾ ਮੁਕਾਬਲਾ ਨਹੀਂ ਕਰਨਗੇ। ਜਿਹੜੇ ਇੱਥੋਂ ਦੇ ਕੁਝ ਹੈਗੇ ਵੀ ਆ ਵਿਚਾਰੇ, ਉਹ ਬਾਹਰ ਬੈਠੇ ਹੁੰਦੇ ਆ। ਤੁਸੀਂ ਕੀ ਸੋਚਿਆ ਹੈਗਾ ਇਹਨਾਂ ਵਾਸਤੇ, ਇੱਥੋਂ ਦੇ ਬੱਚਿਆਂ ਵਾਸਤੇ, ਇਹਨਾਂ ਨੂੰ ਕਿੱਦਾਂ ਤੁਸੀਂ ਟ੍ਰੇਨ ਕਰੋਗੇ? ਦੇਖੋ ਜੀ, ਮੈਂ ਆਪਣਾ ਬਲ ਸਾਹਿਬ ਨਾਲ, ਗੁਰਪ੍ਰੀਤ ਨਾਲ, ਇਹਨਾਂ ਸਾਰਿਆਂ ਨਾਲ ਗੱਲ ਹੋਈ ਹੈ, ਸੰਤ ਸਾਹਿਬ ਵੈਸੇ ਨਾਲ ਗੱਲ ਹੋਈ ਹੈ, ਉਹ ਬੜੀ ਹੈਲਪ ਕਰ ਰਹੇ ਨੇ। ਤੇ ਅਸੀਂ ਇੱਥੇ ਹੀ ਸਿੱਖ ਚੈਨਲ ਤੇ ਅਸੀਂ ਸਪੋਰਟਸ ਸ਼ੋਅ ਸ਼ੁਰੂ ਕਰ ਲਾਂਗੇ, ਜਿਹਦੇ 'ਚ ਇਹੋ ਹੀ ਹੈ ਕਿ ਇਨਸਪਾਇਰੇਸ਼ਨ ਜਿਹੜੇ ਯੰਗਸਟਰ ਹੈਗੇ ਆ ਉਹਨਾਂ ਨੂੰ ਕਿ ਤੁਹਾਨੂੰ ਸਾਡੇ ਕੋਲੋਂ ਕੀ ਚਾਹੀਦਾ ਹੈ ਇਹਨੂੰ ਸ਼ੁਰੂ ਕਰਨ ਵਾਸਤੇ, ਔਰ ਅਸੀਂ ਉਹਦੇ ਕੁਐਸਚਨ ਆਨਸਰ ਕਰਾਂਗੇ, ਉਹਨਾਂ ਨੂੰ ਸਪੋਰਟਸ ਬਾਰੇ ਦੱਸਾਂਗੇ। ਫਿਰ ਉਸ ਤੋਂ ਬਾਅਦ ਜਲਦੀ ਇਹ ਹੈਗਾ ਕਿ ਇੱਕ ਅਕੈਡਮੀ ਖੋਲ੍ਹਣ ਦਾ ਮਨ 'ਚ ਇੱਛਾ ਹੈ ਕਿ ਸਾਡੇ ਆਪਣੇ ਜਿਹੜੇ ਪ੍ਰਮੋਟਰ ਹੈਗੇ ਉਹਨਾਂ ਨਾਲ ਰਲ ਕੇ ਉਹ ਥੋੜੀ ਮਦਦ ਕਰਨ ਕਿ ਇੱਥੇ ਇੱਕ ਅਕੈਡਮੀ ਹੋਵੇ ਕਬੱਡੀ ਦੀ, ਜਿੱਦਾਂ ਫੁੱਟਬਾਲ ਦੀਆਂ ਕਿੰਨੀਆਂ ਅਕੈਡਮੀਆਂ ਅਸੀਂ ਬੱਚਿਆਂ ਨੂੰ ਭੇਜਦੇ ਹਾਂ, ਪੈਸੇ ਲਾਏ ਆ, ਇਹਦੀ ਵੀ ਇੱਕ ਅਕੈਡਮੀ ਹੋਵੇ, ਉਹਦੇ ਵਿੱਚ ਬੱਚੇ ਆਉਣ, ਉਹਨਾਂ ਨੂੰ ਟ੍ਰੇਨਿੰਗ ਹੋਵੇ, ਤਾਂ ਕਿ ਅੱਜ ਨਹੀਂ 4 ਸਾਲਾਂ ਨੂੰ ਉਹ ਇੰਡੀਆ ਦੇ ਪਲੇਅਰਾਂ ਦਾ ਮੁਕਾਬਲਾ ਕਰ ਸਕਣ। ਬਿਲਕੁਲ ਵਧੀਆ। ਇਹ ਤਦ ਤੱਕ ਨਹੀਂ ਹੋਏਗਾ ਜਦ ਤੱਕ ਇੱਥੇ ਅਕੈਡਮੀ ਨਹੀਂ ਹੋਏਗੀ, ਗ੍ਰਾਸ ਰੂਟ ਤੋਂ ਸ਼ੁਰੂ ਨਹੀਂ ਹੋਏਗਾ। ਚਲੋ ਜੀ, ਆਪਾਂ ਇਹਦੇ ਨਾਲ ਮੈਂ ਇੱਕ ਹੋਰ ਗੱਲ ਕਰਦਾ ਹਾਂ, ਤੁਹਾਡੇ ਆਪਣੇ ਪ੍ਰੋਫੈਸ਼ਨ ਬਾਰੇ ਗੱਲ ਕਰਦਾ। ਮੈਂ ਤੁਹਾਡਾ ਕੰਮ ਮੈਂ ਫਿਲਮਿੰਗ ਦਾ ਆ, ਮੇਰਾ ਵੀ ਫਿਲਮਿੰਗ ਦਾ ਆ। ਇਹਦੇ ਬਾਰੇ ਤੁਹਾਡਾ ਕੀ ਐਕਸਪੀਰੀਅੰਸ ਹੈ, ਕਿੱਦਾਂ ਦਾ, ਕੀ ਕਹਿਣਾ ਚਾਹੋਗੇ? ਫਿਲਮਿੰਗ ਕਦੋਂ ਤੁਸੀਂ ਸ਼ੁਰੂ ਕੀਤੀ, ਕਦੋਂ ਸਟਾਰਟ ਕੀਤਾ, ਇਸ ਪਾਸੇ ਕਦੋਂ ਆਏ ਸੀ? ਫਿਲਮਿੰਗ ਦਾ ਤੇ ਜਦੋਂ ਦਾ ਮੈਂ ਇੱਥੇ ਆਇਆ ਮੇਰਾ ਸ਼ੌਂਕ ਸੀ ਕਿ ਮੈਂ ਕੈਮਰਾ ਨਾਲ ਖੇਡਣਾ, ਕੈਮਰਾ ਕਰਨਾ, ਤੇ ਕਿੰਨੇ ਫਿਲਮਾਂ ਦੇਖਦੇ ਹੁੰਦੇ ਸੀ, ਤੇ ਇੱਥੇ ਆ ਕੇ ਫਿਰ ਕੈਮਰਾ ਬਾਈਕਾਂ ਲੈ ਫੜ ਲਿਆ।
आपे छोटे मोटे बर्थडे करने शुरू करते। फिर मन च नहीं कि प्रोफेशनल कुछ करना चाहिए। फिर मैं इत्थे अपना सिटी एंड गिल्ड होंदा वो कीता, BBC च ट्रेनिंग लई ते शुरू हो गया। फिर अगेन इंस्पायरेशन फिर कित्थों आंदी है, मेरे मिसिज ITV ते काम करदे है। 18-20 साल हो गया। गुड्डी मेरी है BBC ते है ते साडा मीडिया नाल एक कनैक्शन हो गया। फिर थोड़ा होर बूस्ट अप हो गई ते उत्थों बस शुरू हो गए। शुरू हुंदे हुंदे फिर गां बच्चियां डिग्रियां कर लियां ते काफ़ी साल हो गए। पहलों ते वॉलंटरी सेवा ही करते रहे लोगों की। अच्छा जी, मतलब कि 25 साल तो ते काफ़ी जेडे हैगे अपडेट करने पैंदे इक्विपमेंट जेड़ा टाइम टू टाइम नहीं करते। देखो अज दा युग हैगा, जेडे यंगस्टर हैगे आ ਉਹ ਬਹੁਤ ਇੰਟੈਲੀਜੈਂਟ ਹੈਗੇ ਆ। ਉਹ ਵੈਬ ਤੇ ਜਾ ਕੇ ਵੈਬਸਾਈਟ ਤੇ ਜਾ ਕੇ ਦੇਖਦੇ ਆ, ਉਹਨਾਂ ਨੂੰ ਸਾਰੀ ਫਾਰਮੈਟ ਦਾ ਪਤਾ ਹੈਗਾ। ਉਹਨਾਂ ਨੂੰ ਪਤਾ ਮੈਨੂੰ ਕੀ ਚਾਹੀਦਾ। ਪਹਿਲਾਂ ਕੀ ਹੁੰਦਾ ਸੀਗਾ, ਮੇਰੀ ਕੁੜੀ ਦਾ ਵਿਆਹ ਆ, ਅੱਛਾ ਜੀ ਫਲਾਣਿਆ ਉਹ ਯਾਰ ਕੁੜੀ ਦਾ ਵਿਆਹ ਆ, ਕਦੋਂ ਜੀ ਬੁੱਕ ਕਰ ਦੇ, ਫਲਾਣਿਆ ਬੁੱਕ ਕਰ ਦੇ, ਵੀਡੀਓ ਬਣ ਗਈ ਫੜਾਤੀ ਤੈਨੂੰ, ਕੋਈ ਕੁਛ ਨਹੀਂ ਸੀ। ਕੈਮਰਾ ਲਾਤਾ, ਜਿੱਧਰ ਨੂੰ ਗਏ ਕਮਾਈ ਗਏ ਆਈ ਗਏ, ਮੋਢੇ ਤੇ ਰੱਖ ਲਿਆ ਪਾ ਲਿਆ। ਹੁਣ ਕੀ ਹੈ, ਹੁਣ ਬੱਚੇ ਦੱਸਦੇ ਸਾਨੂੰ ਚਾਹੀਦਾ ਕੀ ਹੈ। ਹੁਣ ਕੀ ਹੈ, ਉਹ ਆ ਕੇ ਦੱਸਦੇ ਆ ਤੁਹਾਡੇ ਕੋਲ ਕਿਹੜੀ ਫਾਰਮੈਟ ਹੈ। ਹਾਂਜੀ ਠੀਕ ਹੈ, ਕਿੰਨੇ ਫਰੇਮਿੰਗ ਹੈ, ਕਿਹੜੀ ਚਾਹੀਦੀ ਕਰਦੇ ਹੋ, ਸਾਨੂੰ ਡਿਫਰੈਂਟ ਐਂਗਲ ਚਾਹੀਦੇ ਆ, ਸਾਨੂੰ ਚਾਹੀਦੀ ਹੈ ਵੀਡੀਓ ਸ਼ੂਟ ਚਾਹੀਦੀ ਹੈ, ਪ੍ਰੀ ਵੈਡਿੰਗ ਸ਼ੂਟ ਚਾਹੀਦੀ ਹੈ, ਅਸੀਂ ਫਲਾਣੀ ਜਗ੍ਹਾ ਜਾਣਾ, ਆਫਟਰ ਵੈਡਿੰਗ ਚਾਹੀਦਾ। ਤੁਹਾਡੇ ਕੋਲ ਸਟੀਲ ਕੈਮਰਾਸ ਕਿਹੜੇ ਆ, ਕਿਹੜੀ ਕੰਪਨੀ ਦੇ ਆ, ਤੁਹਾਡੀ ਐਡੀਟਿੰਗ ਫਾਰਮੈਟ ਕੀ, ਜਿਵੇਂ ਆ ਦੇਖਾ ਸਾਡੀ ਕੁੜੀ ਬੈਠੀ ਹੈ ਇੱਥੇ, ਇਹਨੂੰ ਸਾਰਾ ਪਤਾ ਹੁੰਦਾ ਹਰ ਇੱਕ। ਜੇ ਨਹੀਂ ਕਿਸੇ ਨੂੰ ਪਤਾ ਇਹ ਦੱਸ ਦਿੰਦੀ ਸ਼ੋਅ ਕਰਕੇ। ਪਹਿਲੋਂ ਮੈਂ ਨਹੀਂ ਚਾਹੁੰਦਾ ਸੀਗਾ, ਪਰ ਜਦੋਂ ਦੇ ਮੇਰੇ ਲੜਕੇ ਆਏ ਆ, ਉਹਨੇ ਮਲਟੀਮੀਡੀਆ ਡਿਗਰੀ ਕੀਤੀ ਹੈ, ਹੀ ਵਾਸ 7 ਜਦੋਂ ਦਾ ਉਹ ਮੇਰੇ ਨਾਲ ਜਾਂਦਾ ਹੁੰਦਾ ਸੀਗਾ। ਸੋ ਐਕਸਪੀਰੀਅੰਸ ਹੁਣ ਹੈਗਾ ਕਿ ਉਹਨਾਂ ਨੂੰ ਪਤਾ, ਉਹ ਕਹਿੰਦੇ ਨੇ ਡੈਡੀ ਜੇ ਅਸੀਂ ਬਿਜ਼ਨਸ ਰਹਿਣਾ ਤਾਂ ਸਾਨੂੰ ਇਹ ਕਰਨਾ ਪੈਣਾ। ਕਿਸ ਨਾਂ ਤੇ ਕੰਪਨੀ ਦਾ? ਡਸ ਕ੍ਰਿਸਟਲ ਪ੍ਰੋਡਕਸ਼ਨ। ਡਸ ਕ੍ਰਿਸਟਲ ਹੈਗਲੀ ਰੋਡ ਦਾ ਆਫਿਸ ਹੈ। ਹੁਣ ਇਹ ਹੈਗਾ ਕਿਰਪਾ ਕਿ ਅਸੀਂ ਵਰਲਡ ਵਾਈਡ ਜਾਂਦੇ ਹਾਂ, ਅਮਰੀਕਾ, ਕੈਨੇਡਾ, ਇੰਡੀਆ, ਇੱਧਰ ਸਾਰੇ ਪਾਸੇ ਲੋਕੀ ਇੰਟਰਨੈਟ ਤੇ ਜਾ ਕੇ ਦੇਖਦੇ ਆ। ਸੋ ਇਹ ਹੈਗਾ ਕਿ ਜਿੱਦਾਂ ਉਹ ਕਹਿੰਦੇ ਅਸੀਂ ਉਹ ਕਰਦੇ ਹਾਂ। ਬਿਲਕੁਲ ਜੀ। ਬੰਬੇ ਸਾਡਾ ਆਫਿਸ ਵੀ ਹੈਗਾ। ਬੰਬੇ ਤੱਕ ਵੀ ਪਹੁੰਚ ਗਏ? ਮੇਰਾ ਕਾਫੀ ਸਾਲਾਂ ਤੋਂ ਬੰਬੇ ਕਨੈਕਸ਼ਨ ਹੈਗਾ। ਅੱਛਾ, ਕਦੀ ਉਧਰ ਕੋਈ ਸੋਚਿਆ ਨਹੀਂ ਕੋਈ ਹੁਣ ਇੱਥੋਂ ਇੰਨਾ ਕੁਝ ਕਰ ਲਿਆ, ਕੋਈ ਬਾਲੀਵੁੱਡ ਮੂਵੀ ਬਣਾਉਣ ਵਾਸਤੇ ਕੋਈ ਇੱਧਰ ਵੀ ਕੋਈ ਸੋਚਿਆ? ਨਹੀਂ ਜੀ, ਉਹ ਜਿਹੜਾ ਹੈਗਾ ਉਹ ਇੱਕ ਬੜਾ ਵੱਡਾ ਡੂੰਘਾ ਸਾਗਰ ਹੈਗਾ ਤੇ ਉੱਥੇ ਜਾਣ ਵਾਸਤੇ ਬੰਦੇ ਨੂੰ ਬਹੁਤ ਵੱਡਾ ਜਿਗਰਾ ਚਾਹੀਦਾ। ਜਿੱਦਾਂ ਟੀਵੀ ਸਟੇਸ਼ਨ ਤੇ ਸਾਰਿਆਂ ਦੀ ਇੱਛਾ ਖੋਲ ਲਈਏ, ਖੋਲ ਕੇ ਉਹਨੂੰ ਚਲਾਣਾ ਬੜੀ ਵੱਡੀ ਗੱਲ ਹੈਗੀ ਹੈ। ਉਹਦੀ ਅਪਾਰ ਕਿਰਪਾ ਚਾਹੀਦੀ ਹੈ, ਤੁਹਾਡੇ ਕੋਲ ਨੌਲੇਜ ਚਾਹੀਦੀ ਹੈ ਤੇ ਪੈਸਾ ਚਾਹੀਦਾ। ਮੇਰੇ ਸਾਹਮਣੇ ਬੜੇ ਟੀਵੀ ਖੁੱਲੇ, ਤਕਰੀਬਨ ਸਾਰਿਆਂ ਦੇ ਨਾਲ ਜਿੰਨਾ ਮੇਰੀ ਹੈਲਪ ਹੋ ਸਕੀ ਮੈਂ ਕੀਤੀ ਹੈ। ਨਾਂ ਲੈਣ ਲੱਗਾ ਤਾਂ ਤੁਸੀਂ ਮਤਲਬ ਸਾਰਿਆਂ ਨੇ ਕੀਤੀ, ਖੋਲਦੇ ਗਏ ਬੰਦ ਹੁੰਦੇ ਗਏ, ਬੰਦ ਹੁੰਦੇ ਗਏ। ਔਰ ਮੈਂ ਉਹਨਾਂ ਨੂੰ ਕੋਈ ਕੁਐਸਚਨ ਇਹ ਕਰਦਾ ਰਿਹਾ ਜ਼ਰੂਰ ਕਿ ਵੀ ਇਹ ਤੁਹਾਡਾ ਆਪਣਾ ਹੈ, ਤੁਹਾਨੂੰ ਪੈਸਾ ਕਿੱਥੋਂ ਆਣਾ, ਕਿੰਨੇ ਦੇਣਾ। ਠੀਕ ਹੈ, ਕਿਉਂਕਿ ਜਿਹੜਾ ਟੀਵੀ ਹੈਗਾ ਨਾ, ਅਗਰ ਤੇ ਇੱਕ ਕੱਲੀ ਕਮਿਊਨਿਟੀ ਦਾ ਤਾਂ ਕਮਿਊਨਿਟੀ ਨੂੰ ਉਹਦੇ ਪੈਸੇ ਦੇਣੇ ਚਾਹੀਦੇ। ਜਿੱਦਾਂ ਸਿੱਖ ਚੈਨਲ ਹੈਗਾ ਤੇ ਕਮਿਊਨਿਟੀ ਦਾ ਕਮਿਊਨਿਟੀ ਨੂੰ ਪੈਸੇ ਦੇਣੇ ਚਾਹੀਦੇ। ਜਿੱਦਾਂ ਸਿੱਖ ਚੈਨਲ ਕਮਰਸ਼ੀਅਲ ਆ ਗਿਆ ਤੇ ਫਿਰ ਲੋਕਾਂ ਨੇ ਕਹਿਣਾ ਜੀ ਤੁਸੀਂ ਹੁਣ ਆਹ ਕਿਉਂ ਨਹੀਂ ਕਰਦੇ, ਆਹ ਕਿਉਂ ਨਹੀਂ ਕਰਦੇ, ਕਿਉਂਕਿ ਤੁਹਾਨੂੰ ਫਿਰ ਐਡ ਚਾਹੀਦੀਆਂ, ਤੁਹਾਨੂੰ ਵੱਖਰੇ ਵੱਖਰੇ ਪ੍ਰੋਗਰਾਮ ਚਾਹੀਦੇ ਆ, ਕਿ ਤੁਹਾਨੂੰ ਤੇ ਪੈਸਾ ਚਾਹੀਦਾ ਨਾ। ਹੁਣ ਇਸ ਵੇਲੇ ਕਮਿਊਨਿਟੀ ਦਾ ਤੇ ਕਮਿਊਨਿਟੀ ਨੂੰ ਚਾਹੀਦਾ ਕਿ ਇਹਨੂੰ ਪੈਸੇ ਦੇਣ ਜਿੰਨੇ ਇਹਦੇ ਲੱਗਦੇ ਆ। ਇੰਡੀਪੈਂਡੈਂਟ ਟੀਵੀ ਖੋਲਣਾ ਛੋਟੀ ਗੱਲ ਨਹੀਂ ਹੈ। ਯੂ ਨੀਡ ਐਟ ਲੀਸਟ 60,000 50-60,000 a month। A month, that's right. minimum है, start है। टीवी स्ट्रगल कर रहे हैं, and that's even at least minimum है, start है। वैसे ਸਾਰਿਆਂ ਨੂੰ ਕਰ ਚੁੱਕਾ, ਕਿਉਂਕਿ ਦੂਸਰਾ ਹੈਗਾ ਜਿਹਦਾ ਸਪੋਜ਼ ਤੁਸੀਂ ਤੇ ਮੈਂ, ਜਿਹੜਾ ਤੁਹਾਨੂੰ ਪਤਾ ਅਸੀਂ ਲੌਂਗ ਰਨ ਤਾਂ ਸਰਵਾਈਵ ਕਰ ਸਕਦੇ ਹਾਂ, ਕਿਉਂਕਿ ਜਿਹੜਾ ਟੀਵੀ ਦੇ ਵਿੱਚ ਚਾਹੀਦਾ ਉਹ ਸਾਨੂੰ ਪਤਾ ਹੈ। ਅਸੀਂ ਨਾ ਵੀ ਸਟਾਫ ਰੱਖ ਕੇ ਅਸੀਂ ਆਪੇ ਇਹ ਚੀਜ਼ਾਂ ਤਾਂ ਕਰ ਸਕਦੇ ਨਾ, ਨਾ ਸਾਨੂੰ ਕੈਮਰੇ ਦਾ ਚਾਹੀਦਾ, ਨਾ ਸਾਨੂੰ ਦੂਸਰੇ ਚਾਹੀਦਾ, ਇਕਵਿਪਮੈਂਟ ਚਾਹੀਦੇ ਆ, ਸੋ ਵੀ ਕੈਨ ਸਰਵਾਈਵ। ਫਿਰ ਇਹਦੇ ਵਾਸਤੇ ਮਟੀਰੀਅਲ ਚਾਹੀਦਾ। ਜੇ ਤੁਸੀਂ ਇੱਥੇ ਨਾ ਬੈਠੋ ਤੇ ਕੌਣ ਕਰੇਗਾ ਇਹ ਫਿਲਿੰਗ ਦੀ ਗੈਪ, ਕੌਣ ਕਰੇਗਾ? Absolutely, and we if you pay for everyone, how you can survive? ਅਸ਼ੋਕ ਜੀ, ਅੱਜ ਤੋਂ ਤਕਰੀਬਨ ਮੈਂ ਨਾ ਕੋਈ ਹੋ ਗਏ ਹੁਣੇ 15 ਸਾਲ ਪਹਿਲਾਂ ਦੀ ਗੱਲ ਹੈ, ਮੈਂ ਉਦੋਂ ਜਿਹੜਾ ਸੀ ਸਾਰਾ ਨਾ ਇੰਡੀਆ ਦੇ ਵਿੱਚ ਹੀ ਕੁਝ ਇੱਥੋਂ ਹੀ ਸੱਜਣ ਸੀ, ਉਹਨਾਂ ਨੇ ਟੀਵੀ ਚੈਨਲ ਖੋਲ੍ਹਣਾ ਚਾਹੁੰਦੇ ਸੀ ਤੇ ਉਹਦੇ ਵਾਸਤੇ ਮੈਂ ਸਾਰੀ ਰਿਸਰਚ ਕੀਤੀ ਸੀ। ਉਸ ਟਾਈਮ ਵੀ ਜਿਹੜਾ ਸੀ ਨਾ ਤਕਰੀਬਨ 1 ਕਰੋੜ ਰੁਪਏ ਮਹੀਨੇ ਦਾ ਇੰਡੀਅਨ ਕਰੰਸੀ ਦੇ ਹਿਸਾਬ ਨਾਲ ਲੱਗਦਾ ਸੀ। ਤੇ ਅੱਜ ਵੀ ਜੇ ਅਸੀਂ ਗੱਲ ਕਰਦੇ ਸਿੱਖ ਚੈਨਲ ਦੀ, ਨੀਅਰਲੀ ਤਕਰੀਬਨ 80,000 ਜਿਹੜਾ ਪਾਉਂਡ ਜਿਹੜੇ ਆ ਲੱਗਦੇ ਆ। ਅਗੇਨ ਜੀ ਡਿਪੈਂਡ ਹੈ, ਤੁਸੀਂ ਦੇਣਾ ਲੈਣਾ, ਤੁਸੀਂ ਇਹਨੂੰ ਇੱਕ ਰੂਮ 'ਚ ਵੀ ਖੋਲ ਸਕਦੇ, ਦੋਨੋਂ 'ਚ ਵੀ ਖੋਲ ਸਕਦੇ ਆ। ਮੇਰੀ ਸਟੱਡੀ 25 ਈਅਰ ਦੇ ਵਿੱਚ ਇਹੋ ਹੀ ਹੈਗੀ ਹੈ। ਜਿੱਦਾਂ ਤੁਸੀਂ ਕਿਹਾ ਬੰਬੇ, ਠੀਕ ਹੈ, ਬੜਿਆਂ ਨਾਲ ਜਾਣ ਪਛਾਣ, ਮੈਂ ਬਹੁਤ ਨਾਲ ਬੈਠਾ, ਸ਼ੌਂਕ ਸਾਰਾ ਪੂਰਾ ਕੀਤਾ,
ਕੋਈ ਵੀ ਐਕਟਰ ਤੁਸੀਂ ਕਹੋ ਮੈਂ ਮੇਰੇ ਸਾਡੇ ਕੋਲ ਕਾਰਡ ਹੈਗਾ, ਵੀ ਕੈਨ ਗੋ ਇਨ ਐਨੀ ਸਟੂਡੀਓ, ਠੀਕ ਹੈ। ਤੇ ਪਰ ਮੈਂ ਉਹਦੇ ਵਿੱਚ ਆਪਣੇ ਆਪ ਨੂੰ ਕਦੀ ਵੀ ਨਹੀਂ ਵਾੜਿਆ। ਉਹ ਹਿਊਜ਼ ਹੈਗਾ ਬੜਾ, ਉਹਨਾਂ ਕਹਿਣਾ ਓ ਯੂ ਲੁੱਕ ਲਾਈਕ ਦਿਸ, ਯੂ ਲੁੱਕ ਲਾਈਕ ਦੈਟ, ਪਰ ਮੈਂ ਕਦੀ ਨਹੀਂ ਕੀਤਾ ਉਹਦੇ ਚ। That's fantastic. I mean, you have a really inspirational story, Bhai Sahib ji. But we have to stop you there, unfortunately, because it's now coming up to the end of this show. So we will ask you, what message would you like to give the viewers out there, particularly in regards to Kabaddi? Yes, ਮੇਰੀ ਤੇ ਇਹੋ ਹੀ ਸਾਰਿਆਂ ਅੱਗੇ ਬੇਨਤੀ ਹੈਗੀ ਹੈ, ਪਲੀਜ਼ ਜਿਹੜੇ ਵੀ ਇਸ ਵੇਲੇ ਦੇਖ ਰਹੇ ਨੇ, ਪਲੀਜ਼ ਆਪਣੇ ਬੱਚਿਆਂ ਨੂੰ ਇਸ ਪਾਸੇ ਲਿਆਓ। ਇਹ ਸਪੋਰਟਸ ਸਾਰੀ ਹੈਗੀ, ਫੁੱਟਬਾਲ, ਕਬੱਡੀ, ਹਾਕੀ, ਸਾਰੀਆਂ ਸਪੋਰਟਸ ਹੈਗੀਆਂ, ਪਰ ਇਹ ਜਿਹੜੀ ਕਬੱਡੀ ਸਪੋਰਟਸ ਹੈਗੀ ਹੈ ਇਹ ਡਿਫਰੈਂਟ ਹੈਗੀ ਬਾਕੀ ਸਪੋਰਟਸ ਨਾਲੋਂ। ਜਿੱਦਾਂ ਮੈਂ ਕਹਿ ਰਿਹਾ ਸੀ ਟ੍ਰਾਇੰਗਲ ਕਬੱਡੀ, ਚਲੋ ਟ੍ਰਾਇੰਗਲ ਕਬੱਡੀ ਜਦੋਂ ਅਸੀਂ ਕਰਦੇ ਹਾਂ ਕਬੱਡ, ਇਹ ਇਕੱਲੀ ਗੇਮ ਹੈਗੀ ਹੈ ਜਿਹਨੂੰ ਤੁਸੀਂ ਖੇਡਦਿਆਂ ਨਾਲ ਯੋਗਾ ਕਰਦੇ ਹੋ। ਇਸ ਕੋਲ ਪ੍ਰਾਣਾਯਾਮ ਯੋਗਾ, ਤੁਸੀਂ ਆਪਣੀ ਨਾਭੀ ਤੋਂ ਸਾਹ ਲੈਂਦੇ ਕਬੱਡ। So you do yoga while you play. Wow. And then you holding one breath. ਫੁੱਟਬਾਲ 'ਚ ਤੁਸੀਂ ਜਿੰਨੀਆਂ ਮਰਜ਼ੀ ਸਾਹ ਲਈ ਜਾਓ, ਦੌੜੀ ਜਾਓ। ਪਰ ਇਹ ਗੇਮਾਂ ਜਿਹੜੀਆਂ ਹੈਗੀਆਂ, ਕਬੱਡੀ ਜਿਹੜੀ ਹੈਗੀ ਹੈ ਐਕਚੁਅਲੀ ਨਾ ਤਾਂ ਤੈਨੂੰ ਕੋਈ ਇਕਵਿਪਮੈਂਟ ਲੈਣ ਦੀ ਲੋੜ ਹੈ, ਮਾਂ ਬਾਪ ਨੂੰ ਕੁਝ ਖਰੀਦਣ ਵਾਸਤੇ ਲੋੜ ਨਹੀਂ, ਕੱਛਾ ਬੱਚੇ ਪਾਉਂਦੇ ਆ, ਸ਼ੋਰਟਸ ਬੱਚਿਆਂ ਕੋਲ ਹੁੰਦੀ ਆ, ਦੈਟਸ ਇਟ। ਕੋਈ ਇਕਵਿਪਮੈਂਟ ਨਹੀਂ ਚਾਹੀਦਾ। I must ask you before you go. ਨੰਗੇ ਪੈਰੇ ਆ। Yeah, that's it, barefoot, yeah. Before you go, I must get you to say kabaddi kabaddi at least 10 times as fast as you can. Okay, so can you please do that for us now? Kabaddi 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 ਬਸ ਕਰ ਪ੍ਰੋਪਰ ਟਾਈਮ ਸਾਡਾ ਮਿਲਦਾ ਨਹੀਂਗਾ। Wow, that was ਸਟੈਮਿਨਾ ਬਹੁਤ ਹੈ ਤੇ ਸਾਡੇ ਕੋਲ ਟਾਈਮ ਘੱਟ ਆ। That was brilliant. ਮੈਂ ਕਹਿੰਦਾ ਜਦੋਂ ਕਬੱਡੀ ਪਾਣ ਜਾਂਦੇ ਨਾ, ਅਸੀਂ ਵੀ ਪਾਣ ਜਾਂਦੇ ਰਹੇ ਆ, ਜੋ ਹਜੇ ਨਾ ਹੱਥ ਸਾਡਾ ਉੱਥੇ ਕਿਤੇ ਟੱਚ ਹੋਣਾ ਨਹੀਂ ਹੁੰਦਾ, ਉੱਥੇ ਮੂੰਹ ਲਾਲ ਹੋ ਜਾਣਾ, ਪੂਰਾ ਜ਼ੋਰ ਲੱਗਣਾ, ਸਾਹ ਲੈ ਨਹੀਂ ਸਕਣਾ ਨਾ, ਤੇ ਬਹੁਤ ਇਸ ਟੈਕਨੀਕ I can go long half hour. Wow. It's technique. I do kabad. You don't know, but I can breathe through my nose. These nose, I can sniff air While you're... Yes, you can't catch me. Yeah. So it's abhyas. But you can't do that. I do referee in Asian game. I'm the only one Punjabi from this part go to Asian game, pre-Olympic. Every 4 years, 2 years, ਜਿਹੜੀ ਵੀ ਕੰਟਰੀ ਚ ਹੁੰਦੀ ਆ ਮੈਂ ਜਾਂਦਾ ਐਸ ਮਤੇ ਮਾਣ ਆ, ਉੱਥੇ ਮੈਂ ਅੰਪਾਇਰ ਹੁੰਦਾ ਤੇ ਜੱਜ ਹੁੰਦਾ, ਮੇਰੀਆਂ ਡਿਊਟੀ ਹੁੰਦੀਆਂ। ਸੋ ਆਈ ਕੈਨ ਕੋਚ ਇੱਥੋਂ, ਜਦੋਂ ਤੁਸੀਂ ਨਹੀਂ ਉਹ ਕਰੇਗਾ ਸਾਹ ਲਏਗਾ, ਇਹ 1 ਸੈਕਿੰਡ ਬਾਅਦ ਖੜੀ ਹੋ ਜਾਏਗੀ ਆ ਜਿਹੜੀ, ਅਦਰਵਾਈਜ਼ ਸ਼ੀ I don't know ਕੰਟ ਐ ਕਰਦਾ ਰਹੇਗਾ। I don't look eyes, I look here while I do referee because I know ਜਦੋਂ ਉਹਦਾ ਖੜਾ ਹੋਇਆ ਕੰਟ, ਇਹਦਾ ਮਤਲਬ ਉਹਨੇ ਸਾਹ ਲਿਆ, ਜੋ ਸਾਹ ਲਏਗਾ ਉਹ ਇਹਨੂੰ ਨਹੀਂ ਸਟਾਪ ਕਰ ਸਕਦਾ। I see. ਇਹ ਵੀ ਪਤਾ ਇਸ ਟੈਕਨੀਕਲ Techniques, yes indeed. Yeah. ਬਹੁਤ ਵਧੀਆ। ਵੈਸੇ ਬਹੁਤ ਤੁਸੀਂ ਜਿਹੜਾ ਵਧੀਆ। ਜਿਹੜਾ ਬੜੀ ਹਿੰਮਤ ਰੱਖੀ ਤੇ ਇੱਥੋਂ ਤੱਕ ਪਹੁੰਚੇ ਜੇ, ਤੇ ਇਹੀ ਅਰਦਾਸ ਕਰਦੇ ਹਾਂ ਕਿ ਹੋਰ ਵੀ ਜ਼ਿਆਦਾ ਅੱਗੇ ਪਹੁੰਚੋ, ਔਰ ਮੈਂ ਤਾਂ ਕਹਿੰਦਾ ਫਿਲਮਿੰਗ ਦੇ ਵਿੱਚ ਵੀ ਜਿਹੜਾ ਹੈਗਾ ਮਹਾਰਾਜ ਕਿਰਪਾ ਕਰਨ ਬਾਲੀਵੁੱਡ ਤੱਕ ਪਹੁੰਚੋ। ਮੈਂ ਤੁਹਾਡਾ ਸਾਥ ਦਊਂਗਾ ਜ਼ਰੂਰ ਇਸ ਕੰਮ ਦੇ ਵਿੱਚ, ਇਦਾਂ ਦੀ ਕੋਈ ਗੱਲ ਨਹੀਂ, ਮੈਂ ਸੋਚਿਆ ਹੋਇਆ ਪੂਰਾ ਇਸ ਸੰਬੰਧ ਵਿੱਚ, ਤੇ ਆਪਾਂ ਡਿਸਕਸ ਕਰਾਂਗੇ। ਤੇ ਗੁਰੂ ਮਹਾਰਾਜ ਜਿਵੇਂ ਤੁਸੀਂ ਕਬੱਡੀ 'ਚ ਇੰਨਾ ਕੁਝ ਕੀਤਾ ਆ ਤੇ ਇੱਥੋਂ ਤੱਕ ਪਹੁੰਚੇ, ਤੇ ਇੱਥੇ ਜ਼ਰੂਰ ਪਹੁੰਚੋਗੇ। ਹੋਰ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਸੰਗਤਾਂ ਨੂੰ? ਮੈਸੇਜ ਤੇ ਅੱਗੇ ਜਿੱਦਾਂ ਮੈਂ ਕਿਹਾ, ਹੁਣ ਮੈਂ ਇਹ ਮੈਸੇਜ ਕਹਿਣਾ ਚਾਹੁੰਦਾ ਕਿ ਸਾਨੂੰ ਵਰਲਡ ਕੱਪ ਹੁਣ ਤੀਸਰਾ ਆ ਰਿਹਾ, ਤੇ ਉੱਥੇ ਉਹਨਾਂ ਨੇ ਸੱਦਾ ਪੱਤਰ ਦਿੱਤਾ ਆਉਣ ਵਾਸਤੇ ਇੰਡੀਆ 'ਚ, ਤੇ ਟੀਮ ਲੈ ਕੇ ਜਾਣ ਵਾਸਤੇ, ਪਰ ਇਹ ਹੈਗਾ ਕਿ ਸਪਾਂਸਰ ਨਹੀਂ ਮਿਲਦੇ, ਅਸੀਂ ਕਿੰਨੇ ਪੈਸੇ ਲਾਉਂਦੇ ਆ, ਪਰ ਜਦੋਂ ਇਸ ਵੇਲੇ ਆਉਂਦਾ ਹੈ ਉਦੋਂ ਕੋਈ ਨਹੀਂ ਲਾਗੇ ਲੱਗਦਾ। ਹਰ ਸਾਲ ਮੈਂ ਆਪਣੇ ਪੈਸੇ ਖਰਚ ਕੇ ਟਿਕਟਾਂ ਲਾ ਕੇ ਜਾਂਦਾ, ਫਿਰ ਉੱਥੋਂ ਮਿਲਦਾ, ਭਾਵੇਂ ਘਟੇ ਵਧੇ ਉਹ ਸਾਡਾ ਹੁੰਦਾ, ਠੀਕ ਹੈ। ਫਿਰ ਮੈਂ ਬਾਰ-ਬਾਰ ਉਹੀ ਕਹਿੰਦਾ, ਸ਼ਿੰਦੀ ਭਾਜੀ ਖਹਿਰੇ ਹੋਣੀ ਇਹ ਨਾਲ ਹੈਲਪ ਕਰ ਦਿੰਦੇ ਨੇ, ਕਈ ਸੁਖਦੇਵ ਹੈਗੇ ਨੇ, ਸੁਖਦੇਵ ਭਾਜੀ ਕੇਟਰਿੰਗ ਵਾਲੇ, ਉਹ ਹੈਲਪ ਕਰਦੇ। ਬਾਕੀ ਨਾ ਕਿੰਨੀ ਵਾਰੀ ਤੁਸੀਂ ਇੱਕ ਬੰਦੇ ਨੂੰ ਕਹੀ ਜਾਓਗੇ, ਆਪਣੇ ਬੰਦੇ ਆਉਂਦੇ ਨੇ, ਸਗੋਂ ਇਹ ਕਹਿੰਦੇ ਆ ਕਿ ਵੀ ਇਹਦਾ ਨਾ ਹੀ ਹੋਵੇ। ਉਲਟਾ ਕੀ ਕੀਤਾ, ਕਿਸੇ ਨੇ ਵੈਬਸਾਈਟ ਤੇ ਸਾਡੇ ਵੱਲੋਂ ਪਾਤਾ ਸੁਖਬੀਰ ਬਾਦਲ ਦੇ ਅਗੇਂਸਟ ਇੰਗਲੈਂਡ ਟੀਮ ਵੱਲੋਂ ਕਿ ਅਸੀਂ ਸੁਖਬੀਰ ਬਾਦਲ ਸਾਹਿਬ ਨੂੰ ਮਾੜਾ ਕਹਿੰਦੇ ਆ, ਗਾਲਾਂ ਕੱਢਦੇ ਆ, ਕਹਿੰਦੇ ਆ, ਆਈ ਡੋਨਟ ਨੋ। ਸੋ ਉੱਥੇ ਉਹਨਾਂ ਨੇ ਟਰੇਸ ਕੀਤਾ, ਉਹਨਾਂ ਨੇ ਕੱਢਿਆ, ਯਾਰ ਵੀ ਅਸੀਂ ਤੇ ਇੰਨਾ ਕੁਝ ਕਰਦੇ, ਤੁਸੀਂ ਕੀ ਕਰਦੇ ਹੋ? ਇਹ 'ਚ ਕੋਈ ਸ਼ੱਕ ਨਹੀਂ, ਭਲੇ ਦਾ ਕੰਮ ਕਰਦੇ ਆ। ਜਦੋਂ ਤਾਂ ਉਹਨਾਂ ਨੇ ਕੀਤਾ ਹੈ, ਅੱਜ ਕਬੱਡੀ ਨੂੰ ਲੋਕਾਂ ਨੂੰ ਪਤਾ ਲੱਗਾ ਇਟਸ ਨਾਟ ਈਜ਼ੀ ਐਡਾ ਵੱਡਾ ਕੰਮ ਕਰਨਾ, ਔਰ ਉਹ ਮੈਂ ਵਾਕਈ ਸ਼ਾਬਾਸ਼ ਦੇਣਾ ਕਿ ਉਹ ਕਰਦੇ ਨੇ। ਪਰ ਕਿਸੇ ਨੇ ਇੱਥੋਂ ਇਹ ਪਾਤਾ, ਦੇਖੋ ਤੁਸੀਂ ਦੱਸੋ ਹੁਣ ਕਿ ਇਹਨਾਂ ਨੂੰ ਨਾ ਬੁਲਾਉਣ ਕਿ ਅਸੀਂ ਉਹਨਾਂ ਦੇ ਅਗੇਂਸਟ, ਅਸੀਂ ਉਹਨਾਂ ਨੂੰ ਗਾਲਾਂ ਕੱਢਦੇ ਹਾਂ।
ਪਰ ਮੈਂ ਮੈਸੇਜ ਇਹ ਵੀ ਦੇਣਾ ਚਾਹੁੰਦਾ, ਪਲੀਜ਼ ਜਿਹੜਾ ਵੀ ਕਰਨਾ ਚਾਹੁੰਦਾ ਮੈਂ ਹੈਲਪ ਕਰਾਂਗਾ, ਉਹ ਆ ਕੇ ਕਰਨ, ਮੈਂ ਹੈਲਪ ਕਰਾਂਗਾ। ਅਗਰ ਕੋਈ ਚਲੋ ਪ੍ਰਧਾਨ ਬਣਨਾ ਚਾਹੁੰਦਾ ਅੱਗੇ ਮੈਂ ਹੈਲਪ ਕਰਾਂਗਾ, ਮੈਂ ਤਾਂ ਅੱਗੇ ਵੀ ਕਿਹਾ ਕਿੰਨੀ ਵਾਰੀ, ਪਰ ਪਲੀਜ਼ ਉਹਨੂੰ ਕਿਸੇ 'ਚ ਵੰਡਣ ਨਾ, ਉਹਨੂੰ ਫੇਰ ਰੱਖ ਕੇ ਅੱਗੇ ਲੈ ਕੇ ਜਾਣ। ਪਰ ਜਿਹੜਾ ਸੁਪਨਾ ਦੇਖਿਆ ਵਾ, ਮੇਰਾ ਵੀ ਸੁਪਨਾ ਹੈਗਾ, ਸਾਰੇ ਕਹਿੰਦੇ 올림픽 ਜਾਣਾ, ਪਰ ਇਹ ਅੱਖਾਂ ਮੀਟਣ ਤੋਂ ਪਹਿਲਾਂ ਉਹ 'ਚ ਚਲ ਜਾਵੇ। ਅਗਲੇ ਸਾਲ ਕਾਮਨਵੈਲਥ ਗੇਮਸ ਹੈਗੀਆਂ ਆਪਣਾ ਗਲਾਸਗੋ ਦੇ ਵਿੱਚ, ਤੇ ਜੇ ਅਗਰ ਸਾਰੇ ਸਾਥ ਦੇਣ, ਚਲੋ ਕਾਮਨਵੈਲਥ 'ਚ ਐਤਕੀ ਤੇ ਨਹੀਂ, ਪਰ ਅਸੀਂ ਡੈਮੋਸਟ੍ਰੇਟ ਕਰ ਸਕਦੇ ਹਾਂ। ਸਾਡੀ ਇਸ ਵੇਲੇ ਇਹ ਕੋਸ਼ਿਸ਼ ਹੈਗੀ ਹੈ। ਪਰ ਇੰਨੇ ਪਿਆਰੇ ਹੈਗੇ ਇਸ ਵੇਲੇ, ਸੁਣਦੇ ਵੀ ਹੋਣੇ ਆ, ਪੈਸੇ ਵੀ ਲਾਉਂਦੇ ਹਜ਼ਾਰਾਂ, ਪਰ ਜੇ ਉਹ ਥੋੜਾ ਥੋੜਾ ਸਾਡੇ ਨਾਲ ਵੀ ਸਾਥ ਦੇਣ, ਅਸੀਂ ਇਹ ਤੇ ਅਕੈਡਮੀ ਖੋਲੀਏ, ਯੰਗਸਟਰ ਨੂੰ ਲਿਆਈਏ, ਯੰਗਸਟਰ ਦੌਰ 'ਚ ਆਉਣ, ਅਸੀਂ ਉਹਨਾਂ ਨੂੰ ਕਬੱਡੀ ਬਾਰੇ ਦੱਸੀਏ। ਦੂਸਰਾ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ, ਜਿੱਦਾਂ ਆਪਾਂ ਗੁਰਮਤ ਬਾਰੇ ਦੱਸਦੇ ਹਾਂ, ਸਾਡੇ ਗੁਰੂਆਂ ਨੇ, ਤੁਹਾਨੂੰ ਯਾਦ ਹੋਣਾ, ਉਹ ਜਦੋਂ ਬਹਿੰਦੇ ਹੁੰਦੇ ਸੀ ਉਦੋਂ ਬੱਚਿਆਂ ਨੂੰ ਬੁਲਾ ਕੇ ਗੇਮਾਂ ਸਿਖਾਉਂਦੇ ਹੁੰਦੇ ਸੀ, ਉਹਨਾਂ ਨੂੰ ਬਦਾਮ ਦਿੰਦੇ ਹੁੰਦੇ ਸੀ, ਘਿਓ ਦਿੰਦੇ ਹੁੰਦੇ ਸੀ ਕੋਲੋਂ। ਜਦ ਤੱਕ ਤੁਹਾਡਾ ਸਰੀਰ ਨਿਰੋਗ ਨਹੀਂ ਹੈ, ਤੁਸੀਂ ਮੈਡੀਟੇਸ਼ਨ ਨਹੀਂ ਕਰ ਸਕਦੇ, ਤੁਸੀਂ ਰੱਬ ਵੱਲ ਲਗਨ ਨਹੀਂ ਲਾ ਸਕਦੇ। ਇਸੇ ਕਰਕੇ ਸੰਤ ਸਿਪਾਹੀ ਬਣਾਇਆ ਸਤਿਗੁਰਾਂ ਨੇ, ਗੱਤਕਾ ਜਿਹੜਾ ਮਾਰਸ਼ਲ ਆਰਟ ਜਿਹੜਾ ਉਹਦੀ ਸਿਖਲਾਈ ਦਿੱਤੀ ਹੈ, ਘੋੜਸਵਾਰੀ, ਸਾਰੀਆਂ ਚੀਜ਼ਾਂ। ਪਰ ਉਸ ਤੋਂ ਪਹਿਲਾਂ ਤੁਹਾਡਾ ਸਰੀਰ ਨਿਰੋਗ ਹੋਣਾ ਚਾਹੀਦਾ। ਇੱਕ ਨਿਰੋਗੀ ਸਰੀਰ ਹੀ ਬਲਵਾਨ ਬਣ ਸਕਦਾ, ਬਲਵਾਨ ਸਰੀਰ ਹੀ। ਹੁਣ ਮੈਨੂੰ ਦਮਾ ਹੋਇਆ ਪਿਆ ਤਾਂ ਮੈਂ ਕਿੰਨੀ ਵਾਰੀ ਭਗਤੀ ਕਰਾਂਗਾ, ਮੈਂ ਕਿੰਨੀ ਵਾਰੀ ਵਾਹਿਗੁਰੂ ਦਾ ਚਾਂਟ ਕਰਾਂਗਾ। ਜੇ ਮੈਂ ਬਹਿ ਹੀ ਨਹੀਂ ਸਕਦਾ, ਮੇਰੇ ਗੋਡੇ ਪੀੜ ਹੁੰਦੇ ਪਏ, ਮੈਂ ਕਿੰਨੀ ਵਾਰੀ ਮਹਾਰਾਜ ਜੀ ਦਾ ਸਿਮਰਨ ਕਰਾਂਗਾ। ਸੋ ਸਭ ਤੋਂ ਪਹਿਲਾਂ ਆਪਣੇ ਸਰੀਰ ਨੂੰ ਨਿਰੋਗੀ ਬਣਾਓ, ਉਹ ਤਾਂ ਹੀ ਹੋਏਗਾ। ਆਪਣੇ ਬੱਚਿਆਂ ਨੂੰ ਹੁਣ ਤੋਂ ਸਪੋਰਟਸ ਵਾਲੇ ਵਾਸਤੇ ਪਾਓ, ਜ਼ਿਆਦਾ ਸਪੋਰਟਸ ਕਰਨ, ਜ਼ਿਆਦਾ ਬਾਹਰ ਜਾਣ, ਖੇਡਣ, ਨੱਥਣ, ਤਾਂ ਕਿ ਉਹਨਾਂ ਦੇ ਅੰਦਰ ਜਿਹੜਾ ਡਿਪਰੈਸ਼ਨ ਹੈਗਾ, ਪ੍ਰੈਸ਼ਰ ਹੈਗਾ, ਉਹ ਖਤਮ ਹੋ ਜਾਏ। ਨਿਰੋਗ ਸਰੀਰ ਪ੍ਰੈਸ਼ਰ ਨੂੰ ਖਤਮ ਕਰਦਾ ਹੈ, ਤੇ ਅੱਗੇ ਉਹ ਮਹਾਰਾਜ ਦਾ ਸਿਮਰਨ ਪ੍ਰੈਸ਼ਰ ਨੂੰ ਖਤਮ ਕਰਦਾ ਹੈ। ਬੁੱਕ ਪੜ੍ਹਨ ਦੇ ਨਾਲ ਮੇਰੇ ਅੰਦਰ ਨਾ ਪੀਜ਼ਾ ਚਲ ਜਾਣਾ, ਨਾ ਬਰਫੀ ਜਾਣੀ। I have to eat. ਬਿਲਕੁਲ ਜੀ, ਤਲਵਿੰਦਰ ਸਿੰਘ ਲਾਲੀ ਦਾ ਜਨਮ ਦਿਨ ਹੈ, ਤੇ ਉਹ ਕਹਿੰਦਾ ਪੀਜ਼ਾ ਮੈਂ ਕੇਕ ਦੇ ਨਾਲ ਲੈ ਕੇ ਆਉਣਾ ਵਾ। ਬਹੁਤ ਬਹੁਤ ਵਧਾਈਆਂ ਜੀ ਉਹਨਾਂ ਨੂੰ, ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ ਜੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬ੍ਰੇਕਫਾਸਟ ਉੱਤੇ ਆਏ ਜੇ, ਇੰਨੀ ਜ਼ਿਆਦਾ ਇਨਫੋਰਮੇਸ਼ਨ ਜਾਣਕਾਰੀ ਦਿੱਤੀ ਹੈ, ਤੇ ਕਬੱਡੀ ਵਾਸਤੇ ਇੰਨਾ ਜ਼ਿਆਦਾ ਕੁਝ ਕਰ ਰਹੇ ਜੇ। ਮੈਂ ਕੁਝ ਨਹੀਂ ਕਰ ਰਿਹਾ ਜੀ, ਮੈਂ ਤੁਹਾਡਾ ਧੰਨਵਾਦ ਕਰਦਾ, ਜੇ ਤੁਸੀਂ ਨਾ ਬੁਲਾਉਂਦੇ ਲੋਕਾਂ ਨੂੰ ਕਿੰਨਾ ਅਵੇਅਰਨੈਸ। ਮੈਂ ਇੱਕ ਗੱਲ ਚਾਹਾਂਗਾ ਜ਼ਰੂਰ, ਤੁਸੀਂ ਭੈਣ ਜੀ ਨੂੰ ਹਰ ਥਾਂ ਲੈ ਕੇ ਜਾਂਦੇ, ਲੇਕਿਨ ਸਾਡੇ ਇੱਥੇ ਸ਼ੋਅ ਤੇ ਨਹੀਂ ਲੈ ਕੇ ਆਏ, ਇਹ ਤੁਸੀਂ ਗਲਤ ਕੀਤਾ ਆ। ਤੇ ਅੱਜ ਉਹਨੂੰ ਨਹੀਂ ਪਤਾ ਕਿ ਮੈਂ ਟੀਵੀ ਤੇ ਹੈਗਾ। ਹਾਂਜੀ, she is on a duty, ਉਹ 5 ਵਜੇ ਦੇ ਗਏ ਹੋਏ ਆ ਕਿ ਉਹ ਨਿਊਜ਼ ਕਰਨੀ ਹੈ, she direct news today in ITV। ਉਹਨਾਂ ਨੂੰ ਪਤਾ, ਘਰ ਕਿਸੇ ਨੂੰ ਨਹੀਂ ਪਤਾ ਕਿ ਮੈਂ ਇੱਥੇ ਟੀਵੀ ਤੇ ਆਇਆ। ਘਰੋਂ ਮੈਂ ਆਪਣੇ ਆਫਿਸ ਵਾਸਤੇ ਆਇਆ, ਗੱਡੀ ਮੇਰੀ ਕੌਂਸਲ ਦੀ ਬਾਹਰ ਖੜੀ ਹੈ, ਹੁਣ ਮੈਂ ਸਿੱਧਾ ਆਫਿਸ ਜਾਣਾ, ਕਿਸੇ ਨੂੰ ਨਹੀਂ ਪਤਾ ਮੈਂ। ਚਲੋ ਭੈਣ ਜੀ ਨੂੰ ਨੈਕਸਟ ਟਾਈਮ ਜ਼ਰੂਰ ਲੈ ਕੇ ਆਣਾ, ਜ਼ਰੂਰ। ਇਹ ਵਾਅਦਾ ਰਿਹਾ, ਅਸੀਂ ਫੇਰ ਕਰਾਂਗੇ ਸ਼ੋਅ, ਔਰ ਉੱਤੇ ਅਸੀਂ ਇਹ ਵੀ ਰੱਖਾਂਗੇ। ਅੱਜ ਮੇਰੀ ਇੱਕ ਸਵਾਲ ਹੈਗਾ, ਜਿਹੜਾ ਵੀ ਜਿੱਤੇਗਾ ਮੈਂ ਉਹਨੂੰ ਇੰਗਲੈਂਡ ਦੀ ਟੀ-ਸ਼ਰਟ ਦਾਂਗਾ। ਇਹ ਮੇਰਾ ਸਵਾਲ ਹੈਗਾ ਕਿ ਸਾਰੇ ਕਬੱਡੀ ਦੇਖਦੇ ਨੇ, ਤੇ ਕਬੱਡੀ ਦਾ ਮਤਲਬ ਕੀ ਹੈ? ਅਸੀਂ ਕਹਿੰਦੇ ਕਬੱਡੀ, ਕਬੱਡੀ ਉਹਦਾ ਮਤਲਬ ਕੀ ਹੈ? ਹਾਂਜੀ, ਠੀਕ ਹੈ ਜੀ, ਕਬੱਡੀ ਦਾ ਮਤਲਬ ਤੁਸੀਂ ਦੱਸਣਾ ਜੀ। ਹੋਰ ਕੋਈ ਕਿਉਂ ਨਹੀਂ ਕਿਹਾ, ਹੋਰ ਕੋਈ ਕਿਉਂ ਨਹੀਂ ਕਹਿ ਸਕੇ ਕਬੱਡੀ? ਕਬੱਡੀ ਕਿਉਂ ਕਹਿੰਦੇ, ਕੀ ਮਤਲਬ ਉਹਦਾ? ਕਿਉਂ? ਚਲੋ ਜੀ, ਕਬੱਡੀ ਦਾ ਮਤਲਬ ਇਹ ਕੁਐਸਚਨ ਰਿਹਾ, ਤੇ ਬਹੁਤ ਧੰਨਵਾਦ ਭਾਈ ਸਾਹਿਬ ਦਾ ਸਮਾਂ ਇਜਾਜ਼ਤ ਨਹੀਂ ਦਿੰਦਾ, ਬੜਾ ਚੰਗਾ ਲੱਗਿਆ, ਬੜੀ ਇਨਫੋਰਮੇਸ਼ਨ ਮਿਲੀ ਹੈ। And now, of course, it is time for the thought of the day. We have a fantastic thought of the day this morning, sent in from Nirmaljit Kaur from Slough. So thank you very much for your thought of the day. We love doing these thoughts of the days as usual because they're very, very inspiring. And she says, it's nice to see you smiling every day. She says, Sardar Dilbag Singh Ji and Manpreet Kaur, it's nice to see you smiling every day. Inspiring program. Cooking show is very impressive. And here is her thought of the day. Just one positive thought in the morning can change your whole day. So just one positive thought in the morning can change your whole day. And I think that's very, very true, because when you wake up from the right side of the bed and you have a fantastic day in the morning, it leaves off this domino effect, and you just, one good thing starts to happen, then another good thing starts to happen, and it's brilliant. You have this positive day. Whereas if you wake up on the wrong side of the bed, you stub your toe in the morning, or perhaps, you know, you knock into something in the morning and then you take that in a bad way, then you tend to have a bad day. So a positive thought in the morning is a brilliant thing for everybody. So thank you very much for that thought of the day.
ਤੇ ਹੁਣ ਜਿਨ੍ਹਾਂ ਦਾ ਅਸੀਂ ਇੰਤਜ਼ਾਰ ਕਰਦੇ ਸੀ, ਸਾਡੇ ਅੱਜ ਦੇ ਖਾਸ ਗੈਸਟ, ਸਪੈਸ਼ਲ ਗੈਸਟ ਸਾਡੇ ਕੋਲ ਪਹੁੰਚ ਚੁੱਕੇ ਹੈ ਤੇ ਉਹਨਾਂ ਦੇ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਨੀ ਹੈ, ਰੂਬਰੂ ਕਰਾਉਣਾ ਹੈ। ਔਰ ਉਹ ਅੱਜ ਸਾਡੇ ਕੋਲ ਜਿਹੜੇ ਕਵੀ ਆਏ ਹੈ ਤੇ ਕਵੀ ਦੇ ਬਾਰੇ 2 ਲਾਈਨਾਂ ਇਹ ਹੈ ਕਿ ਕਵਿਤਾ ਨਿਕਲਦੀ ਕਵੀ ਦੇ ਮਨ ਵਿੱਚੋਂ, ਕਵਿਤਾ ਨਿਕਲਦੀ ਕਵੀ ਦੇ ਮਨ ਵਿੱਚੋਂ, ਫਿਰ ਕਲਮ ਨਾਲ ਕਵੀ ਦਾ ਸੰਗ ਹੁੰਦਾ। ਕਵਿਤਾ ਨਿਕਲਦੀ ਕਵੀ ਦੇ ਮਨ ਵਿੱਚੋਂ, ਫਿਰ ਕਲਮ ਨਾਲ ਕਵੀ ਦਾ ਸੰਗ ਹੁੰਦਾ। ਮਾਂ ਬੋਲੀ ਨੂੰ ਕਰਦਾ ਪਿਆਰ ਜਿਹੜਾ, ਮਾਂ ਬੋਲੀ ਨੂੰ ਕਰਦਾ ਪਿਆਰ ਜਿਹੜਾ, ਕਾਫੀਆ ਉਹਦਾ ਕਦੇ ਨਹੀਂ ਤੰਗ ਹੁੰਦਾ। ਮੇਰੀ ਮੁਰਾਦ ਅੱਜ ਸਾਡੇ ਕੋਲ ਕਵੀ ਆਏ ਹੈ ਹਰਚਰਨ ਸਿੰਘ ਜੀ ਸਹਿਮੀ ਜੀ। ਆਇਆਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ, ਤੁਹਾਡਾ ਧੰਨਵਾਦ ਕਰਦੇ ਹਾਂ। ਕੋਈ ਮੈਂ ਕਵੀ ਤੇ ਨਹੀਂ, I was just about to say, Uncle G, did you write those words? Because they were beautiful. They were absolutely beautiful. ਲੇਕਿਨ ਕਵੀਆਂ ਦਾ ਸੰਗ ਕਰਕੇ ਨਾ ਤੇ ਸਾਨੂੰ ਵੀ ਮਾੜਾ ਮੋਟਾ ਗਿਆਨ ਆਉਣ ਲੱਗ ਜਾਂਦਾ। ਸਾਡੇ ਕੋਲ ਪਿਛਲੇ ਦਿਨਾਂ 'ਚ ਵੀ ਕਈ ਕਵੀ ਆਉਂਦੇ ਰਹੇ ਆ ਤੇ ਇਸੇ ਤਰ੍ਹਾਂ ਕਵੀ ਸਾਡੇ ਕੋਲ ਆਉਂਦੇ ਰਹੇ ਤੇ ਮਹਾਰਾਜ ਕਿਰਪਾ ਕਰਨਗੇ ਅਸੀਂ ਕਵੀਆਂ ਦਾ ਸੰਗ ਕਰਕੇ ਕਵੀ ਬਣ ਜਾਣਾ ਹੈ। Absolutely, so hopefully. ਪਹਿਲੀ ਕਵਿਤਾ ਮੈਂ ਲਿਖੀ ਸੀ ਹਾਂਜੀ 12 ਸਾਲ ਦੀ ਉਮਰ ਦੇ ਵਿੱਚ। ਸਾਡੇ ਪਿੰਡ ਸਕੂਲ ਬਣਿਆ ਸੀ 1951 ਵਿੱਚ ਜੀ ਤੇ ਸਕੂਲ ਦੇ ਉੱਤੇ ਮੈਂ ਕਵਿਤਾ ਲਿਖੀ ਸੀ। ਤੇ ਉਸ ਤੋਂ ਬਾਅਦ ਫਿਰ ਜੇ ਕਿਤੇ ਫਰਜ਼ ਕਰ ਲਓ ਮੀਂਹ ਆ ਗਿਆ ਸਾਉਣ ਦੇ ਦਿਨਾਂ ਦੇ ਵਿੱਚ, ਹਾਂਜੀ, ਤੇ ਲੋਕਾਂ ਦੇ ਕੋਠੇ ਕਾਠੇ ਢਹਿ ਗਏ, ਉਹਦੇ ਤੇ ਕਵਿਤਾ ਲਿਖ ਦੇਣੀ। ਸਾਉਣ ਦੇ ਮਹੀਨੇ ਵਿੱਚ ਨਾ ਮੀਂਹ ਬਾਰਿਸ਼ਾਂ ਵਗੈਰਾ ਆਉਂਦੀਆਂ ਜਦੋਂ, ਹਾਂਜੀ, ਤੇ ਉੱਤੇ ਕਵਿਤਾ ਲਿਖ ਦੇਣੀ ਇੱਕ ਵੀ ਕੋਠੇ। ਸਾਉਣ ਦੇ ਮਹੀਨੇ ਤੇ ਕੱਲੇ ਵੈਸੇ ਤੇ ਬਨੇਰੇ ਜਿਹੜੇ ਨੇ ਬਰਸਾਤ ਨਾਲ ਉਹ ਢਹਿੰਦੇ ਆ। ਸਾਉਣ ਦੇ ਮਹੀਨੇ ਵਿੱਚ ਪਿੰਗਾਂ ਵੀ ਬੜੀਆਂ ਝੂੜਦੀਆਂ। ਪਿੰਗਾਂ ਦੀ ਵੀ ਗੱਲ ਕੀਤੀ ਕਿ ਨਹੀਂ? ਪਿੰਗਾਂ ਦੀ ਵੀ ਕੀਤੀ ਅਸੀਂ। ਕਿਆ ਬਾਤ ਹੈ, ਬਾਪੂ ਜੀ ਨੇ ਪਿੰਗਾਂ ਦੀ ਵੀ ਗੱਲ ਕੀਤੀ ਹੈ। ਬਾਪੂ ਤਾਂ ਸਾਡਾ ਹੋਣਾ ਉਸ ਟਾਈਮ ਤਾਂ ਬਾਪੂ ਜੀ ਯੰਗ ਸੀ ਇਹਨੇ। ਹਾਂਜੀ ਬਿਲਕੁਲ, ਪਿੰਗਾਂ ਦੀ ਗੱਲ ਵੀ ਮੈਂ ਕੀਤੀ। ਫਿਰ ਉਸ ਤੋਂ ਬਾਅਦ ਟਿੱਡੀ ਦਲ, ਜਿੱਦਾਂ ਤੁਹਾਨੂੰ ਚੇਤਾ ਹੋਊਗਾ, ਟਿੱਡੀ ਬੜੀ ਆਈ ਸੀ ਉੱਥੇ ਇੱਕ ਵਾਰ। ਹਾਂਜੀ ਹਾਂਜੀ ਮੇਰਾ ਖਿਆਲ ਸਨ 52 ਦੀ ਗੱਲ ਆ ਜੀ। ਅੱਛਾ ਜੀ, 52 ਦੀ। ਤੇ ਉਸ ਟਿੱਡੀ ਦਲ ਤੇ ਮੈਂ ਕਵਿਤਾ ਲਿਖੀ। ਅੱਛਾ ਜੀ, ਉਹ ਬਸ 12-13 ਸਾਲ ਦੀ ਉਮਰ ਦੇ ਵਿੱਚ ਹੀ ਲਿਖਣ ਲੱਗ ਗਏ। ਹਾਂਜੀ, ਪਹਿਲਾਂ ਸ਼ੁਰੂ ਤੋਂ ਆਪਣੀਆਂ ਕਵਿਤਾ ਲਿਖ ਕੇ ਆਪਣੀਆਂ ਗਾਈਆਂ ਕਿ ਪਹਿਲਾਂ ਦੂਸਰੇ ਜਿਹੜੇ ਰਾਈਟਰ ਹੋਏ ਦੂਸਰਿਆਂ ਦੀ ਵੀ ਮੈਂ ਗਾਉਂਦਾ ਰਿਹਾ, ਕਰਦਾ ਰਿਹਾ, ਗਾ ਕੇ ਵੀ ਮੈਂ ਸੁਣਾਉਂਦਾ ਰਿਹਾ। ਸਭ ਤੋਂ ਪਰ ਪਹਿਲਾਂ ਇੰਨਾ ਵਧੀਆ ਗਾਉਂਦਾ ਨਹੀਂ ਮੈਂ। ਸਭ ਤੋਂ ਪਹਿਲਾਂ ਕਿਹੜੀ ਕਵਿਤਾ ਗਾਈ ਸੀ ਤੁਸੀਂ, ਯਾਦ ਹੋਣਾ? ਸਭ ਤੋਂ ਪਹਿਲਾਂ ਤੇ ਮੈਂ ਸਕੂਲ ਦੇ ਵਿੱਚ, ਜਦੋਂ ਸਾਡਾ ਸਕੂਲ ਖੁੱਲਿਆ ਉਹਦੀ ਮੈਂ ਕਵਿਤਾ ਗਾਈ ਸੀ। ਤੇ ਲਿਖ ਵੀ ਲਈ ਆ ਉਹ? ਇਹਦੇ ਵਿੱਚ ਲਿਖੀ ਹੋਈ ਆ। ਬੁੱਕ ਤੁਹਾਡੀ ਲਿਖੀ ਹੋਈ ਆ ਇਹ? ਹਾਂਜੀ, ਆ ਬੁੱਕ ਮੇਰੀ ਲਿਖੀ ਹੋਈ ਆ। ਸੁਖੀ ਵਸਦਾ ਰਹੇ, ਸੁਖੀ ਵਸਦਾ ਰਹੇ ਪੰਜਾਬ ਸਾਡਾ। ਹਾਂਜੀ, ਪੰਜਾਬ ਉੱਤੇ ਲਿਖੀ ਹੈ ਚੰਦ ਸਿੰਘ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ। ਇਹਦੇ ਵਿੱਚ ਤੁਹਾਡੀ ਕਵਿਤਾਵਾਂ ਆ? ਹਾਂਜੀ, ਅਸੀਂ ਇੱਥੇ ਬਹਿ ਕੇ ਵੀ ਹਾਂਜੀ ਪੰਜਾਬ ਦੀ ਸੁੱਖ ਮੰਗਦੇ ਆ। ਹਾਂਜੀ, ਤੇ ਹਰ ਵੇਲੇ ਉਹਦਾ ਭਲਾ ਮੰਗੀਦਾ, ਚਾਹੇ ਉਹ ਜਿੱਦਾਂ ਦਾ ਮਰਜ਼ੀ ਹੋਵੇ। ਉੱਥੇ ਜਾਈਦਾ ਤੇ ਕਈਆਂ ਗੱਲਾਂ ਤੋਂ ਬੜਾ ਹੀ ਮਨ ਮਹਿਜੂਸ ਹੁੰਦਾ ਤੇ ਦੁਖੀ ਹੁੰਦਾ, ਪਰ ਅਸੀਂ ਫਿਰ ਵੀ ਉਹਦੇ ਗੁਣ ਗਾਉਣੇ ਆਣ ਕੇ ਇੱਥੇ। ਹਾਂਜੀ, ਪੰਜਾਬ ਦੇ ਜੀ। ਜਿਹੜੇ ਪੰਜਾਬ ਜਿੱਥੇ ਤੁਸੀਂ ਬਚਪਨ ਆਪਣਾ ਬਤਾਇਆ ਸੀ, ਉਹ ਪੰਜਾਬ ਜਿਹੜਾ ਹੈ ਉਹੀ ਪੰਜਾਬ ਹੈ ਹੁਣ ਕਿ ਫਰਕ ਪੈ ਗਿਆ? ਬਹੁਤ ਫਰਕ ਆ ਜੀ। ਅੱਛਾ ਜੀ, ਬੜਾ ਫਰਕ ਆ। ਉਹ ਪੰਜਾਬ ਨਹੀਂ ਰਹਿ ਗਿਆ, ਉਹ ਪੰਜਾਬ ਨਹੀਂ ਰਹਿ ਗਿਆ, ਉਹ ਪਿਆਰ ਨਹੀਂ ਰਹਿ ਗਿਆ, ਉਹ ਖੁਸ਼ਹਾਲੀ ਨਹੀਂ ਰਹਿ ਗਈ, ਹੁਣ ਤੇ ਜਿਹਨੂੰ ਦੇਖੋ ਨਹੀਂ ਰਹਿ ਗਈ ਹੈ ਨਾ, ਜਿਹਨੂੰ ਦੇਖੋ ਉਹ ਇੱਕ ਦੂਜੇ ਨੂੰ ਲੁੱਟਣ ਦੀ ਕਰਦਾ, ਸੋਚਦਾ ਹਾਂਜੀ ਵੀ ਇਹ ਜੋ ਕੁਛ ਮਾਲ ਇਹਦੇ ਕੋਲ ਹੈਗਾ ਮੇਰੇ ਕੋਲ ਆ ਜਾਵੇ। ਨਸ਼ਿਆਂ ਦੀ ਬੜੀ ਭਰਮਾਰ ਹੋ ਗਈ, ਨਸ਼ਿਆਂ ਦੀ ਬੜੀ ਭਰਮਾਰ ਆ ਉੱਥੇ। ਫਿਰ ਬੱਚਿਆਂ ਦਾ ਧੀਆਂ ਨੂੰ ਮਾਰ ਦਿੰਦੇ ਕੁੱਖ ਦੇ ਵਿੱਚ। ਹਾਂਜੀ, ਭਰੂਣ ਹੱਤਿਆ ਕਰਦੇ ਬਹੁਤ ਜ਼ੁਲਮ ਹੈ ਵੱਡਾ। ਇਹ ਬੜਾ ਵੱਡਾ ਜ਼ੁਲਮ ਹੈ, ਜਨਮ ਹੋਣ ਤੋਂ ਪਹਿਲਾਂ ਹੀ ਮਾਰ ਦੇਣਾ। ਹਾਂਜੀ, ਤੇ ਮੈਂ ਕੁਛ ਕਵਿਤਾ ਭਰੂਣ ਹੱਤਿਆ ਦੇ ਉੱਤੇ ਵੀ ਹੈਗੀ ਮੇਰੇ ਕੋਲ, ਇਹ ਲਿਆਇਆ। ਫਿਰ ਨਸ਼ੇ ਦੇ ਉੱਤੇ ਵੀ ਉਹ ਮੈਂ ਸੁਣਾਵਾਂਗਾ। ਸਾਰੇ ਪੱਖ ਤੁਸੀਂ ਜਿਹੜੇ ਪੂਰੇ ਸਾਰੇ, ਤੁਸੀਂ ਆਪਣੇ ਪੰਜਾਬ ਦਾ ਕੀ ਸਾਰੇ ਇੰਡੀਆ ਦਾ ਹੀ ਕਿਸੇ ਵੀ ਪਹਿਲੂ ਤੋਂ ਲੈ ਲਓ, ਕੋਈ ਵੀ ਪਹਿਲੂ ਲੈ ਲਓ, ਹਰ ਇੱਕ ਪਹਿਲੂ ਜਿਹੜਾ ਬਸ ਉਹ ਥੱਲੇ ਨੂੰ ਜਾਂਦਾ, ਉਹ ਚੰਗਿਆਈ ਨਹੀਂ ਹੈਗੀ ਉਹਦੇ ਵਿੱਚ। ਜਿਵੇਂ ਆ ਮੈਂ ਬੁੱਕ ਦੀ ਗੱਲ ਕਰਦਾ, ਜਿਹੜੀਆਂ ਤੁਹਾਡੇ ਕੋਲ ਕਵਿਤਾ ਆ ਜਿਹੜੀ ਤਾਂ ਭਰੂਣ ਹੱਤਿਆ ਤੇ ਨਸ਼ਿਆਂ ਤੇ ਇਹਦੇ ਚ ਨਹੀਂ ਹੈਗੀਆਂ? ਨਹੀਂ, ਇਹਦੇ ਚ ਨਹੀਂ ਹੈਗੀ, ਇਹ ਬਾਅਦ ਚ ਲਿਖੀਆਂ। ਹਾਂਜੀ, ਇਹ ਦੂਸਰੀ ਆਉਣ ਵਾਲੀ ਬੁੱਕ ਜਿਹੜੀ ਹੋਏਗੀ ਉਹਦੇ ਵਿੱਚ? ਹਾਂਜੀ, ਬਸ 1.5-2 ਮਹੀਨੇ ਹੋਰ ਲੱਗਣੇ, ਛੇਤੀ ਰਿਲੀਜ਼ ਕਰ ਦੇਣੀ ਹੈ। ਹਾਂਜੀ, ਇੱਕ ਸਾਡੇ ਨਾਲ ਕਮਿਟਮੈਂਟ ਕਰਿਓ, ਬੁੱਕ ਰਿਲੀਜ਼ ਇੱਥੇ ਹੀ ਕਰਨੀ ਹੈ ਆ ਕੇ।
Sikh channel Absolutely. You can launch it on the Sikh channel. That would be fantastic. ਦੁਨੀਆ ਨੂੰ ਪਤਾ ਲੱਗੇ ਸਾਰੀ ਦੁਨੀਆ ਤੱਕ ਪਹੁੰਚੇ ਗੱਲ ਠੀਕ ਹੈ ਹਾਂਜੀ and Bhai Sahib ji, if I just quickly ask, prerna ਕਿੱਥੋਂ ਮਿਲੀ ਸੀ to write all of these kafta and these poetries, because they're lovely, they're really really nice. ਬਿਲਕੁਲ ਜਿਵੇਂ ਹੁਣ ਤੁਸੀਂ ਦੱਸਿਆ ਵੀ ਬਚਪਨ ਤੋਂ ਤੁਸੀਂ ਇਸ ਪਾਸੇ ਆ ਗਏ ਸੀ ਤੇ ਪ੍ਰੇਰਣਾ ਕਿਹਨੇ ਦਿੱਤੀ ਸੀ ਵੀ ਇਸ ਪਾਸੇ ਦਾ ਪ੍ਰੇਰਣਾ ਮੇਰੇ ਨਾਨਕਿਆਂ ਵੱਲੋਂ ਮਿਲੀ ਆ ਮੈਨੂੰ ਅੱਛਾ ਜੀ ਮੇਰੇ ਮਾਮਾ ਜੀ ਨਾਨਕੇ ਕਿੱਥੇ ਸੀ ਤੁਹਾਡੇ ਮੇਰੇ ਨਾਨਕੇ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਹੀ ਪਿੰਡ ਇੱਕ ਮੱਤੇਵਾਲ ਪਿੰਡ ਹੈਗਾ ਮੱਤੇਵਾਲ ਉਸ ਪਿੰਡ ਦੇ ਬਿਲਕੁਲ ਲਾਗੇ ਇੱਕ ਛੋਟਾ ਜਿਹਾ ਪਿੰਡ ਆ ਉਹਦਾ ਨਾਂ ਤੇ ਕਦੇ ਨਹੀਂ ਸੁਣਿਆ ਹੋਣਾ ਤੁਸੀਂ ਖਿੱਦੂ ਵਾਲੀ ਉਹਦਾ ਨਾਂ ਖਿੱਦੂ ਵਾਲੀ ਖਿੱਦੂ ਜਿਹੜਾ ਖੇਡਦੇ ਹੁੰਦੇ ਸੀ ਆਪਾਂ ਖਿੱਦੂ ਖੁੰਡੀ ਖਿੱਦੋਵਾਲ ਉਹਦਾ ਨਾਂ ਰੱਖਿਆ ਪਿੰਡ ਦਾ ਅੱਛਾ ਜੀ ਤੇ ਉੱਥੇ ਮੇਰੇ ਨਾਨਕੇ ਸੀ ਅੱਛਾ ਉਹ ਪਿੰਡ ਜਿਹੜਾ ਹੈ ਜਿੱਦਾਂ ਉਹਨੂੰ ਕਿਸੇ ਦਾ ਸਰਾਫ ਨਹੀਂ ਹੁੰਦਾ ਨਾ ਸਰਾਫ ਦਿੱਤਾ ਹੁੰਦਾ ਜੀ ਉਹ ਨਾ ਕਦੇ ਵਧਿਆ ਤੇ ਨਾ ਉਹ ਘਟਿਆ ਉਹਨਾਂ ਕੀ ਰਿਹਾ ਅਸੀਂ ਜਿਉਂ ਦੇ ਦੇਤੀ ਹੁਣ ਵੀ ਅਜੇ ਵੀ ਉਹਨਾਂ ਹੀ ਆ ਉਹ ਪਿੰਡ ਅੱਛਾ ਜੀ ਤੇ ਉੱਥੇ ਮੇਰੇ ਸਾਡੇ ਮਾਮਾ ਜੀ ਕੋਲ ਮੈਨੂੰ ਇਹ ਪ੍ਰੇਰਨਾ ਮਿਲੀ ਹੈ ਤੇ ਕਵਿਤਾ ਵਗੈਰਾ ਲਿਖਣ ਦੀ ਵੀ ਤੇ ਬੋਲਣ ਦੀ ਵੀ ਹਾਂਜੀ lovely see you learnt from your mama ji ਹਾਂਜੀ ਤੇ ਇਹ ਕਵਿਤਾ ਮੇਰੇ ਕੋਲ ਇੱਕ ਹਾਂਜੀ ਜੇ ਤੁਸੀਂ ਇਹ ਕਾਹਦੇ ਤੇ ਹੈ ਇਹ ਹੈਗੀ ਜੀ ਭਰੂਣ ਹੱਤਿਆ ਤੇ ਅਣਜੰਮੀ ਧੀ ਦੀ ਆ ਅਣਜੰਮੀ ਧੀ ਜਿਹੜੀ ਹੈ ਉਹਨੂੰ ਮਾਰਦੇ ਜਨਮ ਤੋਂ ਪਹਿਲਾਂ ਹੀ ਹਾਂਜੀ ਇਹ ਮੇਰੇ ਕੋਲ ਕਵਿਤਾ ਇੱਕ ਜੇ ਤੁਸੀਂ ਕੋ ਮੈਂ ਥੋੜਾ ਜਿਹਾ ਗਾ ਕੇ ਸੁਣਾਵਾਂ ਟਰਾਈ ਕਰਾਂ ਗਾਉਣ ਦੀ ਮੈਂ ਗਾਓ ਜੀ ਗਾਓ ਇਹ ਹੈ ਅਣਜੰਮੀ ਧੀ ਆ ਜਿਹੜੀ ਆਪਣੀ ਮਾਂ ਨੂੰ ਕੁਛ ਕਹਿ ਰਹੀ ਆ ਹਾਂਜੀ ਨਾ ਮੈਂ ਮਾਂ ਤੇਰੀ ਗੋਦੀ ਬੈਠੀ ਨਾ ਮੈਂ ਮਾਂ ਤੇਰੀ ਗੋਦੀ ਬੈਠੀ ਨਾ ਚੁੰਗਿਆ ਮੈਂ ਸ਼ੀਰੇ ਨੂੰ ਨਾ ਬਨੀ ਮੈਂ ਰਖੜੀ ਆ ਕੇ ਮਾਂ ਦੇ ਜਾਏ ਵੀਰੇ ਨੂੰ ਮਾਂ ਨੀ ਮਾਂ ਮੈਂ ਅਣਜੰਮੀ ਨੂੰ ਕੁੱਖ ਦੇ ਅੰਦਰ ਮਾਰ ਦਿੱਤਾਈ ਡਰ ਗਈ ਮੈਨੂੰ ਦਾਜ ਦੇਣ ਤੋਂ ਇੱਕ ਟਾਕੀ ਨਾਲ ਸਾਰ ਦਿੱਤਾਈ ਇੱਕ ਪੱਟ ਕੇ ਵਿੱਚ ਬਨ ਕੇ ਮੈਨੂੰ ਧਰਤੀ ਦੇ ਵਿੱਚ ਗੱਡ ਦਿੱਤਾਈ Vaheguru Ji Ka Khalsa, Vaheguru Ji Ki Fateh. Sensei Singh is here again with you, and we are moving on to another session with one dumbbell only. Now, some guys, probably thinking, well, weight training is only for girls or boys. Weight training is for everybody. Weight training tones the muscles, looks after each and every muscle group. I know many girls that actually do weight training now, which is fantastic. Mix it with aerobics. It really works wonders and gives you the extra kick when you're actually working out and you want to compete at many different levels. So let's go with one dumbbell. This particular dumbbell I bought today weighs 10 kg. It's not that heavy, but we're going to try different exercises with it. So your knees are slightly bent. This is excellent for your lower back, and it works the lat muscles also. Knees slightly bent, feet square. Safety always in mind. And if you want, you can wear a weight training belt. So we swing it from underneath. We're going to go up. 1, 2, 3, breathing easy. 4, 5, 6. Now we've done 6 reps. We put it back down, and we're going with the left arm this time. So you're really working this area down here, the lower lat muscles. Knees bent again. Very important to keep your knees bent.
1, 2, 3, 4, 5, 6, and 7. Place it down on the floor again. That really works wonders down here on the lower side. Now we're going to work the top part of the body, switching it over a little bit. Once again, keep your left hand closer to your left thigh muscle. Lift the dumbbell very carefully. On top, 1, 2, 3, all the way up, 4, 5, 6, 7. Down, up, with your left hand. Never rush into any exercises. Pace it, take your time. Safety is paramount. 1, 2, 3, 4, 5, 6, 7. Now you can see in this particular show I've started to speed exercises up a little bit to get my muscles really working. Now I'm going to move the exercise to a different exercise now. If you place your left hand behind as such, and the dumbbell on the right hand side, we're going to do 1 dumbbell curls. 1 dumbbell. 1, 2, 3, 4, all the way down, 5, 6, 7. Fantastic. Down again. The other hand behind, and with your left hand, if I turn to the side, you will see me curling. 1, 2, 3, 4, 5, 6, 7. Now some of you are probably wondering, why am I only using 1 dumbbell? Why not 2? Well, with this way you can actually work out which of your arms are weak. Sometimes when you hold a bar and you're curling, one is putting more strength in than the other. This way you will know if your left arm is weak, you will do less reps with it, and therefore you need to strengthen it up a little bit more. Or your left leg is weak. So if you're right-handed, this part's normally weak. If you're left-handed and your right's normally weak. So it works out both ways. Now I'm going to switch it over a little bit. Tricep curls. If you hold the dumbbell with your fingers crossed over, very tight, always hold the dumbbells tight, up, elbows to the sky, 1, 2, 3, 4, 5, 6, last one, 7. Very carefully bringing it down, all the way there. One last exercise. We're going to turn it around. Left guard now, left leg forward, feet a 45-degree angle. Right hand up, such as like this. Itch, 1, 2, 3, 4, 5, 6, 7, 8, 9, 10. Turn it around. That's an excellent workout for upper arms, shoulders, deltoids, biceps, triceps, forearms, wrists, all the way down. Left hand. Change the guard this time. 1, 2, 3, 4, 5, 6, 7, 8, 9. How did that feel, guys? That's a fantastic workout. You really, really, really feel it, and you burn a lot of calories, and you turn the fat into muscle, toned muscle. You don't necessarily need to lift heavy weights. Place the dumbbells on the floor very carefully, and that's our 5-minute workout today. Look after yourselves. Take care. Thought of the day today is, let mercy be your mosque, faith your prayer mat, and honest living your Quran. Sri Guru Granth Sahib Ji, Saryan da Sanja Guru, Universal Guru. Nutrition today for bowel movements. Apples improve the bowel system. Juice is more effective with carrots and spinach. This can also reduce breast cancer. Please start juicing. Start drinking more juice. Not only for yourselves, but your whole family. It's a wonderful meal, and it goes straight into the body system.
Look after yourselves. Vaheguru Ji Ka Khalsa, Vaheguru Ji Ki Fateh. Now, I have a bit of an announcement to make this morning, and it's about the Sikh Channel Facebook. And I was looking at the Sikh Channel Facebook a couple of days ago, and we'd actually gone up to 67,000 likes. And I was like, wow, that's brilliant. It's really, really great. And today I had a look at it this morning, and we've actually gone past 68,000 just within a couple of days, which I think is absolutely magnificent. So thank you to everybody who has given us a like on Facebook. If you haven't already, then do give us a like on Facebook. Let's try and get it up to 100,000. Just imagine if we got 100,000 likes on Facebook. How cool would that be? I think that would be very, very cool indeed. बहुत बढ़िया 68,000 ਜਿਹੜੇ ਹੈਗਾ ਇਹ ਤੁਹਾਡੇ ਹੋ ਗਏ ਜਿਹੜਾ ਲਾਈਕ ਕੀਤਾ ਫੇਸਬੁੱਕ ਨੂੰ ਤੇ ਬਹੁਤ ਹੀ ਵਧੀਆ ਬਹੁਤ ਹੀ ਛੇਤੀ ਜਿਹੜਾ 1 ਲੱਖ ਤੋਂ ਉੱਤੇ ਗਿਣਤੀ ਜਾਏਗੀ ਤੇ ਤੁਸੀਂ ਹੋਰ ਵੀ ਆਪਣੇ ਜਿਹੜੇ ਫਰੈਂਡਸ ਹਨ ਉਹਨਾਂ ਨੂੰ ਤੁਸੀਂ ਇਹ ਜਿਹੜੇ ਪਾਸ ਔਨ ਕਰ ਸਕਦੇ ਜੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਫੇਸਬੁੱਕ ਜੁਆਇਨ ਕਰਨ ਦਾ ਜੀ ਤੇ ਨਾਲੇ ਇਸ ਦੇ ਨਾਲ ਨਾਲ ਦੱਸਦੇ ਜਾਈਏ ਕਿ ਤੁਹਾਡੀ ਦੁਬਾਰਾ ਜਿਹੜੇ ਮੰਗ ਦੇ ਉੱਤੇ ਜਿਹੜਾ ਤੁਹਾਡਾ ਪਿੰਡ ਪ੍ਰੋਗਰਾਮ ਰੱਖਿਆ ਗਿਆ ਸੀ ਇਸ ਜਿਹੜਾ ਸੈਚਰਡੇ ਨੂੰ ਕੀਤਾ ਗਿਆ ਤੁਹਾਡਾ ਬਹੁਤ ਜ਼ਿਆਦਾ ਸਹਿਯੋਗ ਮਿਲਾ ਬੜਾ ਪਿਆਰ ਮਿਲਿਆ ਬਹੁਤ ਸਾਰੇ ਫੋਨ ਕਾਲਸ ਆਈਆਂ ਸਾਨੂੰ ਈਮੇਲਸ ਆਈਆਂ ਤੁਸੀਂ ਬਹੁਤ ਐਪਰੀਸ਼ੀਏਟ ਕੀਤਾ ਤੁਹਾਡੇ ਪਿਆਰ ਸਤਿਕਾਰ ਦੇ ਨਾਲ ਹੀ ਇਹ ਪ੍ਰੋਗਰਾਮ ਚੱਲਦੇ ਨੇ ਤੇ ਤੁਹਾਡਾ ਪਿੰਡ ਪ੍ਰੋਗਰਾਮ ਬੁੱਕ ਕਰਵਾਉਣ ਵਾਸਤੇ ਤੁਸੀਂ ਵੀ ਤੁਹਾਡੇ ਪਿੰਡ ਦਾ ਪ੍ਰੋਗਰਾਮ ਬੁੱਕ ਕਰਾਵੋ ਸਿੱਖ ਚੈਨਲ ਨੂੰ ਫੋਨ ਕਰ ਸਕਦੇ ਜੇ ਈਮੇਲ ਕਰ ਸਕਦੇ ਜੇ ਅਸੀਂ ਤੁਹਾਡੇ ਪਿੰਡ ਦੀ ਡਾਕੂਮੈਂਟਰੀ ਬਣਾ ਕੇ ਤੁਹਾਡੇ ਪਿੰਡ ਦੀਆਂ ਕਰਾਂਗੇ ਗੱਲਾਂ ਤੇ ਹੁਣ ਮੈਂ ਗੱਲ ਕਰਦਾ ਮਨਪ੍ਰੀਤ ਨਾਲ ਜੀ ਮਨਪ੍ਰੀਤ Ji ha, yes. So we've got quite a few emails in this morning, and of course we've got the competition winner to announce as well. So Uncle G, what would you like first, the competition winner or the emails? It's up to you today. Emails first. Okay, so we'll do the emails first then today. Now we've had this lovely story that was sent in by Sukhdev Singh Sagu. And first of all, I've read the story and I just want to thank him for sending this in because it's a very, very beautiful story. And unfortunately, on Friday, I said that it was very long and we didn't have time to read it. But now I'm going to take the time and I'm going to read it because it is absolutely very, very inspirational. So here we go. And this is a story about the Sri Guru Granth Sahib Ji. So he says, why should we read the Sri Guru Granth Sahib Ji even if we can't understand a single word? This is a beautiful story. An old American Sikh lived on a farm in the mountains of eastern Kentucky with his young grandson. Each morning, Grandpa was up early, sitting at the kitchen table reading his Sri Guru Granth Sahib Ji. His grandson wanted to be just like him and tried to imitate every way he could. One day, the grandson asked, Grandpa, I tried to read the Sri Guru Granth Sahib Ji just like you, but I don't understand it, and I want to understand. I forget as soon as I close the Sri Guru Granth Sahib Ji. What good does reading the Granth Sahib Ji do? The grandfather quietly turned from putting coal in the stove and replied, Take this coal basket down to the river and bring me back a basket of water. And you've got to remember that a basket actually has holes in. The boy did as he was told, but all the water leaked out before he got back to the house. The grandfather laughed and said, You'll have to move a little faster next time, and sent him back to the river with the basket to try again. The boy this time ran faster, but again the basket was empty before he returned home. Out of breath, he told his grandfather that it was impossible to carry water in a basket, and he went to get a bucket instead. The grandfather said, I don't want a bucket of water, I want a basket of water. You're just not trying hard enough. And he went out the door to watch the boy try again. At this point, the boy knew it was impossible, but he wanted to show his grandfather that even if he ran as fast as he could, the water would leak out before he got back to the house. The boy again dipped the basket into the river and ran hard, but when he reached his grandfather, the basket was empty again. Out of breath, he said, See, grandfather, it's useless. So you think it's useless, the grandfather said. Look at the basket. The boy looked at the basket and for the first time realized that the basket was in fact different. It had been transformed from a dirty coal basket and was now clean inside and out.
Son, that's what happens when you read the Sri Guru Granth Sahib Ji. You might not understand or remember everything, but when you read it, you will be changed inside and out. And that is the work of Vaheguru in our lives. And thank you so much to Sukhdev Sagu for sending in that absolutely amazing, inspirational story. And I hope everybody takes something from that story because it was absolutely brilliant. And now, from an inspirational story to the thought of the day. And we love doing these thoughts of the days. And this thought of the day was sent in by Satnam Singh from Derby. So thank you for that. And he says, learn from yesterday, live for today, hope for tomorrow. So thank you very much for that thought of the day. If you too want to send in anything inspirational, any inspirational stories, or of course a thought of the day, then you can do so as well. The email address that you need is of course breakfastshow@sikhchannel.tv. ਤੇ ਹੁਣ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਸੀਂ ਵੀਕਲੀ ਜਿਹੜਾ ਕੰਪੀਟੀਸ਼ਨ ਰੱਖਿਆ ਹੁੰਦਾ ਉਸ ਦੇ ਬਾਰੇ ਵੀ ਕਿਉਂਕਿ ਅੱਜ ਫਾਈਨਲ ਕਲੂ ਤੁਹਾਨੂੰ ਦਿਖਾਇਆ ਜਾਣਾ ਜੀ. Ji ha, yes. So we do have the final clue to today's competition, and we're going to play that final clue for you in a few seconds' time. So first of all, let's have a reminder of the other 3 clues that we've had. And of course, the other 3 clues that we've had have been wedding. We've also had the clue of wall and Punjab. And all of these clues actually relate to a certain place. We are looking for a place. And we've already had a few correct entries, so congratulations to everybody who's got it right. But if you're thinking you have no idea what this place is or where this place is in fact, then take a look at this 4th clue. GAC ਚੌਥਾ ਤੇ ਫਾਈਨਲ ਕਲੂ ਜਿਹੜਾ ਸੀ ਗੁਰਦੁਆਰਾ ਸਾਹਿਬ. Ji ha, yes. So the 4th clue was Gurdwara Sahib. So if you think you now know what this place is, where this place is, then do give us an email. The email address that you need is, of course, breakfastshow@sikhchannel.tv. As usual, make sure you leave your full name, where you're from, your answer, and put the subject of the email as competition. Hopefully you will be getting your hands on a Breakfast Show mug if your name is pulled out of the hat on Monday, and you do have to be in it to win it. If you have no idea what the answer is, then just take a guess because you never know, you may be right. So make sure that you do enter in that Breakfast Show challenge this morning. You have until Sunday midnight to get all of your entries in on time. Anything after Sunday midnight will not be counted. So that was the competition. And now, of course, it is time to have a look at a couple of emails. And first off, we've had this one email from Aman from London. So thank you very much for your email. And he says, Dear Manpreet Kaur and Dilbag Singh, I just wanted to thank the Breakfast Show team and say I really enjoyed this morning's show with the Dadi Jatha. I've always been a fan of the Jathas and would like to see more of them on the Breakfast Show. I'm also a huge fan of the truly heavenly instrument, the sarangi, embedded in the depths of Sikh history since the 6th Guru, an instrument full of true emotion and limitless expressions and emotions. Heard Uncle Ji mention you playing the violin. You should bring it in sometime and show your talent. Well, yeah. Aman, I'm not sure about if I'm talented in playing the violin, but... ਸ਼ੋਅ ਤੇ ਕਈ ਵਾਰੀ ਦੱਸਿਆ ਨੇ ਵੈਲਨ ਵਜਾ ਲੈਂਦੀ ਹੈ ਪਰ ਲੈ ਕੇ ਨਹੀਂ ਆਈ. ਇਹ ਬਹੁਤ ਵਧੀਆ ਤੁਸੀਂ ਕਿਹਾ ਆ ਕਿ ਪਤਾ ਟੇਸਟ ਵੀ ਹੋ ਜਾਊਗਾ ਵੀ ਵਾਕਈ ਵਜਾਣੀ ਵੀ ਆਉਂਦੀ ਕਿ ਨਹੀਂ. ਤੇ ਹੁਣ ਨੈਕਸਟ ਵੀਕ ਵੈਲਨ ਲੈ ਕੇ ਆਉਂਗਾ. I tell you what, Uncle Ji, I'll bring my violin in if you complete this week's challenge that we set you on Monday. Monday we had a guest called Ashok Ji who came in about UK Kabaddi. Yeah. And we set Uncle Ji the challenge of saying Kabaddi Kabaddi really, really fast 10 times. So Uncle Ji, can you please say Kabaddi Kabaddi really, really fast? Next week, yeah. I have a feeling that Uncle Ji... मैं weekend पे try करूँगा ना kabaddi. So you're going to practice? Practice करके But Uncle Ji, you told me that you used to play kabaddi. ਉਹ ਫਿਰ ਉਹ ਤਾਂ ਬਚਪਨ ਦੀਆਂ ਗੱਲਾਂ ਹੋ ਗਈਆਂ. ਬਚਪਨ ਤੋਂ ਪਤਾ ਨਹੀਂ ਕੀ ਕੁਝ ਖੇਡਦੇ ਹੁੰਦੇ ਸੀ. ਹੁਣ ਤਾਂ ਨਾ ਇੱਕ ਦੁਬਾਰਾ ਪ੍ਰੈਕਟਿਸ ਕਰਨੀ ਪੈਣੀ ਹੈ. ਬਾਕੀ ਦੂਜੇ ਤੁਹਾਡਾ ਸੂਟ ਬਹੁਤ ਵਧੀਆ ਬੇਟਾ. ਅੱਜ ਨਾ ਕਮਾਲ ਹੋ ਗਈ ਹੈ.
ਇੱਕ ਦਿਨ ਪਹਿਲਾਂ ਪਾ ਕੇ ਆਏ ਸੀ ਸੂਟ, ਉਦੋਂ ਵੀ ਬਹੁਤ ਸੋਹਣੀ ਫੀਡਬੈਕ ਆਈ ਸੀ ਤੇ ਅੱਜ ਸਾਡਾ ਪੁੱਤਰ ਬਹੁਤ ਸੋਹਣਾ ਸੂਟ 'ਚ ਲੱਗ ਰਿਹਾ। Thank you very much, Uncle G. Yes, I had a request to wear a suit, so if the people request it, then I can't say no. So yes, thank you to all of those requests. And now, of course, we have another email, which is the thought of the day, and we love doing these thoughts of the days because they really are inspirational and they sort of set you up for the rest of the day, really. And this thought of the day has come in from Amrit Kaur from Kent, so thank you very much for your email. And she says, Dear Uncle G and Manpreet Kaur Ji, just wanted to give a thought of the day. Success doesn't come to us, we go to it. So success doesn't come to us. We've actually got to go out there and go get it. So thank you very much for that inspirational quote. It's very motivational as well. So for everybody who is seeking success, which hopefully is all of you, go and get it. Just go up, get off your chairs and go and get that success. So thank you very much for that email. And now we do have a birthday announcement to make this morning. It is Amandeep Singh Sandhu's birthday, his 13th birthday today. So can we please have a picture of Amandeep Singh Sandhu? And of course, congratulations, a very, very happy birthday today. It is your birthday, and that's all wishes from the Sandhu family. So a huge, big happy birthday there to Amandeep Singh Sandhu, who's 13 today. Yes, ਸ਼ਹਿਨਾਈ ਚਲੋ ਜੀ ਉਹਨਾਂ ਨੇ ਕਹਿੰਦੇ ਜੀ ਫੋਟੋ ਦਿੱਤੀ ਹੈ ਤੇ ਸ਼ਹਿਨਾਈ ਅਸੀਂ ਵਜਾ ਦਿੰਦੇ ਹਾਂ ਜੀ। ਬਹੁਤ ਵਧੀਆ ਜਿਹੜਾ 13ਵਾਂ ਜਿਹੜਾ ਉਹਨਾਂ ਦਾ ਜਨਮ ਦਿਨ ਆ ਤੇ ਇਸ ਸੰਬੰਧ ਵਿੱਚ ਅਸੀਂ ਸਾਰੇ ਪਰਿਵਾਰ ਨੂੰ ਪੂਰੀ ਫੈਮਿਲੀ ਨੂੰ ਵਧਾਈਆਂ ਦਿੰਦੇ ਆ ਤੇ ਨਾਲੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਵੀ ਕੀਤਾ ਆ। Really? ਜੀ Oh, fantastic. Thank you very much for sponsoring the show. ਤੇ ਵਧਾਈਆਂ ਜੀ ਤੁਹਾਨੂੰ ਜਨਮ ਦਿਨ ਦੀਆਂ। Bilkul ji, बहुत vadaya, and of course thank you very much for sponsoring the breakfast show. And if you too would like to get in your birthdays, then make sure that you send it a week in advance, because you do need that week in advance, and you can send it to greetings@sikhchannel.tv. That is the email address that you need. I'll say that once more, greetings@sikhchannel.tv. But we do have a couple of announcements to make this morning, and I'm sure a lot of you know that Poppy Day is coming up very, very shortly, which is a Remembrance Sunday, which actually helps to remember those who lost their lives in World War I and II. And of course, more than 83,000 Sikhs lost their lives in World War I and II fighting in those wars. And it's important that we don't forget about them and that we always keep their memories alive. So in this, Sikh Channel has actually taken it upon themselves to actually create a pin which you can buy, and it's a small Khanda pin with a poppy on, which you can buy to help show support for those soldiers who lost their lives. And that pin you can buy from the Sikh Channel for £2. Or if you want it sent out to you, then it will cost you £3 plus postage and packaging. I don't actually have the pin on me now. I've actually put the pin in such a safe place that I've actually lost it. Well, not lost it. I will bring it in on Monday. It's a lovely, lovely pin, and it's made out of silver. It's a nice silver Khanda pin, and it's just got a nice little poppy in the middle. It is really, really nice, and I will show you on Monday. I promise you. ਬਿਲਕੁਲ ਸਹੀ ਕਿਹਾ ਜੀ। ਮੰਡੇ ਵਾਲੇ ਸ਼ੋਅ ਦੇ ਵਿੱਚ ਅਸੀਂ ਇੱਥੇ ਲਾ ਕੇ ਬੈਠਾਂਗੇ ਜੀ ਪੈਨ ਜਿਹੜੀ ਹੈ ਪੋਪੀ ਖੰਡਾ, ਤੇ ਉਹ ਤੁਹਾਨੂੰ ਲੱਗੇਗਾ ਤੇ ਤੁਸੀਂ ਵੀ ਜਿਹੜਾ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਹੋਏਗੀ ਜਿਹੜੇ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਵਿੱਚ, ਤੇ ਤੁਸੀਂ ਇਹ ਸਿੱਖ ਚੈਨਲ ਤੋਂ ਲੈ ਸਕਦੇ ਹੋ। ਤੇ ਹੁਣ ਅਵੇਲੇਬਲ ਹੈ, ਤੁਸੀਂ ਹੁਣੇ ਫੋਨ ਕਰਕੇ ਬੁੱਕ ਕਰਵਾ ਸਕਦੇ ਹੋ। ਤੇ ਸੋਮਵਾਰ ਵਾਲੇ ਦਿਨ ਅਸੀਂ ਇੱਥੇ ਲਾ ਕੇ ਵੀ ਬੈਠਾਂਗੇ। ਤੇ ਉਸ ਦੇ ਨਾਲ ਦੂਸਰੀ ਅਨਾਉਂਸਮੈਂਟ ਇਹ ਹੈ ਕਿ ਇਹ ਕਿਤਾਬ ਜਿਹੜੀ ਹੈ, ਬੁੱਕ ਜਿਹੜੀ ਹੈ 150 ਸਾਲ ਦਾ ਇਹਦੇ ਵਿੱਚ ਬ੍ਰਿਟੇਨ ਦੇ ਵਿੱਚ ਜੋ ਸਿੱਖਾਂ ਦਾ ਇਤਿਹਾਸ ਹੈ ਵਿਦ ਫੋਟੋਗ੍ਰਾਫਸ, ਸਾਰੀਆਂ ਫੋਟੋਆਂ ਦੇ ਨਾਲ ਆ। ਤੁਸੀਂ ਇਹ ਬੁੱਕ 30 ਪਾਉਂਡ ਦੇ ਵਿੱਚ ਹੀ ਇਹਦੇ ਇਨਕਲੂਡ ਆ ਕਿ ਪੋਸਟੇਜ ਐਂਡ ਪੈਕਿੰਗ, ਤੇ ਇਹ 30 ਪਾਉਂਡ ਦੇ ਵਿੱਚ ਤੁਹਾਡੇ ਘਰ ਪਹੁੰਚੇਗੀ। ਸਿੱਖ ਚੈਨਲ ਤੇ ਫੋਨ ਕਰਕੇ ਬੁੱਕ ਕਰ ਸਕਦੇ ਹੋ। ਆਪਣੇ ਘਰ ਵਿੱਚ ਰੱਖੋ, ਤੁਹਾਡੇ ਬੱਚਿਆਂ ਨੂੰ ਵੀ ਸਾਰੀ ਹਿਸਟਰੀ ਦਾ ਪਤਾ ਲੱਗੇਗਾ। ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹ ਵੀ ਜ਼ਰੂਰ ਮੰਗਵਾਉਣ। ਜਿਹੜੇ ਸਾਡੇ ਗੈਸਟ ਆਉਂਦੇ ਆ ਉਹਨਾਂ ਨੂੰ ਇਹ ਜਿਹੜਾ ਗਿਫਟ ਦਿੱਤਾ ਜਾਏ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ 150 ਸਾਲਾਂ ਦੇ ਵਿੱਚ ਸਿੱਖਾਂ ਨੇ ਬ੍ਰਿਟੇਨ ਦੀ ਡਿਵੈਲਪਮੈਂਟ ਵਾਸਤੇ ਕਿੰਨਾ ਯੋਗਦਾਨ ਪਾਇਆ। ਇਹਦੇ ਵਿੱਚ ਬਹੁਤ ਜ਼ਿਆਦਾ ਕੁਛ ਆ।
Bilkul ji, yes. So we have been promoting this book, The Sikhs in Britain, 150 years of photographs by renowned historian Peter Bance. And these books have been selling like hotcakes, and I know why, because this book is absolutely fantastic. And I will actually open it up and show you what's inside. And they're very, very lovely pictures, very rare pictures of British Sikhs from 150 years to the present day. And it's actually lovely to see these pictures, because you're not going to find these pictures anywhere else, and they're all in one place. And of course there's a little bit of history on the side of them as well, which you can read up and which you can share with everybody. It's lovely to know about your history, and especially about the history of British Sikhs if you're living in this country, because we did make a big contribution to the economy and to society as well. So that is this book, and you can purchase this for £30 including postage and packaging, which is a brilliant price for something like this, because to actually go about collecting these rare photos is extremely difficult, believe me, and you're not going to find these pictures anywhere else. So we'll encourage every household to have this book, or indeed if it's your birthday coming up or you need to give a present, then why not give this book? It's an excellent present indeed. ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਅੱਜ ਦੇ ਖਾਸ ਗੈਸਟ ਹੈ ਸਾਡੇ ਦਇਆ ਸਿੰਘ ਜੀ, ਜਿਨ੍ਹਾਂ ਨੂੰ ਮੈਂ ਦਿਲਬਰ ਕਿਹਾ ਸੀ। ਮੈਨੂੰ ਪਿਛਲੇ ਦਿਨਾਂ ਦੇ ਵਿੱਚ ਇਹ ਮਿਲੇ ਸੀ ਕਿ ਇੱਥੇ ਵੈਸਟ ਬ੍ਰੋਮਿਚ ਦੇ ਵਿੱਚ। ਸਭ ਤੋਂ ਵੱਡੀ ਗੱਲ ਦੀ ਇਸ ਦੀ ਖੁਸ਼ੀ ਹੁੰਦੀ ਹੈ ਕਿ ਜਿਵੇਂ ਇਹਨਾਂ ਨੇ ਸਾਨੂੰ ਦੱਸਿਆ ਕਿ ਸਿੱਖ ਚੈਨਲ ਜਿਹੜਾ 4.5 ਸਾਲ ਤੋਂ ਤੁਹਾਡੀ ਸੇਵਾ ਕਰ ਰਿਹਾ ਹੈ, ਤੇ ਸਤਿਗੁਰਾਂ ਦੀ ਕਿਰਪਾ ਸਦਕਾ ਤੁਹਾਡੇ ਸਹਿਯੋਗ ਨਾਲ ਜੋ ਪ੍ਰਚਾਰ ਹੋ ਰਿਹਾ ਹੈ, ਔਰ ਪ੍ਰਚਾਰ ਦਾ ਕਿੰਨਾ ਅਸਰ ਹੁੰਦਾ ਹੈ ਸਾਡੇ ਸਾਹਮਣੇ ਅੱਜ ਮਿਸਾਲ ਆ। ਇਹਨਾਂ ਨੇ ਮੈਨੂੰ ਦੱਸਿਆ ਕਿ ਪਹਿਲਾਂ ਇਹ ਜਿਹੜੇ ਕੇਸ ਕਟਾ ਲੈਂਦੇ ਸੀ, ਲੇਕਿਨ ਜਦੋਂ ਸਿੱਖ ਚੈਨਲ ਤੋਂ ਪ੍ਰਚਾਰ ਸੁਣਿਆ ਤਾਂ ਉਸ ਤੋਂ ਬਾਅਦ ਇਹਨਾਂ ਸਿੱਖੀ ਸਰੂਪ 'ਚ ਆਏ। ਤੇ ਮੈਂ ਦਇਆ ਸਿੰਘ ਜੀ ਤੋਂ ਪੁੱਛਣਾ ਚਾਹਾਂਗਾ, ਤੁਹਾਨੂੰ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਜਿਨ੍ਹਾਂ ਨੇ ਤੁਹਾਨੂੰ ਇੰਸਪਾਇਰ ਕੀਤਾ, ਤੁਹਾਨੂੰ ਜਦੋਂ ਪ੍ਰੇਰਨਾ ਮਿਲੀ ਸਿੱਖੀ ਸਰੂਪ ਦੀ? ਅੰਕਲ ਜੀ, ਪਹਿਲਾਂ ਤੇ ਆਪਣੇ ਇੱਥੇ ਜਿੱਦਾਂ ਇਦਾਂ ਦਾ ਕੋਈ ਚੈਨਲ ਹੈ ਨਹੀਂ ਸੀਗਾ। ਇੱਥੇ ਪਾਠ ਵੀ ਚੱਲਦਾ ਹੈਗਾ ਵਾ, ਕੀਰਤਨ ਵੀ ਹੁੰਦਾ ਹੈਗਾ ਵਾ। ਬੰਦੇ ਦੇ ਇਹ ਬਹੁਤ ਅਸਰ ਹੁੰਦਾ ਹੈਗਾ ਵੀ ਮੈਂ ਇਸ ਕੰਮ ਵੱਲ ਜਿੱਦਾਂ ਤੁਰਾਂ। ਹਾਂਜੀ। ਤੇ ਬਾਕੀ ਇਹ ਕਿ ਪੰਜਾਬ ਤੋਂ ਆਇਆ ਨੂੰ ਕਿੰਨਾ ਕੁ ਟਾਈਮ ਹੋਇਆ ਤੁਹਾਨੂੰ? ਪੰਜਾਬ 'ਚ ਇਦਾਂ ਦੇ ਚੈਨਲ, ਇਦਾਂ ਦਾ ਪ੍ਰਚਾਰ ਪ੍ਰਸਾਰ ਸੁਣਨ ਨੂੰ ਮਿਲਿਆ ਤੁਹਾਨੂੰ? ਅੰਕਲ ਜੀ, ਪੰਜਾਬ ਤੋਂ ਆਏ ਨੂੰ ਤੇ 12 ਸਾਲ ਹੋ ਗਏ ਆ। ਵਾਹ ਜੀ। ਤੇ ਪਰ ਪੰਜਾਬ 'ਚ ਪਹਿਲਾਂ ਕੇਸ ਰੱਖੇ ਹੋਏ ਸੀਗੇ, ਪਰ ਜਦੋਂ ਉਧਰੋਂ ਇੱਧਰ ਨੂੰ ਆਉਣਾ ਸੀਗਾ ਤੇ ਕੇਸ ਕਟਵਾ ਲਏ। ਹਾਂਜੀ। ਤੇ ਪਰ ਪਤਾ ਨਹੀਂ, ਆਪਾਂ ਸੋਚਦੇ ਸੀ ਵੀ ਸਾਰੇ ਇਦਾਂ ਹੀ ਆ ਜਿੱਦਾਂ ਕੇਸ ਕਟਵਾ ਕੇ ਹੀ ਰੱਖਦੇ ਆ, ਪਰ ਜਦੋਂ ਇੰਗਲੈਂਡ ਦੇ ਵਿੱਚ ਆਏ ਆ ਤੇ ਸਿੱਖੀ ਦੇਖੀ ਆ ਤੇ ਬਹੁਤ ਵਧੀਆ ਲੱਗਾ। ਮਨ ਉਦੋਂ ਹੀ ਬਣ ਗਿਆ ਸੀ, ਪਰ ਜਦੋਂ ਆਪਦਾ ਚੈਨਲ ਹੋਇਆ, ਇਹਨੇ ਦੱਸਿਆ ਵੀ ਆਪਣੇ ਲੋਕ ਇੱਥੇ ਇਦਾਂ ਵਾ, ਕਿੰਨਿਆਂ ਨੇ ਕੇਸ ਰੱਖੇ ਹੋਇਆ, ਫਿਰ ਮਨ ਤੇ ਬਹੁਤ ਜ਼ਿਆਦਾ ਅਸਰ ਹੋਇਆ ਤੇ ਫਿਰ ਦਿਲ ਕੀਤਾ ਵੀ ਕੇਸ ਰੱਖੇ ਜਾਣ ਜੀ। ਤੇ ਨਿਸ਼ਾਨ ਸਿੰਘ ਜੀ, ਤੁਸੀਂ ਸੁਣਾਓ ਜੀ, ਕਿੱਦਾਂ ਆਪਣਾ ਜਿਹੜਾ ਢੱਡ ਸਰੰਗ ਜਿਹੜਾ ਹੈ, ਤੁਹਾਨੂੰ ਕਦੋਂ ਇਹ ਸਿੱਖਣਾ ਸ਼ੁਰੂ ਕੀਤਾ ਸੀ? ਕਿੱਥੋਂ ਤੁਹਾਨੂੰ ਪ੍ਰੇਰਨਾ ਮਿਲੀ? ਕਦੋਂ ਤੁਹਾਨੂੰ ਇਹ ਇਸ ਪਾਸੇ ਦਾ ਸ਼ੌਂਕ ਪੈਦਾ? ਹਾਂਜੀ, ਇਹ ਜੀ ਆਪਾਂ ਨੂੰ ਸਰੰਗੀ ਦੀ ਦਾਤ ਮੇਰੇ ਉਸਤਾਦ ਜੀ ਗਿਆਨੀ ਸਰੂਪ ਸਿੰਘ ਜੀ ਸਾਗਰ, ਜਿਨ੍ਹਾਂ ਨੇ ਕਿ ਦਇਆ ਸਿੰਘ ਜੀ ਦੇ ਦਿਲਬਰ ਸਾਹਿਬ ਦੇ ਬੇਟੇ ਕੁਲਜੀਤ ਸਿੰਘ ਦਿਲਬਰ ਦੇ ਨਾਲ ਸਰੰਗੀ ਤੇ ਸੇਵਾ ਕੀਤੀ। ਉਹ ਮੇਰੇ ਉਸਤਾਦ ਜੀ ਆ। ਮੈਂ ਉਹਨਾਂ ਕੋਲੋਂ ਇਹ ਸਿੱਖਿਆ ਲਈ ਹੈ ਸਰੰਗੀ ਦੀ। ਤੇ ਅੱਜ ਤੋਂ 12 ਸਾਲ ਪਹਿਲਾਂ ਮੈਂ ਉਹਨਾਂ ਕੋਲੋਂ ਢੱਡ ਦੀ ਸਿੱਖਿਆ ਵੀ ਲਈ, ਉਸ ਤੋਂ ਬਾਅਦ ਸਰੰਗੀ ਦੀ ਸਿੱਖਿਆ ਵੀ ਲਈ। ਢੱਡ ਵੀ ਸਿੱਖੀ ਜੀ। ਉਹਨਾਂ ਨੇ ਮੈਨੂੰ ਬਹੁਤ ਹੀ ਆਪਦੇ ਬੱਚਿਆਂ ਵਾਂਗ ਪਿਆਰ ਕਰਕੇ ਮੈਨੂੰ ਦਾਤ ਦਿੱਤੀ ਹੈ। ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੀ। ਮੇਰੇ ਉਸਤਾਦ ਜੀ ਗਿਆਨੀ ਸਰੂਪ ਸਿੰਘ ਜੀ ਸਾਗਰ, ਪਿੰਡ ਡੱਲਾ ਸਾਹਿਬ। ਹਾਂਜੀ ਜੀ। ਤੇ ਗੁਰਦਿੱਤ ਸਿੰਘ ਨੂੰ ਤੁਸੀਂ ਕੁਝ ਪੁੱਛ ਲਓ। ਹਾਂਜੀ, ਬਿਲਕੁਲ ਜੀ। ਭਾਜੀ, when did you come into this? ਤਕਰੀਬਨ 12 ਸਾਲ ਹੋ ਗਏ ਜੀ। ਅਸੀਂ ਦੋਨੋਂ ਭਾਈ ਵੀ ਆ ਤੇ ਗੁਰ ਭਾਈ ਵੀ ਆ ਜੀ। ਹਾਂਜੀ। ਤੇ ਬਸ ਗਿਆਨੀ ਉਸਤਾਦ ਸਰੂਪ ਸਿੰਘ ਜੀ ਸਾਗਰ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਇਸ ਸਿੱਖੀ ਲੈਣ ਦੇ ਨਾਲ ਜੋੜਿਆ। ਬਹੁਤ ਬਹੁਤ ਧੰਨਵਾਦੀ। ਤੇ ਭਾਜੀ, ਪ੍ਰੇਰਨਾ ਕਿੱਥੋਂ ਮਿਲੀ ਸੀ? ਜੀ ਉਸਤਾਦ ਗਿਆਨੀ ਸਰੂਪ ਸਿੰਘ ਜੀ ਸਾਗਰ। ਹਾਂਜੀ।
ਪ੍ਰੇਰਣਾ ਵੀ ਉਹ ਤੁਹਾਨੂੰ ਉਹਨਾਂ ਹਾਂਜੀ ਹਾਂਜੀ ਬਿਲਕੁਲ ਜੀ। ਉਹ ਸਾਡੇ ਪਿੰਡ ਜਿੱਦਾਂ ਆਏ ਸੀਗੇ, ਸਾਡੇ ਪਿੰਡ ਉਹ ਹੋਰ ਪਿੰਡ ਮੋਠਾਲ ਤੋਂ ਮੂਵ ਹੋਏ ਸਾਡੇ ਪਿੰਡ, ਤੇ ਉਹਨਾਂ ਕੋਲ ਬੱਚੇ ਸਿੱਖਣ ਆਉਂਦੇ ਸੀਗੇ। ਇਹ ਬਹੁਤ ਉਦੋਂ ਛੋਟੇ ਸੀਗੇ ਤੇ ਇਹਨਾਂ ਦਾ ਵੀ ਦਿਲ ਕੀਤਾ ਵੀ ਅਸੀਂ ਜਿੱਦਾਂ ਸਿੱਖੀ। ਕਿਹੜਾ ਪਿੰਡ ਹੈ ਆਪਣਾ? ਪਿੰਡ ਡੱਲਾ ਸਾਹਿਬ, ਸੁਲਤਾਨਪੁਰ ਲੋਧੀ ਦਾ। ਲੋਧੀ ਕੋਲ 6ਵੇਂ ਪਾਤਸ਼ਾਹ ਦੇ ਸਹੁਰਿਆਂ ਦਾ ਨਗਰ ਹੈ ਜੀ। ਵਾਹ ਜੀ ਵਾਹ, ਬੜਾ ਇਤਿਹਾਸਿਕ ਨਗਰ ਹੈ ਤੇ ਬਹੁਤ ਜੀ ਬਹੁਤ ਕਿਰਪਾ ਤੇ ਮਹਾਰਾਜ। ਪਿੰਡ ਦੇ ਵਿੱਚ ਫਿਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਹਾਂਜੀ 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 ਹਾਂਜੀ, ਮਾਤਾ ਦਮੋਦਰੀ ਜੀ ਨਾਲ ਉਹਨਾਂ ਦੀ ਸ਼ਾਦੀ ਹੋਈ ਸੀ 6ਵੇਂ ਪਾਤਸ਼ਾਹ ਜੀ ਦੀ। ਹਾਂਜੀ, ਤੇ ਇੱਕ ਗੁਰਦੁਆਰਾ ਸਾਹਿਬ ਭਾਈ ਲਾਲੂ ਜੀ ਜੀ 5ਵੇਂ ਪਾਤਸ਼ਾਹ ਦਾ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਬੌਲੀ ਸਾਹਿਬ, ਜਿਹੜਾ ਉਹਨਾਂ ਨੇ ਆਪਣੇ ਪੁੱਤਰ ਨੂੰ ਵਿਆਹਣ ਆਏ ਜਦੋਂ ਉਹਨਾਂ ਨੇ ਬੌਲੀ ਦਾ ਟੱਪ ਲਾਇਆ ਸੀ, ਉੱਥੇ ਬੌਲੀ ਸਾਹਿਬ ਗੁਰਦੁਆਰਾ ਉੱਥੇ ਸ਼ੋਭਤ ਹੈ ਜੀ। ਜੀ ਤੇ ਤੁਸੀਂ ਦਇਆ ਸਿੰਘ ਜੀ ਪ੍ਰਚਾਰ ਕਰਦੇ ਜੇ ਜਿੱਥੇ ਨਾਲ ਕਿਤਾ? ਨਹੀਂ ਜੀ, ਮੈਂ ਤਾਂ ਜਿੱਦਾਂ ਉਦਾਂ ਹੀ ਆ ਵੀ ਲਾ ਲਓ, ਨਾਲ ਆਇਆ ਹੈਗਾ। ਨਾਲ ਆਏ ਤੁਸੀਂ? ਹਾਂਜੀ, ਬ੍ਰਦਰ ਹੈ ਜੀ ਵੱਡੇ ਸਾਡੇ, ਸਰੋਤੇ ਕਹਿ ਸਕਦੇ ਆ, ਸੰਤ ਵਾਲੇ ਹੀ ਆ। ਬਿਲਕੁਲ ਜੀ। ਹਾਂਜੀ ਠੀਕ ਹੈ ਜੀ। ਤੇ ਅੱਜ ਸਾਨੂੰ ਕੀ ਸੁਣਾਉਣਾ ਜੀ ਤੁਸੀਂ? ਜੀ ਕੁਛ ਸੁਣਾਉਣੇ ਜੀ, ਜਿੱਦਾਂ ਫਿਰ ਵੀ ਕਿਹੜਾ ਇਤਿਹਾਸ ਸੁਣਾ ਦਿਓ? ਇਹ ਇਤਿਹਾਸ ਜੀ ਕੁਝ ਫੁਟਕਲ ਬੰਦਨਾ, ਜਿੱਦਾਂ ਮੇਰਾਂ ਵਾਲਿਆ ਸਾਈਆਂ ਇਹਨਾਂ ਦੇ ਚਰਨਾਂ ਦੇ ਨਾਲ। ਅੱਛਾ ਜੀ, ਠੀਕ ਹੈ ਜੀ। ਹੁਣ ਜੇ ਇਹਨਾਂ ਦਾ ਜਿਹੜੇ ਹੈ ਨਾ ਜੀ ਆਪਣਾ ਜਿਹੜੇ ਕਹਿੰਦੇ ਪ੍ਰਚਾਰਕ ਉਸਤਾਦ ਤੇ ਆਈ ਨੇ, ਤੇ ਮੈਨੂੰ ਲੱਗਦਾ ਮੈਨੂੰ ਇਹਨਾਂ ਨਾਲ ਰਲਣਾ ਪੈਣਾ। ਆਪਾਂ ਜਥਾ ਨਾ ਬਣਾ ਲਈਏ। ਜੀ 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 ਜ਼ਰੂਰ ਜੀ ਜ਼ਰੂਰ। ਠੀਕ ਹੈ ਜੀ। ਦੇਖੋ ਅਸੀਂ ਬਣਾ ਲਾਂਗੇ ਜਥਾ, ਤੇ ਤੁਸੀਂ ਜਦੋਂ ਵੀ ਬੁੱਕ ਕਰਵਾਉਣਾ ਹੋਏ ਕਿਤੇ ਪ੍ਰੋਗਰਾਮ ਤੇ ਜ਼ਰੂਰ ਬੁੱਕ ਕਰਵਾਇਓ। ਤੇ ਇਹਨਾਂ ਦਾ ਜਥੇਦਾਰ ਮੈਂ ਧੱਕੇ ਨਾਲ ਹੀ ਬਣ ਚੱਲਿਆ। ਹਾਂਜੀ ਠੀਕ ਹੈ ਜੀ। ਹੁਣ ਨਿਸ਼ਾਨ ਸਿੰਘ, ਗੁਰਤੇਜ ਸਿੰਘ ਤੇ ਦਇਆ ਸਿੰਘ ਵੀ ਨਾਲ ਸਾਥ ਦੇਣਗੇ, ਤੇ ਆਪਾਂ ਇਹਨਾਂ ਤੋਂ ਸੁਣਦੇ ਹਾਂ ਜੀ ਬੰਦਨਾ ਜੀ। ਜੀ ਸਾਈਆਂ ਲਾ ਲੈ ਚਰਨਾਂ ਦੇ ਨਾਲ, ਮੇਰਾ ਬਾਲਿਆ ਸਾਈਆਂ ਲਾ ਲੈ ਚਰਨਾਂ ਦੇ ਨਾਲ, ਮੇਰਾ ਬਾਲਿਆ। ਵਾਹ ਜੀ ਵਾਹ। ਭਿਖਾਰੀ ਦਾਤਾ ਇਹੋ ਖੈਰ ਮੰਗਾ, ਦਾਰੀ ਦਾ ਭਿਖਾਰੀ ਦਾਤਾ ਇਹੋ ਖੈਰ ਮੰਗਾ। ਐਸਾ ਚਾੜ ਦਿੱਤਾ ਰੰਗ ਮੈਨੂੰ ਦੁਨੀਆ ਦੇ ਰੰਗਾ, ਐਸਾ ਚਾੜ ਦਿੱਤਾ ਰੰਗ ਮੈਨੂੰ ਦੁਨੀਆ ਦੇ ਰੰਗਾ। ਇਹੀ ਆਪਣੀ ਨੂੰ ਲਾਇਆ ਮੈਂ ਤਾਂ ਹਉਮੈ ਦਾ ਜੰਜਾਲ, ਮੇਰਾ ਬਾਲਿਆ ਸਾਈਆਂ ਲਾ ਲੈ ਚਰਨਾਂ ਦੇ ਨਾਲ, ਮੇਰਾ ਬਾਲਿਆ। ਵਿਛੋੜਾ ਕਈ ਜੁਗ ਬੀਤ ਚੱਲੇ ਜਿੰਦ ਚੱਲੇ ਆ ਵਿਛੋੜਾ। ਮੋਹ ਮਾਇਆ ਦੀ ਜੰਜੀਰ ਬਣੀ ਰਾਹ ਦੇ ਵਿੱਚ ਰੋੜਾ, ਮੋਹ ਮਾਇਆ ਦੀ ਜੰਜੀਰ ਬਣੀ ਰਾਹ ਦੇ ਵਿੱਚ ਰੋੜਾ। ਇਹੀ ਆਪਣੀ ਨੂੰ ਲਾਇਆ ਮੈਂ ਤਾਂ ਹਉਮੈ ਦਾ ਜੰਜਾਲ, ਮੇਰਾ ਵਾਲਿਆ ਸਾਈਆਂ ਲਾ ਲੈ ਚਰਨਾਂ ਦੇ ਨਾਲ, ਮੇਰਾ ਬਾਲਿਆ ਸਾਈਆਂ ਲਾ ਲੈ ਚਰਨਾਂ ਦੇ
ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਵਾਹ ਜੀ ਵਾਹ, ਵਾਹ ਆਨੰਦ ਆ ਗਿਆ। ਹਾਂਜੀ ਬਿਲਕੁਲ ਜੀ, ਮਿਊਜ਼ਿਕ ਕਿਦਾਂ ਲੱਗਿਆ ਤੁਹਾਨੂੰ? ਫੈਂਟੈਸਟਿਕ, ਬਹੁਤ ਵਧੀਆ, absolutely amazing, such talent in the studio this morning, really talented. I mean, ਕਿੰਨੇ ਸਾਲ ਲੱਗੇ ਸਨ to actually learn, you know, it's brilliant. ਇਹ ਤੁਹਾਨੂੰ ਅੱਗੇ ਦੱਸਿਆ ਜੀ 12 ਸਾਲ ਇਸ ਲਾਈਨ ਚ ਆਇਆ ਨੂੰ ਹੋ ਗਏ। ਹਾਂਜੀ। ਤੇ ਕੁਝ 6 ਸਾਲ ਮੈਂ ਢੱਡ ਵਜਾਈ ਜੀ। ਹਾਂਜੀ, ਇਹ ਬ੍ਰਦਰ ਮੇਰੇ ਛੋਟੇ ਇਹਨਾਂ ਦੇ ਨਾਲ, ਤੇ 6 ਸਾਲ ਹੋ ਗਏ ਸਰੰਗੀ ਸਿੱਖੀ ਉਸਤਾਦ ਜੀ ਹੁਣਾਂ ਕੋਲ ਹੌਲੀ ਹੌਲੀ ਮਿਹਨਤ ਕਰਦੇ ਗਏ। 6 ਸਾਲ ਇਸ ਲਾਈਨ ਚ ਸਰੰਗੀ ਵਜਾਉਂਦੇ ਨੂੰ ਹੋ ਗਿਆ ਜੀ। ਵਾਹ ਜੀ ਵਾਹ। ਥੋੜਾ ਜਿਹਾ ਸਰੰਗੀ ਪਾਸੇ ਕਰੋ, ਮੜੇ ਮਾਈਕ ਨਾਲ ਟੱਚ ਹੁੰਦੀ ਹੈ, ਉਰਲੇ ਪਾਸੇ ਨੂੰ ਕਰ ਲਓ ਥੋੜੀ ਜੀ। ਹਾਂਜੀ ਠੀਕ ਹੈ। ਤੇ ਵੈਸੇ ਜਿਵੇਂ ਪੁੱਛਿਆ ਮਨਪ੍ਰੀਤ ਨੇ, ਕਿੰਨਾ ਕੁ ਟਾਈਮ ਲੱਗ ਗਿਆ ਸੀ ਤੁਹਾਨੂੰ ਜਿਵੇਂ ਢੱਡ ਸਿੱਖਣੀ ਸ਼ੁਰੂ ਕੀਤੀ, ਕਿੰਨੇ ਟਾਈਮ 'ਚ ਵਜਾਉਣ ਲੱਗ ਗਏ ਸੀ ਢੱਡ? ਇਹ ਏਦਾਂ ਜੀ, ਇਹੋ ਜਿਹਾ ਸੰਗੀਤ ਹੈ ਜਿਹੜਾ ਨਾ, ਇਹ ਸਾਰੀ ਉਮਰ ਨਹੀਂ ਸਿੱਖਿਆ ਜਾਂਦਾ। ਅਸੀਂ ਜਿੰਨਾ ਸਿੱਖੋ ਗਾਂ ਦੀ ਗਾਂ ਹੋਰ ਜੀ। ਇਹਦਾ ਨਾਂ ਸਰੰਗੀ ਹੈ ਜੀ, 100 ਰੰਗੀ। ਇਹਦੇ ਚ 100 ਰੰਗ ਨਿਕਲਦਾ ਜੀ, ਉਹ ਕੋਈ ਅੰਤ ਨਹੀਂ ਜੀ ਇਹਦਾ। ਇਹ ਤਾਂ ਬੰਦਾ ਵਜਾਈ ਗਿਆ, ਮਿਹਨਤ ਕਰੀ ਗਿਆ, ਗਾਂ ਦੀ ਗਾਂ ਹੋਰ ਨਿਕਲਦਾ ਜਾਂਦਾ, ਇਹਦੇ ਚ ਸੰਗੀਤ ਨਿਕਲਦਾ ਜੀ। ਇਹ ਬੰਦਾ ਸਾਰੀ ਉਮਰ ਨਹੀਂ ਸਿੱਖ ਸਕਦਾ। ਬੜੀ ਕਸ਼ਿਸ਼ ਹੈ, ਬੜੀ ਖਿੱਚ ਹੈ ਸੰਗੀਤ ਦੇ ਉੱਤੇ, ਜੋ ਸੁਰ ਮੜੀ ਜੀ ਚੱਲਦੀ ਹੈ ਨਾ, ਤੇ ਇੱਕ ਖਿੱਚ ਪੈਦਾ ਹੁੰਦੀ ਹੈ। ਢੱਡ ਦਾ ਇਹਦੇ ਨਾਲ ਬੜਾ ਸੁਮੇਲ ਆ। ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਜਿਹੜੀ ਢੱਡ ਵਾਰ ਜਿਹੜੀ ਆ ਉਦੋਂ ਤੋਂ ਸ਼ੁਰੂ ਕੀਤੀਆਂ। ਨੱਥਾ ਤੇ ਅਬਦੁੱਲਾ ਜਿਹੜੇ ਹੈਗੇ ਆ ਉਹਨਾਂ ਤੋਂ, ਤੇ ਇਹ ਬੜਾ ਇੱਕ ਜੋਸ਼ ਭਰਨ ਵਾਲੀ ਸਿੰਘਾਂ ਦੇ ਵਿੱਚ ਇਤਿਹਾਸ ਸਾਡਾ ਜਿਹੜਾ ਉਹਨੂੰ ਇਤਿਹਾਸ ਦੇ ਨਾਲ ਜੋੜਨ ਵਾਸਤੇ ਹੈ। ਤੇ ਫਿਰ ਜਿਵੇਂ ਹੁਣ ਸੰਗਤਾਂ ਦੇ ਫੋਨ ਤਾਂ ਆਉਣ ਵੀ ਲੱਗ ਗਏ ਵੀ ਅਸੀਂ ਜਥਾ ਬੁੱਕ ਕਰਨਾ ਆ, ਤੇ ਫਿਰ ਜਥੇ ਦੇ ਵਿੱਚ ਕਿੰਨੇ ਸਿੰਘ ਤੁਸੀਂ ਜਾਂਦੇ ਹੁੰਦੇ ਜੀ? ਸਿੰਘ ਏਦਾਂ ਜੀ, ਅਸੀਂ ਦੋਵੇਂ ਬ੍ਰਦਰ ਤੀਜੀ ਵਾਰ ਇੱਥੇ ਆਪਣੇ ਚਾਚਾ ਜੀ ਹੁਣ ਕੋਲ ਬ੍ਰਦਰ ਕੋਲ, ਤੀਸਰੀ ਵਾਰ ਇੱਥੇ ਇੰਗਲੈਂਡ ਆ ਗਏ ਜੀ। ਤੇ ਜਥਾ ਫਿਲਹਾਲ ਅਸੀਂ ਭਾਈ ਅਰਸਾਲ ਸਿੰਘ ਜੀ ਚੋਲਾ ਸਾਹਿਬ ਵਾਲਿਆਂ ਨਾਲ ਕਈ ਵਾਰੀ ਇੱਥੇ ਪ੍ਰੋਗਰਾਮ ਕਰਦੇ ਹੋ, ਸਾਨੂੰ ਲੈ ਜਾਂਦੇ ਪ੍ਰੋਗਰਾਮ ਤੇ। ਹਾਂਜੀ, ਜਦੋਂ ਪ੍ਰੋਗਰਾਮ ਹੁੰਦਾ ਅਸੀਂ ਉਹਨਾਂ ਨੂੰ ਲੈ ਜਾਂਦੇ ਆ। ਇਸ ਕਰਕੇ ਜੇ ਸਿੰਘ ਤਾਂ ਅਸੀਂ ਦੋਨੇ ਵੀਰੀਆਂ ਜਿੱਦਾਂ। ਭਰਾਵਾ ਮੈਂ ਬੇਨਤੀ ਕਰਦਾ ਮੈਨੂੰ ਵੀ ਲੈ ਜਾਓ ਜਦੋਂ ਪ੍ਰੋਗਰਾਮ ਹੋਵੇ, ਮੈਂ ਵੀ ਚੱਲੂਗਾ। ਚਲੋ ਜੀ, ਠੀਕ ਹੈ 7 ਵਜੇ ਜੀ। ਜੀ ਠੀਕ ਹੈ ਵੀ, ਬਹੁਤ ਵਧੀਆ, ਬੜਾ ਚੰਗਾ ਲੱਗਿਆ ਆ। ਤੇ ਹੋਰ ਜਿਹੜਾ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ, ਜਿਹੜੇ ਇੱਥੋਂ ਦੇ ਬੱਚੇ ਆ ਉਹਨਾਂ ਨੂੰ ਵੀ ਢੱਡ ਸਰੰਗੀ ਜਿਹੜੀ ਆ ਉਹ ਅਗਰ ਸਿੱਖਣਾ ਚਾਹਣ ਤਾਂ ਕਿੱਦਾਂ ਸਿੱਖ ਸਕਦੇ ਆ? ਜੀ, ਇਹ ਇੱਥੋਂ ਦੀ ਜਿਹੜੀ ਪੀੜ੍ਹੀ ਹੈ ਜੀ, ਏਦਾਂ ਜਿਹੜੇ ਤਾਂ ਢਾਡੀ ਸਿੰਘ ਆ ਨਾ ਸਾਡੇ, ਉਹਨਾਂ ਨੇ ਪਹਿਲਾਂ ਤਾਂ ਬਹੁਤ ਜ਼ਿਆਦਾ ਜਿੱਦਾਂ ਵਿਰਾਸਤ ਇਹ ਦੂਰ ਹੋ ਗਈ ਸੀ ਢੱਡ ਸਰੰਗੀ ਦੀ, ਬਹੁਤ ਜ਼ਿਆਦਾ। ਤੇ ਉਸ ਤੋਂ ਬਾਅਦ ਕੁਛ ਢਾਡੀ ਜਥੇ ਇੰਨਾ ਜ਼ਿਆਦਾ ਮਿਹਨਤ ਕਰਕੇ ਗਾਂ ਉਹਨਾਂ ਨੇ ਦੱਸਿਆ ਵੀ ਇਹ ਵੀ ਛੇਵੇਂ ਪਾਤਸ਼ਾਹ ਦੀ ਕਿਰਪਾ ਸਾਡੇ ਤੇ, ਅਸੀਂ ਵੀ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਫਿਰ ਇਹ ਪੀੜ੍ਹੀ ਨੂੰ ਜਿੱਦਾਂ ਵਾਪਸ ਮੋੜਿਆ। ਬਹੁਤ ਜ਼ਿਆਦਾ ਅੱਗੇ ਨਾਲੋਂ ਫਰਕ ਇੱਥੇ ਇੰਗਲੈਂਡ ਦੇ ਵਿੱਚ ਤਾਂ ਬਹੁਤ ਜ਼ਿਆਦਾ ਜੀ। ਬਹੁਤ ਵਧੀਆ ਲੱਗਾ ਜੀ ਇਹ ਸੁਣ ਕੇ, ਜਿੱਦਾਂ ਵੀ ਇੱਥੇ ਸਿੱਖੀ ਇੰਨੀ ਜ਼ਿਆਦਾ, ਤੇ ਬਹੁਤ ਵਧੀਆ ਜੀ। ਇੱਥੇ ਤੇ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਮੋੜ ਪੈ ਰਿਹਾ ਜੀ ਇਸ ਲਾਈਨ। ਪਹਿਲਾਂ ਜਿਵੇਂ ਇਹ ਵਿਸਰ ਚੁੱਕਿਆ ਸੀਗਾ, ਵਿਸਰ ਚੁੱਕਾ ਹੀ ਸੰਗੀਤ, ਹੁਣ ਦੁਬਾਰਾ ਫਿਰ ਜਿਹੜਾ ਇਹਦੇ ਨਾਲ ਜਿਹੜਾ ਨਾ ਵਾਪਸ ਆ ਰਿਹਾ ਜੀ। ਹਾਂਜੀ, ਬਹੁਤ ਵਧੀਆ ਜਥੇ ਜਿਨ੍ਹਾਂ ਨੇ ਇਸ ਵੱਡੇ ਵੀਰਾਂ ਨੇ ਮਿਹਨਤ ਕਰਕੇ ਇਸ ਨੂੰ ਮੋੜਿਆ, ਵਾਪਸ ਲਿਆਂਦਾ। ਤੇ ਬਹੁਤ ਜ਼ਿਆਦਾ ਦੂਰ ਹੋ ਚੁੱਕਾ ਸੀ ਸੰਗੀਤ ਇਹ, ਪਰ ਫਿਰ ਵਾਪਸ ਆ ਗਿਆ। ਤੇ ਇੱਥੋਂ ਦੀ ਜਿਹੜੇ ਉਹਨਾਂ ਨੂੰ ਇਹ ਕਹਾਂਗੇ ਜੀ, ਚਲੋ ਇਹ ਸੁਣਦੇ ਆ ਜੀ, ਸ਼ੋਅ ਕਰੀਦੇ, ਪ੍ਰੋਗਰਾਮ ਕਰੀਦੇ ਜੀ ਇੱਥੇ ਬਹੁਤ ਜ਼ਿਆਦਾ, ਤੇ ਬਹੁਤ ਪਿਆਰ ਨਾਲ ਸੁਣਦੇ ਜੀ। ਸਿੰਘ ਮੁੰਡੇ ਮਿਲਦੇ ਆ ਤੇ ਬਹੁਤ ਜ਼ਿਆਦਾ ਪਿਆਰ ਦਿੰਦੇ, ਬਹੁਤ ਵਧੀਆ ਲੱਗਾ। ਹਾਂਜੀ, ਬਹੁਤ ਜ਼ਿਆਦਾ ਵਧੀਆ ਲੱਗਦਾ ਜੀ, ਉਹ ਵਾਪਸ ਆ ਰਹੇ ਆ ਇਸ ਲਾਈਨ ਨੂੰ ਜੀ। ਤੁਸੀਂ ਗੁਰਦੇਵ ਸਿੰਘ ਜੀ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ? ਦੇਖੋ ਜੀ, ਇਸ ਸੰਬੰਧ ਵਿੱਚ ਤਾਂ ਇਹੀ ਕਹਿਣਾ ਚਾਹਾਂਗੇ ਵੀ ਇਸ ਕੰਟਰੀ ਦੇ ਵਿੱਚ ਸੁਣਨ ਵਾਲੇ ਚਾਹਵਾਨ ਬਹੁਤ ਜ਼ਿਆਦਾ ਆ ਜੀ। ਹਾਂਜੀ ਹਾਂਜੀ, ਜਦੋਂ ਵੀ ਕਿਤੇ ਪ੍ਰੋਗਰਾਮ ਤੇ ਜਾਈਦਾ ਆ ਤਾਂ ਬਹੁਤ ਪਿਆਰ ਦੇ ਨਾਲ ਸੁਣਦੇ ਆ, ਤਾਂ ਬਹੁਤ ਭਰਵਾਂ ਹੁੰਗਾਰਾ ਮਿਲਦਾ ਜੀ। ਤੇ ਪ੍ਰੋਗਰਾਮ ਤੋਂ ਬਾਅਦ ਵੀ ਤੁਹਾਨੂੰ ਜਦੋਂ ਮਿਲਦੇ ਆ ਪਰਸਨਲੀ ਤੌਰ ਤੇ, ਉਦੋਂ ਵੀ ਫੀਡਬੈਕ ਚੰਗੀ ਮਿਲਦੀ ਹੈ? ਹਾਂਜੀ, ਬਹੁਤ ਵਧੀਆ ਫੀਡਬੈਕ ਮਿਲਦੀ ਆ ਜੀ। ਜਿਹੜਾ ਵੀ ਕਹਿੰਦਾ ਆ ਕਿ ਬਹੁਤ ਵਧੀਆ ਤੁਸੀਂ ਗਾਇਆ ਆ, ਜਾਂ ਸਾਨੂੰ ਸੁਣ ਕੇ ਬਹੁਤ ਆਨੰਦ ਆਇਆ ਜੀ। ਲਵਲੀ, ਠੀਕ ਹੈ ਜੀ, ਬਹੁਤ ਵਧੀਆ। ਤੁਸੀਂ ਮਨਪ੍ਰੀਤ ਕੁਝ ਹੋਰ ਸਵਾਲ? ਬਿਲਕੁਲ ਜੀ, ਐਬਸੋਲੂਟਲੀ ਤੁਹਾਡੇ ਮਨ 'ਚ, ਕਿਉਂਕਿ ਖਾਸ ਤੌਰ ਤੇ ਇੱਥੋਂ ਦੇ ਬੱਚੇ ਆ। ਹਾਂਜੀ, ਵੈਸੇ ਸੰਗੀਤ ਜਿਹੜਾ ਉਹਦੇ ਨਾਲ ਤਾਂ ਲਗਾਵ ਸਾਰਿਆਂ ਨੂੰ ਹੁੰਦਾ ਹੀ ਹੈ। ਮਿਊਜ਼ਿਕ, ਕਿਉਂਕਿ ਤੁਹਾਨੂੰ ਵੀ ਮਿਊਜ਼ਿਕ ਦਾ ਸ਼ੌਂਕ ਹੈ, ਵਾਇਲਨ ਤੁਹਾਨੂੰ ਵੀ ਵਜਾਣੀ ਆਉਂਦੀ ਹੈ, ਵਜਾਉਣ ਦੀ ਕੋਸ਼ਿਸ਼ ਕਰਦੇ। ਮਿਊਜ਼ਿਕ ਕੋਈ ਵੀ ਹੈ ਉਹ ਇੱਕ ਖਿੱਚ ਪੈਦਾ ਕਰਦਾ, ਸੰਗੀਤ ਦੇ ਵਿੱਚ ਤੇ ਬਹੁਤ ਜ਼ਿਆਦਾ ਖਿੱਚ। ਦਿਲ ਕਰਦਾ ਸੰਗੀਤ ਸਿੱਖਣ ਨੂੰ? ਬਿਲਕੁਲ ਜੀ, I think it looks so cool. I mean, it's quite similar to the violin actually as well, but I think it looks harder to play. बहुत मेहनत, you know, you have to, you know, it's quite difficult to play. And I think with children is they need to start at a young age as well, and to get into all of this, because it is totally fantastic, and I think it's something that really calms the mind, and it really does help with not just, you know, one area of your life, but with everything. I think it's something, a skill that is very, very useful to have. It really is.
ਤੁਹਾਡੇ ਤੋਂ ਲੈਣੇ ਇਜਾਜ਼ਤ। ਇਸੇ ਤਰ੍ਹਾਂ ਦੇਖਦੇ ਰਹਿਣਾ ਸਿੱਖ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।